ਹੈਲੋ एवरीवन दिस इज़ नवनीत ਵੈਲਕਮ ਟੂ ਫਤਿਹ ਐਡੂਕॉम। ਸੋ ਇੰਡੀਅਨ ਮਾਡਰਨ ਹਿਸਟਰੀ ਦੇ ਕੁਐਸਚਨਸ ਜਿਹੜੇ ਨੇ ਪ੍ਰੀਵੀਅਸ ਈਅਰ ਕੁਐਸਚਨਸ ਨੇ ਕਾਫੀ ਐਗਜ਼ਾਮਸ ਦੇ। ਇਹਦੇ ਵਿੱਚ ਅਪਰੋਕਸੀਮੇਟ 158 ਕੁਐਸਚਨ ਜਿਹੜੇ ਪਹਿਲੇ ਕੁਐਸਚਨਸ ਨੇ ਉਹ ਪੀਪੀਐਸਸੀ ਦੇ ਜਿੰਨੇ ਵੀ ਇੰਡੀਅਨ ਮਾਡਰਨ ਹਿਸਟਰੀ ਦੇ 2016 ਤੋਂ 23 ਤੱਕ ਕੁਐਸਚਨ ਆਏ ਨੇ ਉਹ ਨੇ। ਉਸ ਤੋਂ ਬਾਅਦ ਕੁਝ ਐਸਐਸਸੀ ਸੀਜੀਐਲ ਦੇ ਐਗਜ਼ਾਮ ਤੇ ਮਿਕਸਡ ਐਗਜ਼ਾਮਸ ਤੇ ਐਂਡ ਯੂਪੀਐਸਸੀ ਦੇ 2016 ਤੋਂ ਲੈ ਕੇ 22 ਤੱਕ ਜਿੰਨੇ ਕੁਐਸਚਨ ਨੇ ਉਹ ਕਵਰ ਕੀਤੇ ਹੋਏ ਨੇ ਇਹਦੇ ਵਿੱਚ। ਸੋ ਬਹੁਤ ਹੀ ਇੰਪੋਰਟੈਂਟ ਹੈ ਵਿਦ ਐਕਸਪਲੇਨੇਸ਼ਨਸ ਜਿਹੜੀ ਇਹ ਵੀਡੀਓ ਹੈ, ਸੋ ਐਂਡ ਤੱਕ ਜਿਹੜੀ ਇਹਨੂੰ ਮਿਸ ਨਾ ਕਰਿਓ। So let's start. So first question as the hai, who among the following personalities is also known by the name of Gurudev? So Gurudev ਜਿਹੜਾ ਹੈ ਰਵਿੰਦਰਨਾਥ ਟੈਗੋਰ ਜੀ ਨੂੰ ਕਿਹਾ ਜਾਂਦਾ ਹੈ। ਕੋਸ਼ਿਸ਼ ਕਰਿਓ ਕਿ ਨਾਲ ਦੇ ਨਾਲ ਤੁਸੀਂ ਆਪਣੇ questions ਖੁਦ solve ਕਰੋ। Second is Christian missionaries were allowed to spread their religion in India under, so Christian missionaries ਜਿਹੜੇ ਸੀਗੇ they were allowed to spread their religion under the Charter Act of 1813 and a Charter Act of 1813 the provisions they under he they also got the opportunity to appoint a bishop under British India, ठीक है, under the provisions of this act। मतलब उस bishop ਨੂੰ ਜਿਹੜਾ ਸੀਗਾ ਇਹਨਾਂ ਦਾ ਜਿਹੜਾ ਹੈੱਡਕੁਆਟਰ ਸੀਗਾ ਉਹ ਵੀ ਅੰਡਰ ਦ ਪ੍ਰੋਵੀਜ਼ਨਸ ਆਫ ਦਿਸ ਐਕਟ ਹੀ ਵਾਜ਼ ਏਬਲ ਟੂ ਸੈਟ ਅਪ ਹਿਸ ਹੈੱਡਕੁਆਟਰ ਇਨ ਕੈਲਕਟਾ। ਠੀਕ ਹੈ ਜੀ। ਨੈਕਸਟ ਇਜ਼ ਦ ਪਲਾਨ ਟੂ ਟ੍ਰਾਂਸਫਰ of power to the Indians and partition of the country was laid in, so powers finally transfer ਕਰਨੀਆਂ ਇੰਡੀਆ ਨੂੰ। ਸੋ ਇਹ 3rd ਜੂਨ ਪਲਾਨ ਜਿਹਨੂੰ ਆਪਾਂ ਮਾਊਂਟਬੈਟਨ ਪਲਾਨ ਵੀ ਕਹਿੰਦੇ ਆ, ਠੀਕ ਹੈ, 3rd ਜੂਨ ਪਲਾਨ ਵੀ ਇਹਨੂੰ ਕਹਿੰਦੇ ਆ। ਸੋ ਇਹਦੇ ਅੰਡਰ ਜਿਹੜਾ ਸੀਗਾ ਇਟ ਵਾਜ਼ ਲੇਡ ਡਾਊਨ। Next is who was the chairman of drafting committee of the Constitution of India? So he was none other than Dr. B.R. Ambedkar. Next is the Swaraj of today is within the empire and not independent of it. So line ਦਾ ਮਤਲਬ ਕੀ ਹੈ ਕਿ ਜਿਹੜਾ ਅੱਜ ਸਾਨੂੰ ਸਵਰਾਜ ਮਿਲ ਰਿਹਾ ਹੈ ਬ੍ਰਿਟਿਸ਼ ਅੰਪਾਇਰ ਦੇ ਅੰਡਰ ਹੀ ਹੈ, ਇਹਦੇ ਤੋਂ ਇੰਡੀਪੈਂਡੈਂਟ ਨਹੀਂ ਹੈ। ਸੋ ਇਹ ਕਿੰਨੇ ਕਿਹਾ ਸੀਗਾ? ਇਟ ਵਾਜ਼ ਸੈਟ ਬਾਈ ਬਾਲ ਗੰਗਾਧਰ ਤਿਲਕ। Next is which one among the following is not correct about the subsidiary alliance? So ਜੋ ਚੀਜ਼ਾਂ correct ਹੈ ਉਹ ਵੀ ਆਪਾਂ ਪੜਾਂਗੇ, ਜੋ ਨਹੀਂ correct ਹੈ ਉਹ ਸਾਡਾ ਆਨਸਰ ਹੋਏਗਾ। So it was formulated by Lord Wellesley, so ਇਹ ਬਿਲਕੁਲ ਠੀਕ ਹੈ। British army was posted in the subsidiary state, so ਇਹ ਵੀ ਬਿਲਕੁਲ ਠੀਕ ਹੈ। It did not recognize and adopted here to the subsidiary state, so ਇਹ ਗਲਤ ਹੈ। ਠੀਕ ਹੈ। ਸੋ ਦੈਟ ਵਾਜ਼ ਅੰਡਰ ਡਾਕਟਰਾਈਨ ਆਫ ਲੈਬਸ ਨਾਟ ਅੰਡਰ ਸਬਸਿਡਰੀ ਅਲਾਇੰਸ। ਸੋ ਇਹ ਸਟੇਟਮੈਂਟ ਜਿਹੜੀ ਹੈ ਸਹੀ ਨਹੀਂ ਹੈ। ਸੋ ਇਹੀ ਸਾਡਾ ਆਨਸਰ ਹੈ। ਨੈਕਸਟ ਹੈਗਾ ਕਿ ਬ੍ਰਿਟਿਸ਼ ਰੈਜ਼ੀਡੈਂਟ ਵਾਜ਼ ਪੋਸਟਡ ਇਨ ਸਬਸਿਡਰੀ ਸਟੇਟ, ਸੋ ਇਹ ਵੀ ਠੀਕ ਸੀਗਾ। ਨੈਕਸਟ ਹੈ ਔਨ ਵਿਚ ਆਫ ਦ ਫੋਲੋਇੰਗ ਰੇਲਵੇ ਸਟੇਸ਼ਨਸ ਆਫ ਸਾਊਥ ਅਫਰੀਕਾ ਮਹਾਤਮਾ ਗਾਂਧੀ ਵਾਜ਼ ਥਰੋਨ ਆਊਟ ਆਫ ਦ ਸਟੇਟ? ਸੋ ਇਟ ਵਾਜ਼ ਪੀਟਰ ਮੈਰਿਟਸਬਰਗ ਜਿਹੜਾ ਰੇਲਵੇ ਸਟੇਸ਼ਨ ਸੀਗਾ ਸਾਊਥ ਅਫਰੀਕਾ ਦਾ, ਉੱਥੋਂ ਮਹਾਤਮਾ ਗਾਂਧੀ ਨੂੰ ਬਾਹਰ ਸੁੱਟ ਦਿੱਤਾ ਗਿਆ ਸੀ ਟ੍ਰੇਨ 'ਚੋਂ। ਦ ਫਰੰਟੀਅਰ ਬਾਉਂਡਰੀ ਬਿਟਵੀਨ ਪਾਕਿਸਤਾਨ ਐਂਡ ਅਫਗਾਨਿਸਤਾਨ, ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਜਿਹੜੀ ਬਾਉਂਡਰੀ ਆ ਦੈਟ ਇਜ਼ ਡਰੈਂਟ ਲਾਈਨ। ਇੰਡੀਆ ਅਤੇ ਪਾਕਿਸਤਾਨ ਦੀ ਜਿਹੜੀ ਆ ਦੈਟ ਇਜ਼ ਰੈਡ ਕਲਿਫ ਲਾਈਨ। ਨੈਕਸਟ ਇਜ਼ ਦ ਕੌਨਸਟੀਟਿਊਸ਼ਨ ਆਫ ਇੰਡੀਆ ਵਾਜ਼ ਇਨੈਕਟਡ ਬਾਈ ਕੌਨਸਟੀਟਿਊਐਂਟ ਅਸੈਂਬਲੀ ਸੈਟ ਅਪ ਅੰਡਰ, ਸੋ ਕੌਨਸਟੀਟਿਊਐਂਟ ਅਸੈਂਬਲੀ ਜਿਹੜੀ ਸੀ ਦੈਟ ਵਾਜ਼ ਸੈਟ ਅਪ ਅੰਡਰ ਦੀ ਕੈਬਨਿਟ ਮਿਸ਼ਨ ਪਲਾਨ ਆਫ 1946, ਸੋ ਦਾ ਆਨਸਰ ਇਜ਼ ਬੀ। Next is who presided over the inaugural meeting of Constituent Assembly of India? So inaugural meeting ਜਿਹੜੀ Constituent Assembly ਦੀ ਹੋਈ ਸੀ that was presided over by Sachidanand Sinha. Later on 11th December Dr. Rajinder Prasad was appointed as the president. So interim president ਜਿਹੜੇ ਸੀਗੇ he was Dr. Sachidanand Sinha. Next is the distribution of powers between center and state in the ਇੰਡੀਅਨ ਕੌਨਸਟੀਟਿਊਸ਼ਨ। ਸੋ ਇਹ ਕਿਸ ਐਕਟ ਦੇ ਬੇਸ ਦੇ ਉੱਤੇ ਜਾਂ ਕਿਸ ਸਕੀਮ ਦੇ ਬੇਸ ਦੇ ਉੱਤੇ ਹੈ? ਸੋ ਅੱਜ ਦੀ ਡੇਟ ਦੇ ਵਿੱਚ ਦੇਖੀਏ ਤੇ ਸੈਂਟਰ ਸਟੇਟ ਦੀ ਜਿਹੜੇ 7 ਸ਼ੈਡਿਊਲ ਦੇ ਅੰਡਰ ਜਿਹੜੀ ਆਪਾਂ ਲਿਸਟਾਂ ਪੜ੍ਹਦੇ ਹਾਂ, ਠੀਕ ਹੈ, ਯੂਨੀਅਨ ਲਿਸਟ ਹੈ, ਸਟੇਟ ਲਿਸਟ ਹੈ ਜਾਂ ਕੰਕਰੈਂਟ ਲਿਸਟ ਹੈ। ਸੋ ਇਹ ਕਿੱਥੋਂ ਡਰੋਨ ਕੀਤਾ? ਇਟ ਇਜ਼ ਡਰੋਨ ਫਰੋਮ ਗਵਰਨਮੈਂਟ ਆਫ ਇੰਡੀਆ ਐਕਟ 1935। ਨੈਕਸਟ ਇਜ਼ ਮੈਚ ਦ ਫੋਲੋਇੰਗ। ਸੋ ਇਹ ਕੰਪੋਜੀਸ਼ਨਸ ਨੇ ਕਿੰਨਾ ਦੀਆਂ ਨੇ ਦੇਖਦੇ ਨੇ। ਪੰਜਾਬ ਕੇਸਰੀ ਇਟ ਵਾਜ਼ ਰਿਟਨ ਬਾਈ ਲਾਲਾ ਜਗਤ ਨਾਰਾਇਣ, ਮਰਾਠਾ ਬਾਈ ਬਾਲ ਗੰਗਾਧਰ ਤਿਲਕ, ਆਨੰਦ ਮਾਤ ਬਾਈ ਬੰਕਿਮ ਚੰਦਰ ਚੈਟਰਜੀ। ਨੈਕਸਟ ਇਜ਼ ਗੋਰਾ ਗੋਰਾ ਬਾਈ ਰਵਿੰਦਰਨਾਥ ਟੈਗੋਰ। Next is the Battle of Plassey was fought between English East India Company and Nawab of Bengal. So the answer is A. Next is who wrote the book Poverty and Un-British Rule in India? So ਇਹ ਜਿਹੜੀ book ਸੀਗੀ that was written by Dada Bhai Nehru ji. ਬਹੁਤ ਹੀ famous question ਹੈ, ਬਹੁਤ ਹੀ repeated question ਹੈ। Next is Jallianwala Bagh massacre is associated with which of the following
ਮੂਵਮੈਂਟ। ਸੋ ਇਹ ਬੇਸਿਕਲੀ ਜਦੋਂ ਰੌਲਟ ਐਕਟ ਪਾਸ ਹੋਇਆ ਸੀਗਾ ਉਹਦੇ ਹੀ ਅਗੇਂਸਟ ਜਿਹੜਾ ਆ ਕੀ ਉਹਨੂੰ ਕਹਿੰਦੇ ਅਰੈਸਟ ਹੋਈਆਂ ਸੀਗੀਆਂ ਕੁਛ, ਕਿਉਂਕਿ ਇਹਦੇ 'ਚ ਮੇਨ ਕੀ ਕਿ ਵਿਦਆਊਟ ਟਰਾਇਲ ਤੁਸੀਂ ਕਿਸੇ ਨੂੰ ਵੀ ਅਰੈਸਟ ਕਰ ਸਕਦੇ। ਸੈਫੂਦੀਨ ਕਿਚਲੂ ਨੂੰ ਅਰੈਸਟ ਕੀਤਾ ਗਿਆ, ਸਤਿਆਪਾਲ ਨੂੰ ਅਰੈਸਟ ਕੀਤਾ ਗਿਆ ਸੀਗਾ, ਜਿਹਦੇ ਅਗੇਂਸਟ ਇੱਥੇ ਜਿਹੜਾ ਆ ਪ੍ਰੋਟੈਸਟ ਹੋਇਆ, ਰਾਈਟ, ਜਿਹਦੇ ਰਿਜ਼ਲਟ ਤੋਂ ਇਹ ਮੈਸੇਕਰ ਹੋਇਆ, ਜਲਿਆਂਵਾਲਾ ਬਾਗ ਇੰਸੀਡੈਂਟ। ਨੈਕਸਟ ਇਜ਼ ਵਾਟ ਡਿਡ ਮਹਾਤਮਾ ਗਾਂਧੀ ਡੂ ਟੂਵਰਡਸ ਦੀ ਐਂਡ ਆਫ ਦਾਂਡੀ ਮਾਰਚ ਇਨ 1930। ਸੋ ਜਦੋਂ 1930 ਦਾ ਦਾਂਡੀ ਮਾਰਚ ਜਿਹੜਾ ਖਤਮ ਹੋਇਆ ਸੀਗਾ ਉਹਦੇ ਐਂਡ ਤੇ ਉਹਨਾਂ ਨੇ ਕੀ ਕੀਤਾ ਸੀ, ਬੇਸਿਕਲੀ ਸਾਲਟ ਲਾਅ ਨੂੰ ਬ੍ਰੇਕ ਕੀਤਾ ਸੀਗਾ ਬਾਈ ਬੋਇਲਿੰਗ ਸੀ ਵਾਟਰ। ਸੋ ਦਾ ਆਨਸਰ ਇਜ਼ ਬੀ। Next is what was the Government of India Act 1919 based? So 1919 ਹੈ ਤੇ ਕਲੀਅਰ ਹੈ ਕਿ ਇਹ ਕਿਹੜੇ ਰਿਫਾਰਮਸ ਹੋਣਗੇ, ਮੌਂਟੇਕ ਚੈਮਸਫੋਰਡ ਰਿਫਾਰਮਸ ਦੀ ਗੱਲ ਹੋ ਰਹੀ ਹੈ। ਅਗਰ 1909 ਹੁੰਦਾ ਤਾਂ ਇਹ ਜਿਹੜਾ ਸੀਗਾ ਇਹ ਮੌਰਲੇ ਮਿੰਟੋ ਰਿਫਾਰਮਸ ਹੁੰਦੇ 1909 ਦੇ, ਠੀਕ ਹੈ ਜੀ। ਨੈਕਸਟ ਇਜ਼ who among the following was popularly known as ਪੰਜਾਬ ਕੇਸਰੀ। ਸੋ ਪੰਜਾਬ ਕੇਸਰੀ ਜਿਹੜਾ ਲਾਲਾ ਲਾਜਪਤ ਰਾਏ ਜੀ ਨੂੰ ਕਿਹਾ ਜਾਂਦਾ ਆ। Next is who published the economic history of India at the beginning of 20th century? So economic history of India was written by R.C. Dutt, ठीक है, रमेश चंद्र दत्त। Next is जलियांवाला बाग ट्रेजेडी ਜਿਹੜੀ ਅੰਮ੍ਰਿਤਸਰ ਦੇ ਵਿੱਚ ਹੋਈ ਸੀਗੀ, ਉਹ ਹੋਈ ਸੀਗੀ ਵਿਸਾਖੀ ਵਾਲੇ ਦਿਨ 13 ਅਪ੍ਰੈਲ 1919। ਇੰਗਲਿਸ਼ ਐਜ਼ ਅ ਮੀਡੀਅਮ ਆਫ ਇੰਸਟਰਕਸ਼ਨ ਫॉर ਹਾਇਰ ਐਜੂਕੇਸ਼ਨ। ਸੋ ਇਹ ਇੰਗਲਿਸ਼ ਐਕਟ ਜਿਹੜਾ ਸੀਗਾ ਇਹ ਇੰਗਲਿਸ਼ ਐਜੂਕੇਸ਼ਨ ਐਕਟ, ਠੀਕ ਹੈ, ਇੰਗਲਿਸ਼ ਐਜੂਕੇਸ਼ਨ ਐਕਟ ਇਟ ਵਾਜ਼ ਬ੍ਰੌਟ ਇਨ 1935, ਠੀਕ ਹੈ। ਲਾਰਡ ਮੈਕਲੇ ਐਂਡ ਲਾਰਡ ਵਿਲੀਅਮ ਬੈਂਟਿਕ ਦੀ ਗਵਰਨਰਸ਼ਿਪ ਦੇ ਅੰਡਰ ਇਹ ਮਤਲਬ ਐਕਟ ਜਿਹੜਾ ਸੀਗਾ ਪਾਸ ਹੋਇਆ ਸੀ। ਇਹਦੇ ਵਿੱਚ ਹਾਇਰ ਐਜੂਕੇਸ਼ਨ ਵਾਸਤੇ ਇੰਗਲਿਸ਼ ਨੂੰ ਐਜ਼ ਅ ਮੀਡੀਅਮ ਕਿਹਾ ਗਿਆ ਸੀਗਾ, ਐਮਫੇਸਾਈਜ਼ ਕੀਤਾ ਗਿਆ ਸੀ। ਨੈਕਸਟ ਇਜ਼ ਰਾਮਾ ਕ੍ਰਿਸ਼ਨਾ ਮਿਸ਼ਨ ਵਾਸ ਫਾਊਂਡਡ ਬਾਏ। ਸੋ ਰਾਮਾ ਕ੍ਰਿਸ਼ਨਾ ਮਿਸ਼ਨ ਜਿਹੜਾ ਸੀਗਾ ਸਵਾਮੀ ਵਿਵੇਕਾਨੰਦ ਜੀ ਨੇ ਫਾਊਂਡ ਕੀਤਾ ਸੀਗਾ 1897, ਠੀਕ ਹੈ। ਬੇਲਰ ਦੇ ਵਿੱਚ ਜਿਹੜੇ ਸੀਗੇ, ਬੇਲਰ ਕੈਲਕਟਾ ਦੇ ਵਿੱਚ ਇਹਦੇ ਹੈੱਡਕੁਆਰਟਰ ਸੀਗੇ। ਨੈਕਸਟ ਇਜ਼ ਟੁੰਡੀ ਲਾਟ ਵਾਜ਼ ਐਨ ਐਪੀਥੇਟ ਗਿਵਨ ਬਾਈ ਪੰਜਾਬੀ ਟੂ ਵਿਚ ਗਵਰਨਰ ਜਨਰਲ। ਸੋ ਹੈਨਰੀ ਹਾਰਡਿੰਗ ਨੂੰ ਟੁੰਡੀ ਲਾਟ ਕਿਹਾ ਜਾਂਦਾ। ਟੁੰਡੀ ਲਾਟ ਮੀਨਸ ਕਿ ਜਿਨ੍ਹਾਂ ਦੀ ਇਹਨਾਂ ਦੀ ਇੱਕ ਲੈਫਟ ਆਰਮ ਜਿਹੜੀ ਸੀ ਉਹ ਮਤਲਬ ਟੁੱਟ ਗਈ ਸੀਗੀ, ਠੀਕ ਹੈ। ਸੋ ਇਹਨਾਂ ਨੇ ਵਾਟਰਲੂ ਜਿਹੜੀ ਹੋਈ ਸੀਗੀ, ਬੈਟਲ ਆਫ ਵਾਟਰਲੂ, ਉਸ ਤੋਂ ਪਹਿਲਾਂ ਹੀ ਇਹਨਾਂ ਦੀ ਇੱਕ ਬਾਜ਼ੂ ਜਿਹੜੀ ਆ ਟੁੱਟ ਗਈ ਸੀ। ਐਂਡ ਇਹਨਾਂ ਨੂੰ ਜਿਹੜਾ ਆ ਇਹਨਾਂ ਨੇ ਮਤਲਬ ਫਰੈਂਡਲੀ ਟਰਮਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਗਵਰਨਮੈਂਟ ਆਫ ਲਾਹੌਰ ਦੇ ਨਾਲ, ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਠੀਕ ਹੈ। ਦੈਟਸ ਵਾਈ ਪੰਜਾਬੀਆਂ ਵੱਲੋਂ ਇਹਨਾਂ ਨੂੰ ਟੁੰਡੀ ਲਾਟ ਦਾ ਜਿਹੜਾ ਸੀਗਾ ਦਿੱਤਾ ਗਿਆ ਸੀ ਐਪੀਥੇਟ। ਨੈਕਸਟ ਇਜ਼ ਗੋਮਸਥਾਸ। ਗੋਮਸਥਾਸ ਪ੍ਰੀ ਇੰਡੀਪੈਂਡੈਂਟ ਇੰਡੀਆ ਦੇ ਵਿੱਚ ਕੀ ਹੁੰਦੇ ਸੀ, ਇਹ ਬੇਸਿਕਲੀ ਇੰਡੀਅਨਸ ਹੀ ਹੁੰਦੇ ਸੀ ਜਿਹੜੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਏਜੰਟਸ ਹੁੰਦੇ ਸੀ, ਜਿਹੜੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਬਿਹਾਫ ਤੇ ਲੋਕਲ ਟ੍ਰੇਡਰਸ ਦੇ ਨਾਲ, ਲੋਕਲ ਲੇਬਰਸ ਦੇ ਨਾਲ ਐਗਰੀਮੈਂਟ ਸਾਈਨ ਕਰਦੇ ਸੀ, ਸਪੈਸ਼ਲੀ ਜਿਹੜੇ ਹੈਂਡੀਕ੍ਰਾਫਟ ਵਗੈਰਾ ਬਣਾਉਂਦੇ ਸੀ ਉਹਨਾਂ ਨਾਲ। ਨੈਕਸਟ ਇਜ਼ ਪਰਮਾਨੈਂਟ ਸੈਟਲਮੈਂਟ ਆਫ 1793 ਇਟ ਵਾਜ਼ ਇੰਟਰੋਡਿਊਸਡ ਬਾਈ ਲਾਰਡ ਕੌਰਨਵਾਲਿਸ, ਠੀਕ ਹੈ। ਵੈਨ ਐਂਡ ਵੇਅਰ ਡਿਡ ਸਵਦੇਸ਼ੀ ਮੂਵਮੈਂਟ ਬਿਗਨ। ਸੋ ਸਵਦੇਸ਼ੀ ਮੂਵਮੈਂਟ ਜਿਹੜੀ 1905 ਦੇ ਵਿੱਚ ਬੰਗਾਲ ਦੇ ਵਿੱਚ ਸਟਾਰਟ ਹੋਈ ਸੀ। Who founded the newspaper National Herald? So it was founded by Jawaharlal Nehru. Who among the following led the Chittagong Army Raid? So Chittagong Army Raid was led by Surya Sen. So the answer is B. Next is the title given by British government to Mahatma Gandhi, which he surrendered during non-cooperation movement. So NCM ਦੇ ਦੌਰਾਨ ਮਹਾਤਮਾ ਗਾਂਧੀ ਨੇ ਆਪਣਾ ਕੇਸਰੇ ਹਿੰਦ ਦਾ ਟਾਈਟਲ ਜਿਹੜਾ ਆ ਸਰੈਂਡਰ ਕਰਤਾ ਸੀਗਾ। ਨੈਕਸਟ ਇਜ਼ ਹੂ ਹੈਜ਼ ਰਿਟਨ ਦਾ ਨਾਵਲ ਅਨੰਤ ਮਾਤ। ਅਨੰਤ ਮਾਤ ਦਾ ਨਾਵਲ ਜਿਹੜਾ ਆ ਇਹ ਬੰਕਿਮ ਚੰਦਰ ਚੱਟੋਪਾਧਿਆਏ ਵੱਲੋਂ ਲਿਖਿਆ ਗਿਆ ਸੀਗਾ, ਠੀਕ ਹੈ, ਜਿਹਦੇ ਵਿੱਚ ਸੰਨਿਆਸੀ ਰਿਵੋਲਟ ਦੇ ਜਿਹੜੇ ਸੰਨਿਆਸੀ ਰਿਬੈਲੀਅਨ ਦੇ ਕਾਫੀ ਇਵੈਂਟਸ ਨੂੰ ਡਿਸਕਸ ਕੀਤਾ ਗਿਆ ਆ, ਠੀਕ ਹੈ। ਵੰਦੇ ਮਾਤਰਮ ਵੀ ਉਹਦੇ ਤੋਂ ਹੀ ਡਰਾਈਵ ਹੋਇਆ ਆ। ਨੈਕਸਟ ਇਜ਼ ਹੂ ਅਮੰਗ ਦਾ ਫੋਲੋਇੰਗ ਇਜ਼ ਫਾਲਸ, ਵਿਚ ਅਮੰਗ ਦਾ ਫੋਲੋਇੰਗ ਇਜ਼ ਫਾਲਸ ਅਬਾਊਟ ਬੈਟਲ ਆਫ ਵੰਡੀਵਾਸ਼। ਬੈਟਲ ਆਫ ਵੰਡੀਵਾਸ਼ ਬੇਸਿਕਲੀ ਇਹ ਤਮਿਲਨਾਡੂ ਦੇ ਕੋਲ ਹੀ ਮਤਲਬ 120 ਕਿਲੋਮੀਟਰ ਚੇਨਈ ਦੇ ਦੂਰ ਇੱਕ ਜਗ੍ਹਾ ਆ ਵੰਦੀਵਾਸ, ਠੀਕ ਹੈ, ਜਿਹਨੂੰ ਇੰਗਲਿਸ਼ ਪ੍ਰੋਨਾਊਂਸ ਨਹੀਂ ਸੀ ਕਰ ਪਾਉਂਦੇ ਤਾਂ ਵੈਂਡੀਵਾਸ਼ ਕਹਿ ਦਿੰਦੇ ਸੀਗੇ। ਸੋ ਇਹ ਥਰਡ ਕਾਰਨਾਟਿਕ ਵਾਰ ਸੀਗੀ, ਇਟ ਵਾਜ਼ ਵਨ ਬਾਈ ਇੰਗਲਿਸ਼, ਠੀਕ ਹੈ। ਇਹ ਫਰੈਂਚ ਤੇ ਇੰਗਲਿਸ਼ ਦੇ ਵਿੱਚ ਹੋਈ ਸੀ, ਜਿਹਦੇ ਵਿੱਚੋਂ ਇੰਗਲਿਸ਼ ਜਿੱਤ ਗਏ ਸੀਗੇ, ਠੀਕ ਹੈ। ਬੜੀ ਡਿਸਿਸਿਵ ਬੈਟਲ ਸੀਗੀ ਜਿਹੜੀ ਵੈਂਡੀਵਾਸ਼ ਯਾਨੀ ਕਿ ਉਹ ਤਮਿਲਨਾਡੂ ਦੇ ਕੋਲ ਹੋਈ ਸੀ 1760। ਇਹਦੇ ਵਿੱਚ ਇੰਗਲਿਸ਼ ਨੂੰ ਲੀਡ ਕੀਤਾ ਸੀ ਜਨਰਲ ਆਇਰਕੂਟ ਨੇ, ਠੀਕ ਹੈ, ਤੇ ਫਰਾਂਸ ਨੂੰ ਲੀਡ ਕੀਤਾ ਸੀ, ਫਰੈਂਚ ਆਰਮੀ ਨੂੰ ਲੀਡ ਕੀਤਾ ਸੀਗਾ ਕਾਉਂਟ ਡੀ ਲਾਲੀ ਨੇ, ਠੀਕ ਹੈ। ਲਾਲੀ ਸਾਊਂਡ ਟੂ ਵੀ ਪੰਜਾਬੀ ਬਟ ਇਹ ਹੈ ਅੰਗਰੇਜ਼ ਸੀ ਗੱਲ, ਠੀਕ ਹੈ। ਸੋ ਕਾਉਂਟ ਡੀ ਲਾਲੀ ਜਿਹੜਾ ਸੀ ਉਹਨੇ ਲੀਡ ਕੀਤਾ ਸੀ ਫਰੈਂਚ ਆਰਮੀ ਨੂੰ।
ਬਟ ਉਹ ਹਾਰ ਗਿਆ, ਠੀਕ ਹੈ। ਤੇ ਬੱਸੀ ਜਿਹੜਾ ਕਾਫੀ ਇਹਨਾਂ ਦਾ ਇੰਪੋਰਟੈਂਟ ਕਮਾਂਡਰ ਸੀਗਾ, ਹੀ ਵਾਜ਼ ਆਲਸੋ ਮੇਡ ਪ੍ਰਿਜ਼ਨਰ ਬਾਈ ਦਾ ਬ੍ਰਿਟਿਸ਼। ਟ੍ਰੀਟੀ ਆਫ ਪੈਰਿਸ, ਫ੍ਰੈਂਚ ਲੂਜ਼ all their factories to the English, so ਇਹ ਗਲਤ ਹੈ ਸਟੇਟਮੈਂਟ, ਠੀਕ ਹੈ। ਆਫਟਰ ਦਾ ਬੈਟਲ ਆਫ ਵਾਂਡੀਵਾਸ਼, ਫ੍ਰੈਂਚ ਕਨਫਾਈਨਡ themselves to small enclaves and to commerce, ਸੋ ਇਹ ਵੀ ਠੀਕ ਹੈ। ਸੋ ਇਹਦੇ ਵਿੱਚ ਸਾਨੂੰ ਉਹਨੇ ਫਾਲਸ ਸਟੇਟਮੈਂਟ ਜਿਹੜੀ ਹੈ ਉਹ ਪੁੱਛੀ ਹੈ, ਸੋ ਫਾਲਸ ਸਟੇਟਮੈਂਟ ਜਿਹੜੀ ਹੈ ਥਰਡ ਹੀ ਹੈ, ਯਾਨੀ ਕਿ ਸੀ। ਟ੍ਰੀਟੀ ਆਫ ਪੈਰਿਸ 1763, ਫ੍ਰੈਂਚ ਲੂਜ਼ਡ all ਫੈਕਟਰੀਜ਼ ਟੂ ਦਾ ਇੰਗਲਿਸ਼, ਸੋ ਇੱਦਾਂ ਦਾ ਕੁਛ ਨਹੀਂ ਸੀਗਾ, ਠੀਕ ਹੈ। ਸਮ ਆਫ ਦਾ ਫੈਕਟਰੀਜ਼ ਟੂ ਇੰਗਲਿਸ਼ ਜ਼ਰੂਰ ਆਏਗਾ। ਨੈਕਸਟ ਇਜ਼ ਲੀਡਰਸ ਤੇ ਸੈਂਟਰ, ਲੀਡਰਸ ਆਫ ਦਾ ਸੈਂਟਰ ਤੇ ਰਿਵੋਲਟ ਦਾ ਦੱਸਿਆ ਉਹਨਾਂ ਨੇ ਕਿ ਤਾਲਮੇਲ ਕਰੋ। ਸੋ ਨਾਨਾ ਸਾਹਿਬ ਕਾਨਪੁਰ ਤੋਂ ਲੀਡ ਕਰ ਰਹੇ ਸੀ, ਕੁੰਵਰ ਸਿੰਘ ਆਰਾ ਬਿਹਾਰ ਤੋਂ, ਠੀਕ ਹੈ। ਦੈਨ ਮੌਲਵੀ ਅਹਿਮਦੁੱਲਾ ਫੈਜ਼ਾਬਾਦ ਤੋਂ, ਖਾਨ ਬਹਾਦਰ ਰੇਲੀ ਤੋਂ। ਸੋ ਸਾਰੇ ਹੀ ਜਿਹੜੀਆਂ ਸਟੇਟਮੈਂਟਸ ਨੇ ਸਹੀ ਨੇ, ਸਾਰੇ ਮੈਚ ਪੇਅਰਸ ਜਿਹੜੇ ਨੇ ਕਰੈਕਟ ਨੇ। ਨੈਕਸਟ ਇਜ਼ ਪੇਪਰ ਤੇ ਜਰਨਲ ਤੇ ਉਹਨਾਂ ਦੇ ਫਾਊਂਡਰਸ ਜਾਂ ਐਡੀਟਰਸ ਦਾ ਜਿਹੜਾ ਮੈਚ ਦਾ ਪੇਅਰ ਆਪਾਂ ਫਾਊਂਡ ਕਰਨਾ ਆ। ਸੋ ਰਸਤ ਗੁਫਤਾਰ ਜਿਹੜਾ ਸੀਗਾ, ਇਟ ਵਾਜ਼ ਫਾਊਂਡਡ ਬਾਈ ਦਾਦਾ ਭਾਈ ਨਹਿਰੂ ਜੀ। ਅੰਮ੍ਰਿਤ ਬਾਜ਼ਾਰ ਪੱਤਰਿਕਾ ਸ਼ਿਸ਼ਿਰ ਕੁਮਾਰ ਘੋਸ਼ ਨੂੰ ABP ਵੀ ਆਪਾਂ ਕਹਿੰਦੇ ਹਾਂ, ਠੀਕ ਹੈ। ਨੈਕਸਟ ਇਜ਼ ABP ਨਿਊਜ਼, ਤੁਸੀਂ ਸੁਣਦੇ ਹੀ ਹੋਵੋਗੇ। ਇੰਡੀਅਨ ਮਿਰਰ ਬਾਈ ਦਵਿੰਦਰਨਾਥ ਟੈਗੋਰ ਐਂਡ ਯੁਗਾਂਤਰ ਬਾਈ ਬਰਿੰਦਰ ਕੁਮਾਰ ਘੋਸ਼। ਸੋ ਇਹਦਾ ਆਨਸਰ ਕੀ ਆਏਗਾ? 3, 1 ਐਂਡ 4 and 2, 3, 1, 4, 2, ठीक है। So the answer is B. Next is, who among the following leaders accompanied Mahatma Gandhi during Champaran Satyagraha? So ਜਿਹੜੇ ਦਿੱਤੇ ਗਏ ਹੋਏ ਪਰਸਨਸ ਨੇ, ਇਹਨਾਂ ਦੇ ਵਿੱਚੋਂ ਡਾਕਟਰ ਰਜਿੰਦਰ ਪ੍ਰਸਾਦ, JB ਕ੍ਰਿਪਲਾਨੀ ਐਂਡ ਨਰਹਰੀ ਪਾਰੇਖ ਹੀ ਸੀਗੇ ਜਿਹੜੇ ਇਹਨਾਂ ਦੇ ਨਾਲ ਸੀਗੇ। ਅਦਰਵਾਈਜ਼ ਹੋਰ ਵੀ ਲੀਡਰ ਸੀਗੇ, ਬਟ ਇਹ ਜਿਹੜੇ ਦਿੱਤੇ ਗਈਆਂ ਆਪਸ਼ਨਸ ਨੇ ਇਹਦੇ ਵਿੱਚੋਂ 1, 2 ਐਂਡ 4 ਹੀ ਆਏਗਾ। ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ C. Next is, who among the following wrote the book Philosophy of Bomb? So Philosophy of Bomb ਜਿਹੜੀ ਹੈ, it is written by Bhagwati Charan Vora. Right answer is option B. Next is, choose the wrong statement. Mahatma Gandhi attended first round table conference on behalf of Congress party. So ਤੁਹਾਨੂੰ ਪਤਾ ਹੀ ਹੋਏਗਾ ਮਹਾਤਮਾ ਗਾਂਧੀ ਨੇ first RTC ਅਟੈਂਡ ਨਹੀਂ ਕੀਤੀ ਸੀ। ਸੋ ਇਹਦੇ ਵਿੱਚ ਰੋਂਗ ਸਟੇਟਮੈਂਟਸ ਆਪਾਂ ਫਾਈਂਡ ਕਰਨੀਆਂ। ਦੈਟ ਮੀਨਸ ਕਿ ਫਰਸਟ ਤੇ ਇਹ ਹੋ ਗਈ। ਸੈਕਿੰਡ ਹੈ ਕਿ ਸਿਵਲ ਡਿਸਓਬੀਡੀਐਂਸ ਮੂਵਮੈਂਟ ਵਾਜ਼ ਵਿਦਡਰੋਨ ਇਮੀਡੀਏਟਲੀ ਆਫਟਰ ਦਾ ਸਾਈਨਿੰਗ ਆਫ ਗਾਂਧੀ ਇਰਵਿਨ ਪੈਕਟ 1931। ਸੋ ਇੱਦਾਂ ਵੀ ਕੁਛ ਨਹੀਂ ਹੋਇਆ ਸੀਗਾ, ਠੀਕ ਹੈ, ਕਿਉਂਕਿ ਇਹਨਾਂ ਨੇ ਆਪਣੀਆਂ ਕੁਝ ਡਿਮਾਂਡਸ ਰੱਖੀਆਂ ਸੀ ਜਿਹੜੀਆਂ ਕਿ ਲਾਰਡ ਇਰਵਿਨ ਨੇ ਅਸੈਪਟ ਨਹੀਂ ਕੀਤੀਆਂ, ਜਿਹਦੇ ਕਰਕੇ ਇਹਨੂੰ ਵਿਦਡਰੋ ਨਹੀਂ ਕੀਤਾ ਗਿਆ ਸੀ। ਨੈਕਸਟ ਹੈਗਾ ਵਾਇਸਰੋਏ ਇਰਵਿਨ ਟਰਨ ਡਾਊਨ ਗਾਂਧੀ ਜੀਜ਼ ਡਿਮਾਂਡ ਟੂ ਕਮਿਊਟ ਦ ਡੈਥ ਸੈਂਟੈਂਸ ਆਫ ਭਗਤ ਸਿੰਘ ਐਂਡ ਕਾਮਰੇਡਸ ਟੂ ਲਾਈਫ ਸੈਂਟੈਂਸ, ਠੀਕ ਹੈ। ਸੋ ਇਹ ਬਿਲਕੁਲ ਠੀਕ ਹੈ, ਬਟ ਆਪਾਂ ਕੀ ਹੈ ਰੋਂਗ ਫਾਈਂਡ ਕਰਨੀ ਹੈ। ਨੈਕਸਟ ਹੈਗੀ ਇਨ ਮਾਰਚ 31 ਸਪੈਸ਼ਲ ਸੈਸ਼ਨ ਆਫ ਕਾਂਗਰਸ ਵਾਜ਼ ਹੈਲਡ ਇਟ ਕਰਾਚੀ, ਜਿਹਨੂੰ ਆਪਾਂ ਕਰਾਚੀ ਸੈਸ਼ਨ ਦੇ ਨਾਮ ਨਾਲ ਵੀ ਜਾਣਦੇ ਹਾਂ, ਜਿੱਥੇ ਗਾਂਧੀ ਇਰਵਿਨ ਪੈਕਟ ਵਾਜ਼ ਇੰਡੋਰਸ। ਸੋ ਇਹ ਦੋਵੇਂ ਹੀ ਸਟੇਟਮੈਂਟ ਠੀਕ ਹੈ, ਠੀਕ ਹੈ। ਜਦੋਂ ਇਹ ਕਰਾਚੀ ਸੈਸ਼ਨ ਦੇ ਵਿੱਚ ਇੱਕ ਹੋਰ ਕੁਐਸਚਨ ਜਿਹੜਾ ਪੁੱਛਦੇ ਹੁੰਦੇ ਆ, ਇਹਦੇ ਵਿੱਚ ਫੰਡਾਮੈਂਟਲ ਰਾਈਟਸ ਐਂਡ ਇਕਨੋਮਿਕ ਪੋਲਿਸੀ, ਠੀਕ ਹੈ, ਸੋ ਇਹ ਅਡੋਪਟ ਕੀਤੇ ਗਏ ਸੀਗੇ। ਸੋ ਇਹਦੇ ਵਿੱਚ ਆਪਾਂ ਨੇ ਰੋਂਗ ਸਟੇਟਮੈਂਟ ਹੀ ਫਾਈਂਡ ਕਰਨੀ ਹੈ। ਸੋ ਫਰਸਟ ਤੇ 2 ਹੀ ਰੋਂਗ ਹੈ, 1 ਐਂਡ 2, ਸੋ ਆਨਸਰ ਇਜ਼ B। ਬਾਕੀ ਦੋਨੋਂ ਸਟੇਟਮੈਂਟ ਸਹੀ ਹੈ। ਨੈਕਸਟ ਇਜ਼, ਹੂ ਅਮੰਗ ਦਾ ਫੋਲੋਇੰਗ ਨੈਵਰ ਬਿਕੇਮ ਦਾ ਪ੍ਰੈਜ਼ੀਡੈਂਟ ਆਫ INC? ਸੋ ਆਊਟ ਆਫ ਦਾ ਗਿਵਨ ਆਪਸ਼ਨ, ਬਾਲ ਗੰਗਾਧਰ ਤਿਲਕ ਨੈਵਰ ਬਿਕੇਮ ਦਾ ਪ੍ਰੈਜ਼ੀਡੈਂਟ ਆਫ INC। ਨੈਕਸਟ ਇਜ਼, ਹੂ ਅਮੰਗ ਦਾ ਫੋਲੋਇੰਗ ਵਰ ਟਰਾਈਡ ਇਨ ਫਰਸਟ INA, that is Indian National Army trials at Red Fort Delhi in 1945। ਸੋ ਇਹਦੇ ਵਿੱਚ ਤੁਹਾਡੇ ਆਣਗੇ ਪ੍ਰੇਮ ਕੁਮਾਰ ਸਹਿਗਲ, ਠੀਕ ਹੈ, ਸ਼ਾਹ ਨਵਾਜ਼ ਖਾਨ, ਦੈਨ ਗੁਰਬਖਸ਼ ਸਿੰਘ ਢਿੱਲੋਂ। ਮਤਲਬ ਇੱਕ ਇਹਦੇ ਵਿੱਚ ਤੁਸੀਂ ਇੱਦਾਂ ਯਾਦ ਰੱਖ ਸਕਦੇ ਹੋ, ਇੱਕ ਹਿੰਦੂ ਸੀ, ਇੱਕ ਮੁਸਲਿਮ ਸੀਗੇ, ਇੱਕ ਸਿੱਖ ਸੀ, ਕਿਉਂਕਿ ਇਹਦੇ ਇੱਕ ਉਹ ਵੀ ਬੜਾ ਫੇਮਸ ਹੋਇਆ ਸੀਗਾ, ਹਿੰਦੁਸਤਾਨ ਕੀ ਏਕ ਆਵਾਜ਼ ਸਹਿਗਲ ਢਿੱਲੋਂ ਸ਼ਾਹ ਨਵਾਜ਼, ਠੀਕ ਹੈ। ਹਿੰਦੁਸਤਾਨ ਕੀ ਏਕ ਆਵਾਜ਼ ਸਹਿਗਲ ਢਿੱਲੋਂ ਸ਼ਾਹ ਨਵਾਜ਼। ਜਦੋਂ ਟਰਾਇਲਸ ਹੋ ਰਹੇ ਸੀ ਤੇ ਬਾਹਰ ਲੋਕੀ ਜਿਹੜੇ ਸੀ ਇਹ ਨਾਰਾ ਮਾਰ ਰਹੇ ਸੀ। ਸੋ ਇਹਦਾ ਆਨਸਰ ਆਏਗਾ 2, 4 ਐਂਡ 5, C ਆਪਸ਼ਨ, ਰਾਈਟ। ਨੈਕਸਟ ਇਜ਼, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਟਰੂ ਅਬਾਊਟ ਭਗਤ ਸਿੰਘ? ਸੋ ਇਹਦੇ ਵਿੱਚ ਆਪਾਂ ਰੋਂਗ ਸਟੇਟਮੈਂਟ ਫਾਈਂਡ ਕਰਨੀ ਹੈ। ਸੋ ਫਸਟ ਸਟੇਟਮੈਂਟ ਹੈਗੀ ਹੈ, ਹੀ ਵਾਜ਼ ਬੋਰਨ ਇਨ ਸੰਧੂ ਜੱਟ ਫੈਮਿਲੀ 1907 ਐਂਡ ਸਟੱਡੀਡ ਐਟ DAV ਸਕੂਲ ਇਨ ਲਾਹੌਰ, ਠੀਕ ਹੈ, ਦਾਨਾ ਐਂਗਲੋ ਵੈਦਿਕ ਸਕੂਲ ਇਨ ਲਾਹੌਰ। ਸੋ ਇਹ ਸਟੇਟਮੈਂਟ ਠੀਕ ਹੈ। ਹੀ ਫਾਊਂਡਡ ਪੰਜਾਬ ਨੌਜਵਾਨ ਸਭਾ ਇਨ 1926 ਐਂਡ ਵਾਜ਼ ਹਿਮਸੈਲਫ ਦ ਸੈਕਟਰੀ। ਸੋ ਇਹ ਵੀ ਸਟੇਟਮੈਂਟ ਸਹੀ ਹੈ। ਨੈਕਸਟ ਇਜ਼, ਹੀ ਅਸੈਸੀਨੇਟਡ ਸੁਪਰਿੰਟੈਂਡੈਂਟ ਆਫ ਪੁਲਿਸ ਮਿਸਟਰ ਸਕॉट in 1928। ਸੋ ਇਹ ਗਲਤ ਹੈ, ਠੀਕ ਹੈ। ਉਹਨਾਂ ਨੇ ਗਲਤੀ ਦੇ ਨਾਲ ਜਿਹੜਾ ਸੀਗਾ ਸੌਂਡਰਸ ਨੂੰ ਮਾਰ ਦਿੱਤਾ ਸੀਗਾ।
right, not Scott. He threw bombs in CLA, that is Central Legislative Assembly, against passage of Government of India Act 1935. So ये भी statement गलत है क्योंकि along with Batkeshwar Dutt, Bhagat Singh threw a bomb in Central Legislative Assembly against the passage of Trade Dispute Act, ठीक है, and Public Safety Act. Public Safety Act ਤੇ Trade Dispute Bill ਜਿਹੜਾ ਉਸ ਟਾਈਮ ਤੇ ਮਤਲਬ ਉਹਦੇ 'ਤੇ ਡਿਸਕਸ਼ਨ ਹੋ ਰਹੀ ਸੀਗੇ, ਉਹਦੇ ਨਾਲ ਕੀ ਸੀਗਾ, ਮੇਨਲੀ ਜੋ ਸਿਵਲ ਲਿਬਰਟੀ ਸੀਗੀਆਂ ਇੰਡੀਅਨਸ ਦੀਆਂ ਉਹ ਰਿਡਿਊਸ ਹੋ ਜਾਣੀਆਂ ਸੀ ਜਦੋਂ ਇਹਨਾਂ ਨੇ ਬੰਬ ਸੁੱਟਿਆ। ਸੋ ਇਹਦੇ ਵਿੱਚ ਨੋਟ ਟਰੂ ਸਟੇਟਮੈਂਟ ਜਿਹੜੀਆਂ ਨੇ ਉਹ 3 ਤੇ 4 ਨੇ। ਸੋ ਰਾਈਟ ਆਨਸਰ ਇਜ਼ ਆਪਸ਼ਨ ਬੀ। Next is which of the following statement about Jallianwala Bagh massacre are or is correct? General Dyer was the Lieutenant Governor of Punjab. So General Dyer was not Lieutenant Governor. Lieutenant Governor was Michael Adwyer. ठीक है, statement ਜਿਹੜੀ ਹੈ ਉਲਟੀ ਲਿਖੀ ਹੋਈ ਹੈ ਕਿਉਂਕਿ Michael Adwyer ਜਿਹੜਾ Lieutenant Governor ਸੀਗਾ ਔਰ General Dyer was the person who ordered police firing on unarmed crowd. ਠੀਕ ਹੈ, ਉਹਨੇ ਮਤਲਬ ਆਰਡਰ ਦਿੱਤਾ ਸੀਗਾ ਕਿ ਇਹਨਾਂ ਤੇ ਗੋਲੀਆਂ ਚਲਾ ਦਿਓ। ਸੋ ਉਲਟੀ ਸਟੇਟਮੈਂਟ ਲਿਖੀ ਹੈ ਦੋਨੋਂ, ਫਰਸਟ ਤੇ ਥਰਡ। ਹੁਣ ਉਹਨੇ ਕਰੈਕਟ ਸਟੇਟਮੈਂਟ ਫਾਈਂਡ ਕਰਨ ਵਾਸਤੇ ਕਹੀ ਹੈ। ਇਹ ਮਾਈਕਲ ਅਡਵਾਇਰ ਉਹੀ ਸੀਗਾ ਲੈਫਟੀਨੈਂਟ ਗਵਰਨਰ ਪੰਜਾਬ ਦਾ ਜਿਹਨੂੰ 1940 ਦੇ ਵਿੱਚ ਜਾ ਕੇ ਊਧਮ ਸਿੰਘ ਨੇ ਮਾਰਿਆ ਸੀਗਾ। ਠੀਕ ਹੈ, ਨੈਕਸਟ ਹੈਗਾ ਵਿਕਟਿਮਸ ਗੈਦਰਡ ਇਨ ਬਾਗ ਔਰ ਗਾਰਡਨ ਟੂ ਪ੍ਰੋਟੈਸਟ ਅਗੇਂਸਟ ਦਾ ਅਰੈਸਟ ਐਂਡ ਡਿਪੋਰਟੇਸ਼ਨ ਆਫ देयर पॉपुलर लीडर्स दैट इज डॉक्टर सत्यपाल एंड डॉक्टर किचलू। ठीक है, सो ये स्टेटमेंट सही है। रविंद्रनाथ टैगोर रिनाउंस्ड हिज नाइटहुड इन द प्रोटेस्ट ऑफ किलिंग। सो ये भी बिल्कुल ठीक है। सो 2 and 4 सही है, सही ही उन्होंने सानू फाउंड करने वास्ते कही ने। सो द आंसर इज ऑप्शन सी। नेक्स्ट इज गांधी जी सेंट एन 11-point अल्टीमेटम टू लॉर्ड इरविन बिफोर स्टार्टिंग द सिविल डिसोबीडियंस मूवमेंट। ठीक है, सो इन्होंने विचों उन्होंने पूछा है कि विच वन ऑफ द फॉलोइंग वाज नॉट इंक्लूडेड इन 11-point अल्टीमेटम। सो अल्टीमेटम दे विच किहड़ियां चीज़ां नहीं। सो फर्स्ट है कि 50% रिडक्शन इन लैंड रेवेन्यू एंड एबोलिशन ऑफ सॉल्ट टैक्स एंड गवर्नमेंट ऑफ सॉल्ट मोनोपली। सो ये भी सीगा 50% कट इन मिलिट्री एक्सपेंडिचर एंड एक्सपेंडिचर ऑन सिविल एडमिनिस्ट्रेशन। ये भी सीगा प्रोहिबिशन ऑफ काउ स्लॉटर एंड यूज ऑफ खादी। सो ये गलत है, ये नहीं सीगा। रिलीज ऑफ ऑल पोलिटिकल बिजनेस, ये भी सीगा। सो द आंसर इज सी क्योंकि इन्होंने पूछा है कि किहड़ी नहीं सी इहदे विचों। सो 11 पॉइंट दे विच की सीगा मैं इहदे विच लिख दिता है, तुसीं एक बारी देख लो कि इहदे विच उन्होंने कहा सी प्रोहिबिट इंटॉक्सिकेंट्स, चेंज द रेशो बिटवीन रुपी एंड sterling, reduce the rate of land revenue, abolition of salt tax, reduce military expenditure, reduce expenditure on civil administration, impose custom duties on foreign clothes, accept the postal reservation bill, abolish CID department, release all political prisoners and issue licenses of arms to citizens for self protection। ठीक है, सो गांधी जी ने कहा सीगा कि अगर ये 11 पॉइंट्स मेरे इग्नोर किए तो फिर मेरे को होर कोई रस्ता नहीं है सिविल डिसोबीडियंस तो इलावा। तो फिर दांडी मार्च के नाल स्टार्ट कर दिता सी उन्होंने, राइट, जिस तो बाद विच उन्होंने सॉल्ट लॉ ब्रेक किया 1930 दे विच। ठीक है जी, सो उन्होंने कहा सी मैं ब्रैड मंगी है तो मैंने स्टोन्स मिले है बदले दे विच, गांधी जी ने इस तो बाद किया सी। नैक्सट है विच ऑफ द फॉलोइंग पेयर इज करैक्टली मैच। सो सुरेंद्र नाथ बैनर्जी होम रूल मूवमेंट। सो ये तो गलत है ना, होम रूल मूवमेंट के नाल जुड़े है वो बाल गंगाधर तिलक ते एनी बेसेंट रिलेटेड ने। लाला हरदयाल ऑर्गेनाइज्ड इंडियन नेशनल आर्मी इन यूरोप फॉर इंडियाज फ्रीडम। सो ये भी गलत है। ठीक है, सुभाष चंद्र बोस जी एसोसिएटेड ने। राजा राधाकांत देव अपोज द एबोलिशन ऑफ प्रैक्टिस ऑफ सती। सो जो सती जी इन्होंने लॉर्ड विलियम बेंटिक ने बिल लिया के राजा राम मोहन रॉय की असिस्टेंस के नाल, ठीक है, उन्होंने अबॉलिश करने की कोशिश की तो इन्होंने अपोज किया सी राजा राधाकांत देव ने। ये कहते थे कि तुसीं साडे रिचुअल्स नूं क्यों दबा रहे हो। नैक्सट इज, सो एक करैक्टली मैच है। नैक्सट इज सर सैयद अहमद खान फाउंडेड मुस्लिम लीग इन 1906। सो एक गलत है। आगा खान वॉज एसोसिएटेड, ठीक है, या सलीमुल्ला भी होंदा था, वो भी एसोसिएटेड होंदा, बट तिने ही ऑप्शन गलत है, सिर्फ थर्ड ऑप्शन जी है करैक्ट है। सो द राइट आंसर इज ऑप्शन डी। नैक्सट इज अगेन मैच द लिस्ट है भगत सिंह। सो ये कुछ मतलब केसेस ने और पूछा गया कि कौन किहदे नाल एसोसिएटेड है। सो भगत सिंह वॉज एसोसिएटेड विद लाहौर कॉन्सपीरेसी केस जिहदी फाइल खुलण तो बाद इन्हां नूं फांसी की सज़ा हुई। लक्ष्मी सहगल जिहड़े सीगे ये इंडियन नैशनल आर्मी दे नाल रिलेटेड सीगे, ठीक है, इन्हां दे नाम दे उत्ते एक वो भी इन्हां ने जिहड़ा एस्टैबलिश कीती सी बाद विच कि उन्होंने कहते होंगे, मैं नाम भुल गई, जो ग्रुप होंगे आर्मी का जिन्होंने लीड करीदा। नैक्सट इज राम प्रसाद बिस्मिल वॉज एसोसिएटेड विद काकोरी कॉन्सपीरेसी केस, ठीक है, एंड सूर्य सेन वॉज एसोसिएटेड विद चिट्टागोंग आर्मी रेड। सो भगत सिंह लाहौर कॉन्सपीरेसी केस, लक्ष्मी सहगल INA, राम प्रसाद बिस्मिल काकोरी
case, and Surya Sen Chittagong army raid. So right answer is 4, 3, 2, 1. So the right answer here is option D. Next is which of the following began with the Dandi March ਦੇ ਨਾਲ civil disobedience movement ਹੁਣੇ ਆਪਾਂ ਪੜਿਆ ਆ ਸਟਾਰਟ ਹੋਈ ਸੀਗੀ। ਗਦਰ ਕੀ ਸੀਗਾ? It was a revolutionary association of Indians with headquarters at Saint Francisco, ਲਾਲਾ ਹਰਦਿਆਲ ਜੀ ਦੇ ਚੀਫ ਸੀਗੇ। Next is who among the following used the phrase un-British to criticize the English colonial control of India? So ਘੁਮਾ ਕੇ question ਪੁੱਛਦੇ ਆ but answer ਉਹੀ ਰਹੇਗਾ ਦਾਦਾ ਭਾਈ ਨਹਿਰੂ ਜੀ। Next is consider the following statements। ਸੋ ਇਹਦੇ ਵਿੱਚੋਂ ਆਪਾਂ ਸਟੇਟਮੈਂਟ ਜਿਹੜੀ ਹੈ ਕਰੈਕਟ ਫਾਈਂਡ ਕਰਨੀ ਹੈ। ਪਹਿਲੀ ਸਟੇਟਮੈਂਟ ਹੈਗੀ ਹੈ ਰੋਬਰਟ ਕਲਾਈਵ ਵਾਸ ਦ ਫਰਸਟ ਗਵਰਨਰ ਜਨਰਲ ਆਫ ਬੰਗਾਲ। ਸੋ ਇਹ ਗਲਤ ਹੈ। ਫਰਸਟ ਗਵਰਨਰ ਜਨਰਲ ਆਫ ਬੰਗਾਲ ਜਿਹੜਾ ਸੀ ਹੀ ਵਾਸ ਵੈਰਨ ਹੇਸਟਿੰਗਸ। ਠੀਕ ਹੈ ਜੀ। Next is William Bentinck became the first Governor General of India in 1833. So a statement सही है। So only 2 is correct. Answer is B. Next is consider the following statements. Lord Mountbatten was viceroy when Shimla conference took place. So ਜਦੋਂ ਸ਼ਿਮਲਾ ਕਾਨਫਰੰਸ ਹੋਈ ਸੀਗੀ ਤਾਂ ਵੇਵਲ ਪਲਾਨ ਸਾਹਮਣੇ ਆਇਆ ਸੀਗਾ। ਠੀਕ ਹੈ। ਸੋ ਇੱਥੋਂ ਹੀ ਯਾਦ ਰੱਖ ਲਿਓ ਕਿ ਜਦੋਂ ਸ਼ਿਮਲਾ ਕਾਨਫਰੰਸ ਹੋਈ ਸੀਗੀ ਤੇ ਲਾਰਡ ਵੇਵਲ ਜਿਹੜਾ ਸੀਗਾ ਹੀ ਵਾਸ ਦਾ ਵਾਇਸਰਾਏ। ਸੋ ਇਹ ਸਟੇਟਮੈਂਟ ਗਲਤ ਹੋ ਗਈ। ਆਪਾਂ ਕਰੈਕਟ ਫਾਈਂਡ ਕਰਨੀ ਹੈ। ਇੰਡੀਅਨ ਨੇਵੀ ਰਿਵੋਲਟ 1946 ਜਿਹਦੇ ਵਿੱਚ ਜਿਹਦੀ ਆਪਾਂ ਗੱਲ ਕੀਤੀ ਸੀ ਹੁਣੇ ਉੱਪਰ ਸੈਗਲ ਢਿੱਲੋਂ ਸ਼ਾਹ ਨਵਾਜ਼ ਹਿੰਦੁਸਤਾਨ ਕੀ ਇੱਕ ਆਵਾਜ਼। ਇਟ ਟੁਕ ਪਲੇਸ ਵੈਨ ਦ ਇੰਡੀਅਨ ਸੇਲਰਸ ਇਨ ਰਾਇਲ ਇੰਡੀਅਨ ਨੇਵੀ ਐਟ ਬੰਬੇ ਐਂਡ ਕਰਾਚੀ ਰੋਜ਼ ਅਗੇਂਸਟ ਦ ਗਵਰਨਮੈਂਟ। ਸੋ ਇਹ ਬਿਲਕੁਲ ਸਹੀ ਹੈ। ਓਨਲੀ ਬੀ ਇਜ਼ ਕਰੈਕਟ। ਕੁਇਟ ਇੰਡੀਆ ਮੂਵਮੈਂਟ ਵਾਜ਼ ਲਾਂਚਡ ਇਨ ਰਿਸਪੌਂਸ ਟੂ ਕੁਇਟ ਇੰਡੀਆ ਮੂਵਮੈਂਟ ਜਿਹੜੀ ਹੈ ਕ੍ਰਿਪਸ ਪ੍ਰਪੋਜ਼ਲ ਦੇ ਆਉਣ ਤੋਂ ਬਾਅਦ 1942 ਦੇ ਵਿੱਚ ਲਾਂਚ ਕੀਤੀ ਗਈ ਸੀ ਕਿਉਂਕਿ ਕ੍ਰਿਪਸ ਪ੍ਰਪੋਜ਼ਲ ਜਿਹੜਾ ਸੀਗਾ ਉਹਦੇ 'ਚ ਮੇਨਲੀ ਇੰਡੀਅਨ ਡੋਮੀਨੀਅਨ ਦੀ ਗੱਲ ਕੀਤੀ ਗਈ ਸੀਗੀ, ਪੂਰਨ ਸਵਰਾਜ ਦੀ ਨਹੀਂ। ਨੈਕਸਟ ਇਜ਼ ਰੋਲੈਟ ਐਕਟ ਏਮਡ ਐਟ। ਸੋ ਰੋਲੈਟ ਐਕਟ ਦੇ ਵਿੱਚ ਕੀ ਸੀਗਾ ਆਪਾਂ ਉੱਪਰ ਵੀ ਪੜ੍ਹਿਆ ਸੀਗਾ ਕਿ ਇਹਦੇ ਵਿੱਚ ਵਿਦਾਊਟ ਟਰਾਇਲ ਜਿਹੜਾ ਹੈ ਇੰਪ੍ਰਿਜ਼ਨਮੈਂਟ ਹੋ ਸਕਦੀ ਹੈ ਐਂਡ ਸਮਰੀ ਪ੍ਰੋਸੀਜਰਸ ਫॉर ਟਰਾਇਲ। Next is Swadeshi and boycott were adopted as a method of struggle for the first time during, so they were adopted during agitation against partition of Bengal. Next is for his unique courage and fighting qualities, who earned the affectionate honorific of Bagh or Tiger. So ਇਹ ਬਾਗ ਜਤਿਨ ਤੁਸੀਂ ਸੁਣਿਆ ਹੋਏਗਾ ਹਿਸਟਰੀ ਦੇ ਵਿੱਚ ਮੇ ਵੀ ਪੜ੍ਹਿਆ ਵੀ ਹੋਵੇ। 1906 ਦੇ ਵਿੱਚ ਇਹਨਾਂ ਨੇ ਇੱਕ ਟਾਈਗਰ ਨੂੰ ਜਿਹੜਾ ਆ 3 ਘੰਟਿਆਂ ਦੀ ਫਾਈਟ ਤੋਂ ਬਾਅਦ ਮਾਰ ਦਿੱਤਾ ਸੀਗਾ। ਸੋ ਜਿਹਦੇ ਕਰਕੇ ਇਹਨਾਂ ਨੂੰ ਬਾਗ ਜਤਿਨ ਵੀ ਕਿਹਾ ਜਾਂਦਾ ਹੈ। ਜਤਿੰਦਰ ਨਾਥ ਮੁਖਰਜੀ ਜਿਹੜੇ ਆ ਇਹਨਾਂ ਦਾ ਬੰਗਾਲ ਤੋਂ ਸੀਗੇ। ਠੀਕ ਹੈ, ਫਰੀडम फाइटर। Next is who among the following founded Theosophical Society in USA? So ਇਹ ਮੈਡਮ ਬਲਾਵਸਕੀ ਐਂਡ ਔਲਕੋਟ ਵੱਲੋਂ ਜਿਹੜੀ ਹੈ ਫਾਊਂਡ ਹੋਈ ਸੀਗੀ Theosophical Society in USA। ਇੰਡੀਆ ਦੇ ਵਿੱਚ ਇਹਦੇ ਹੈਡਕੁਆਟਰ ਅਦਾਇਰ ਮਦਰਾਸ ਦੇ ਵਿੱਚ ਸੀਗੇ। ਨੈਕਸਟ ਇਜ਼ ਬੈਟਲ ਆਫ ਵੈਂਦੀਵਾਸ਼ ਆਪਾਂ ਉੱਪਰ ਵੀ ਪੜ੍ਹਿਆ ਸੀਗਾ। ਸੋ ਇਟ ਵਾਸ ਬਿਟਵੀਨ ਇੰਗਲਿਸ਼ ਐਂਡ ਫ੍ਰੈਂਚ। ਇੰਗਲਿਸ਼ ਨੂੰ ਲੀਡ ਕੀਤਾ ਸੀ ਆਇਰਕੂਟ ਨੇ ਐਂਡ ਫ੍ਰੈਂਚ ਨੂੰ ਕਾਉਂਟ ਡੀ ਲਾਲੀ ਨੇ। ਨੈਕਸਟ ਇਜ਼ ਵਟ ਵਾਸ ਦ ਰੀਜ਼ਨ ਫॉर ਮਹਾਤਮਾ ਗਾਂਧੀ ਟੂ ਆਰਗੇਨਾਈਜ਼ ਅ ਸੱਤਿਆਗ੍ਰਹਿ ਔਨ ਬਿਹਾਫ ਆਫ ਪੇਜ਼ੈਂਟਸ ਆਫ ਖੇੜਾ। ਸੋ ਇਹਦਾ ਇੱਕੋ ਹੀ ਮੇਨ ਸੀਗਾ ਕਿ ਜਿਹੜਾ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਸੀਗਾ ਉਹਨੇ ਲੈਂਡ ਰੈਵਨਿਊ ਨੂੰ ਸਸਪੈਂਡ ਨਹੀਂ ਕੀਤਾ ਸੀਗਾ ਇਨ ਸਪਾਈਟ ਆਫ ਡਰੌਟ ਇਨ ਦ ਰੀਜਨ। ਠੀਕ ਹੈ, ਸੋ ਇਸ ਕਰਕੇ ਖੇੜਾ ਸੱਤਿਆਗ੍ਰਹਿ ਆਰਗੇਨਾਈਜ਼ ਕੀਤਾ ਗਿਆ ਸੀ ਪੈਜ਼ੈਂਟਸ ਵੱਲੋਂ। The administration proposed to introduce permanent settlement in Gujarat. So, a statement galat hai. Only one statement is correct. Next is question 56. During the freedom struggle, Aruna Asaf Ali. Aruna Asaf Ali was a major women organizer. Underground activities, मतलब ਜਿਹੜੀ underground activities ਹੁੰਦੀਆਂ ਸੀਗੀਆਂ। So, Aruna Asaf Ali ਨੇ quit India movement ਦੇ ਦੌਰਾਨ ਉਹ activities ਵਿੱਚ participate ਕੀਤਾ। Aruna Asaf Ali ਨੂੰ grand old lady of independence struggle ਵੀ ਕਿਹਾ ਜਾਂਦਾ ਆ। ਠੀਕ ਹੈ, grand old lady of independence struggle, and she was the first who unfurled Indian flag in Gwalior Trench in 1942. Next is which one of the following aroused a wave of popular indignation that led to the massacre by British at Jallianwala Bagh? So main reason ਉਹਦਾ ਕੀ ਸੀਗਾ? Rowlatt Act ਦਾ ਪਾਸ ਹੋਣਾ। Next is what was Komagato Maru? So Komagato Maru ਕੀ ਸੀਗਾ? It was a naval ship on voyage to Canada। ठीक है, जैपनीज शिप ਸੀਗਾ। नेक्स्ट इज हु कॉइंड द टर्म यूनाइटेड नेशन? यूनाइटेड नेशन टर्म ਜਿਹੜੀ ਸੀਗੀ इट वाज कॉइंड बाय फ्रैंकलिन डी रूजवेल्ट। नेक्स्ट इज which of the following is the latest of 193rd member of United Nation is South Sudan? Next is Kunwar Singh. He was the leader of revolt of 1857 and so he was from Bihar। ठीक है, ਨੈਕਸਟ ਇਜ਼ ਓਲਡੈਸਟ ਰੈਵੋਲੂਸ਼ਨਰੀ ਵੀ ਇਹਨਾਂ ਨੂੰ ਕਿਹਾ ਜਾਂਦਾ ਆ। ਨੈਕਸਟ ਇਜ਼ ਦਸਤਕ ਸਿਸਟਮ। ਦਸਤਕ ਸਿਸਟਮ ਜਿਹੜਾ ਬ੍ਰਿਟਿਸ਼ ਗਵਰਨਮੈਂਟ ਨੇ ਅਡਾਪਟ ਕੀਤਾ ਸੀਗਾ ਔਨ ਦ ਇਨੀਸ਼ੀਅਲ ਸਟੇਜਸ ਆਫ ਦੇਅਰ ਐਕਸਪੈਂਸ਼ਨ ਇਨ ਇੰਡੀਆ। ਇਟ ਵਾਸ ਰਿਲੇਟਡ ਟੂ ਟ੍ਰੇਡ ਪ੍ਰਿਵਿਲੇजेस ਐਂਡ ਕੰਸੈਸ਼ਨਸ।
So the answer is D. Next is, who among the following was French explorer who visited the court of Emperor Shah Jahan and left a detailed account of Takhte Tauz? So Takhte Tauz या Peacock Throne ਜਿਹੜਾ ਹੈ ਉਹਦੇ ਬਾਰੇ ਵੀ ਪੂਰਾ ਲਿਖਿਆ, ਔਰ French explorer ਜਿਹੜੇ ਸ਼ਾਹਜਹਾਨ ਦਾ ਕੋਰਟ ਜਿਹਨੇ ਵਿਜ਼ਿਟ ਕੀਤਾ ਸੀ was Jean Baptiste Tavernier. Next is, who among the following is popularly known as firebrand of South India? So firebrand of South India ਜਿਹੜਾ ਹੈ ਇਹਦੇ ਵਿੱਚ S ਸਤਿਆਮੂਰਤੀ ਨੂੰ ਕਿਹਾ ਜਾਂਦਾ ਹੈ। ਇਹ ਬਹੁਤ ਹੀ ਪੋਪੂਲਰ ਇੰਡੀਅਨ ਪੋਲੀਟੀਸ਼ੀਅਨ ਸੀਗੇ ਮद्रास ਪ੍ਰੈਜ਼ੀਡੈਂਸੀ ਤੋਂ, ਔਰ ਇਹਨਾਂ ਨੇ ਮਤਲਬ ਜਿਹੜਾ ਸਵਦੇਸ਼ੀ ਮੂਵਮੈਂਟ ਹੋਈ ਹੈ, ਠੀਕ ਹੈ, ਬੰਗਾਲ ਦਾ ਪਾਰਟੀਸ਼ਨ ਜਿਹੜਾ ਉਸ ਟਾਈਮ ਤੇ ਹੋਈ ਹੈ, ਫਿਰ ਉਸ ਤੋਂ ਬਾਅਦ ਰੌਲਟ ਐਕਟ ਦੀ ਸਾਈਮਨ ਕਮਿਸ਼ਨ ਦੇ ਟਾਈਮ ਤੇ ਕਾਫੀ ਐਕਟਿਵ ਪਾਰਟੀਸਿਪੇਸ਼ਨ ਇਹਨਾਂ ਦਾ ਰਿਹਾ ਆ, ਇਸ ਲਈ ਇਹਨਾਂ ਨੂੰ ਫਾਇਰ ਬ੍ਰਾਂਡ ਆਫ ਸਾਊਥ ਇੰਡੀਆ ਬੋਲਦੇ ਆ। ਨੈਕਸਟ ਇਜ਼, ਕੰਸੀਡਰ ਦ ਫੋਲੋਇੰਗ ਸਟੇਟਮੈਂਟ, ਬਾਈ ਪਿਟਸ ਇੰਡੀਆ ਐਕਟ ਮੈਂਬਰ ਆਫ ਗਵਰਨਰ ਜਨਰਲ ਕਾਉਂਸਿਲਸ ਵਰ ਰਿਡਿਊਸਡ ਟੂ 3। ਸੋ ਇਹ ਸਟੇਟਮੈਂਟ ਸਹੀ ਹੈ। ਪਿਟਸ ਇੰਡੀਆ ਐਕਟ ਅਬੋਲਿਸ਼ ਦ ਮੋਨੋਪੋਲੀ ਆਫ ਕੰਪਨੀਜ਼ ਇੰਡੀਅਨ ਟ੍ਰੇਡ। ਸੋ ਇਹ ਗਲਤ ਹੈ, ਕਿਉਂਕਿ ਪਿਟਸ ਇੰਡੀਆ ਐਕਟ ਦੇ ਨਾਲ ਨਹੀਂ, ਇਹ ਚਾਰਟਰ ਐਕਟ 1813 ਦੇ ਨਾਲ ਜਿਹੜਾ ਆ ਕੰਪਨੀ ਦਾ ਜਿਹੜਾ ਟ੍ਰੇਡ ਸੀਗਾ ਉਹਨੂੰ ਅਬੋਲਿਸ਼, ਉਹਦੀ ਦੀ ਮੋਨੋਪੋਲੀ ਨੂੰ ਅਬੋਲਿਸ਼ ਕੀਤਾ ਗਿਆ। ਸਪੈਸ਼ਲੀ ਇਟਸ ਟ੍ਰੇਡ ਇਨ ਟੀ and trade with except its trade in tea and trade with China. So China ਦੇ ਨਾਲ ਟ੍ਰੇਡ ਤੇ ਟੀ ਦੇ ਵਿੱਚ ਟ੍ਰੇਡ ਨੂੰ ਛੱਡ ਕੇ ਜਿਹੜਾ ਆ ਅਬੋਲਿਸ਼ ਕਰ ਦਿੱਤੀ ਗਈ ਕੰਪਨੀ ਦੇ monopoly ਨੂੰ। Next is, by Pitt's India Act, through a supplementary act, the Governor General was empowered to hold the office of Commander in Chief in special cases. So ਇਹ ਵੀ ਠੀਕ ਹੈ। So first the 3 statement ਜਿਹੜੀਆਂ ਨੇ ਸਹੀ ਨੇ। So the answer is C. Next is, who among the following was not annexed to British Empire under subsidiary alliance? So subsidiary alliance ਦੇ ਅੰਡਰ ਜਿਹੜਾ ਝਾਂਸੀ ਨੂੰ annex ਨਹੀਂ ਸੀ ਕੀਤਾ, it was annexed by under doctrine of lapse ਜਿਹੜੀ ਲਾਰਡ ਡਲਹੌਜ਼ੀ ਦੀ। subsidiary alliance ਜਿਹੜੀ ਲਾਰਡ ਵੈਲੇਸਲੀ ਸੀ। Next is, consider the following about Regulating Act of 1773. So first statement हैगी है, the act was based on report of a committee headed by British PM Lord North, ठीक है। सो ये एक्ट ਜਿਹੜਾ ਉਸ ਟਾਈਮ PM Lord North ਦੀ ਰਿਕਮੈਂਡੇਸ਼ਨ ਦੇ ਉੱਤੇ ਜਿਹੜਾ ਆ ਇੱਕ ਮਤਲਬ ਲਿਆਂਦਾ ਗਿਆ। ਐਕਟ ਆਲਸੋ ਲੈਡ ਟੂ ਦ ਐਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ ਐਟ ਕੈਲਕਟਾ। ਸੋ ਇਹ ਵੀ ਸਟੇਟਮੈਂਟ ਸਹੀ ਹੈ। ਨੈਕਸਟ ਇਜ਼, ਐਜ਼ ਪਰ ਦ ਐਕਟ ਦ ਗਵਰਨਰ ਜਨਰਲ ਆਫ ਬੰਗਾਲ ਵਾਜ਼ ਨੋਮੀਨੇਟਡ ਐਜ਼ ਦ ਗਵਰਨਰ ਜਨਰਲ ਆਫ ਆਲ 3 ਪ੍ਰੈਜ਼ੀਡੈਂਸੀਜ਼ ਦੈਟ ਇਜ਼ ਕੈਲਕਟਾ, ਮਦਰਾਸ ਐਂਡ ਬੰਬੇ। ਸੋ ਇਹ ਗਲਤ ਹੈ, ਕਿਉਂਕਿ ਜਿਹੜਾ ਰੈਗੂਲੇਟਿੰਗ ਐਕਟ ਹੈ ਨਾ, ਇਹ ਕਾਫੀ ਸੈਂਟਰਲਾਈਜ਼ਡ ਐਕਟ ਸੀਗਾ। ਸੈਂਟਰਲਾਈਜੇਸ਼ਨ ਲਿਆਉਣਾ ਜਿਹੜਾ ਸੀਗਾ ਇਹਦਾ ਮੇਨ ਮਕਸਦ ਸੀਗਾ। ਸੋ ਇਹਦੇ ਅੰਡਰ ਜਿਹੜੀਆਂ ਕੈਲਕਟਾ, ਬੰਬੇ ਤੇ ਮਦਰਾਸ ਦੀਆਂ ਪ੍ਰੈਜ਼ੀਡੈਂਸੀ ਸੀਗੀਆਂ, ਉਹ ਵੀ ਬੰਗਾਲ ਦੇ ਗਵਰਨਰ ਦੇ ਅੰਡਰ ਆ ਗਈਆਂ ਸੀਗੀਆਂ, ਠੀਕ ਹੈ। ਸੋ ਨਾ ਕਿ ਡੀਸੈਂਟਰਲਾਈਜ਼ ਹੋਈਆਂ ਸੀ। ਸੋ ਰਾਈਟ ਆਂਸਰ ਇਜ਼ ਆਪਸ਼ਨ 1 and 2 ਆਏਗਾ ਓਨਲੀ, ਰਾਈਟ। Next is, which of the following act or regulation enacted by Charles Metcalfe earned him the epithet Liberator of Indian Press? So Liberator of Indian Press ਜਿਹੜਾ ਚਾਰਲਸ ਮੈਟਕਾਫ ਨੂੰ ਕਿਹਾ ਜਾਂਦਾ ਹੈ, ਕਿਉਂਕਿ ਉਹਨੇ ਪ੍ਰੈਸ ਐਕਟ 1835 ਲਿਆਂਦਾ ਸੀਗਾ। Next is the drain of wealth theory. So drain of wealth theory ਜਿਹੜੀ ਹੈ, it was the key theme of economic nationalism. So which of the following was not a part of direct drainage through payment? ਮਤਲਬ ਕਿ ਜਿਹਦੇ ਤੇ ਦਾਦਾ ਭਾਈ ਨਹਿਰੂ ਜੀ ਨੇ ਵੀ ਬੁੱਕ ਲਿਖੀ ਕਿ ਸਾਡੇ ਜਿਹੜੇ ਪੈਸੇ ਆ ਸਾਰੇ ਮਤਲਬ ਬਾਹਰ ਜਾ ਰਹੇ ਆ, ਸਾਡੀ ਜਿਹੜੀ ਵੈਲਥ ਹੈ ਬਾਹਰ ਜਾ ਰਹੀ ਹੈ ਕਿਸੇ ਨਾ ਕਿਸੇ ਮਾਧਿਅਮ ਦੇ ਜ਼ਰੀਏ। ਉਹ ਕਿਹੜੇ ਮਾਧਿਅਮ ਸੀ? ਉਹ ਹੈਗੇ ਸੀ ਹੋਮ ਚਾਰਜਸ। ਹੋਮ ਚਾਰਜਸ ਕੀ ਸੀਗੇ ਕਿ ਜਿਹੜੇ ਬ੍ਰਿਟਿਸ਼ਰ ਇੱਥੇ ਕੰਮ ਕਰ ਰਹੇ, ਜਿੱਦਾਂ 1858 ਦਾ ਐਕਟ ਆਇਆ, ਠੀਕ ਹੈ, ਉਸ ਤੋਂ ਬਾਅਦ ਕਿਉਂਕਿ ਸੈਕਟਰੀ ਆਫ ਸਟੇਟ ਦਾ ਆਫਿਸ ਕ੍ਰੀਏਟ ਕੀਤਾ ਗਿਆ, ਉਹਦੀ ਕੌਂਸਲ ਕ੍ਰੀਏਟ ਕੀਤੀ ਗਈ, ਗਵਰਨਰ ਜਨਰਲ ਦੀ ਕੌਂਸਲ ਕ੍ਰੀਏਟ ਕੀਤੀ ਗਈ, ਫਿਰ ਉਹਨਾਂ ਦੇ ਜੋ ਵੀ ਐਕਸਪੈਂਸਿਸ ਸੀਗੀ, ਜੋ ਵੀ ਸੈਲਰੀ ਸੀਗੀਆਂ, ਉਹ ਇੰਡੀਆ ਤੋਂ ਜਾਂਦੀਆਂ ਸੀ, ਜਿਹਨੂੰ ਹੋਮ ਚਾਰਜਸ ਕਹਿੰਦੇ ਸੀ। ਸੋ ਇਹ ਵੀ ਡਰੇਨੇਜ ਦਾ ਪਾਰਟ ਸੀ। ਫਿਰ ਮਿਲਟਰੀ ਚਾਰਜਸ, ਇਹ ਵੀ ਡਰੇਨੇਜ ਦਾ ਪਾਰਟ ਸੀ। ਗਰੰਟਿਡ ਇੰਟਰਸਟ ਪੇਮੈਂਟ ਔਨ ਰੇਲਵੇ ਇਨਵੈਸਟਮੈਂਟ, ਠੀਕ ਹੈ, ਰੇਲਵੇਜ਼ ਦੇ ਉੱਤੇ ਇਨਵੈਸਟਮੈਂਟ ਉਹ ਆਪਣੇ ਪਰਪਸ ਲਈ ਕਰ ਰਹੇ ਸੀਗੇ, ਠੀਕ ਹੈ। ਬਟ ਚਲੋ ਉਹ ਬਾਅਦ ਵਿੱਚ ਇੰਡੀਆ ਯੂਨਾਈਟ ਕਰ ਦਿੱਤਾ ਰੇਲਵੇ ਨੇ, ਬਟ ਇਨੀਸ਼ੀਅਲੀ ਉਹਨਾਂ ਦਾ ਮੇਨ ਮਕਸਦ ਕੀ ਸੀਗਾ ਕਿ ਇੰਡੀਆ ਨੂੰ ਕਮਰਸ਼ੀਅਲਾਈਜ਼ ਕਰਕੇ ਕਿੱਦਾਂ ਯੂਟੀਲਾਈਜ਼ ਕੀਤਾ ਜਾ ਸਕੇ, ਠੀਕ ਹੈ। ਸੋ ਇਸ ਕਰਕੇ ਰੇਲਵੇਜ਼ ਤੇ ਇਨਵੈਸਟਮੈਂਟ, ਬਟ ਜਿੰਨਾ ਵੀ ਖਰਚਾ ਸੀਗਾ ਉਹ ਇੰਡੀਅਨ ਹੀ ਇਕੋਨਮੀ ਤੋਂ ਲੱਗ ਰਿਹਾ ਸੀ, ਡਰੇਨ ਹੋ ਰਿਹਾ ਸੀ। ਸੋ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਇਹਦੀਆਂ ਪਾਰਟ ਸੀ, ਬਟ ਉਹਨੇ ਕੀ ਪੁੱਛਿਆ ਕਿ ਨਾਟ ਅ ਪਾਰਟ। ਸੋ ਨਨ ਆਫ ਦਾ ਅਬਵ ਜਿਹੜਾ ਇਹਦਾ ਆਪਸ਼ਨ ਆਏਗਾ। Next is, Quit India campaign was launched by INC after the failure of, so ਇਹ ਆਪਾਂ ਉੱਪਰ ਵੀ ਪੜਿਆ, ਦੁਬਾਰਾ ਰਿਪੀਟ ਹੋਇਆ ਕੁਐਸਚਨ, ਕ੍ਰਿਪਸ ਮਿਸ਼ਨ ਦੇ ਫੇਲਰ ਤੋਂ ਬਾਅਦ ਜਿਹੜਾ ਕੁਇਟ ਇੰਡੀਆ ਕੈਂਪੇਨ ਆਈ ਸੀਗੀ, ਕਿ ਇਹਦੇ ਵਿੱਚ ਮੇਨ ਸੀਗਾ ਕਿ ਇੰਡੀਅਨ ਡੋਮੀਨੀਅਨ ਦੀ ਗੱਲ ਕੀਤੀ ਗਈ ਸੀ, ਪੂਰਨ ਸਵਰਾਜ ਦੀ ਨਹੀਂ। ਨੈਕਸਟ ਇਜ਼, ਵਿਚ ਆਫ ਦ ਫੋਲੋਇੰਗ ਇਜ਼ ਔਰ ਆਰ ਟਰੂ? ਸੋ ਇਹ ਕੁਐਸਚਨ ਜਿਹੜਾ ਆ ਇਹਦਾ ਆਨਸਰ ਉਹਨਾਂ ਨੇ ਜੋ ਲਿਖਿਆ ਹੋਇਆ ਇਹਦੇ ਵਿੱਚ, ਦੈਟ ਇਜ਼ ਕਿ
मैं तुहानूं दसदी हाँ, पहलां आपां स्टेटमेंट पढ़ लैंदे आ। महात्मा गांधी लेड द बरदौली सत्याग्रह 1928 अगेंस्ट द अनजस्ट रेजिंग ऑफ टैक्सेस बाय बॉम्बे प्रेजिडेंसी। सो ये गलत है क्योंकि ये जिहड़ा बरदौली सत्याग्रह सीगा इट वॉज लेड बाय सरदार वल्लभ भाई पटेल, ठीक है। सो वल्लभ भाई पटेल ने 1928 ਦੇ ਵਿੱਚ बरदौली सत्याग्रह ਜਿਹੜਾ ਇੰਡੀਪੈਂਡੈਂਸ ਮਤਲਬ ਇਹ ਇੰਡੀਪੈਂਡੈਂਟ ਇੱਕ ਮੂਵਮੈਂਟ ਸਟਾਰਟ ਹੋਈ ਸੀਗੀ, ਠੀਕ ਹੈ। ਇਹਦੇ ਵਿੱਚ ਗਾਂਧੀ ਜੀ ਨੇ ਇਨਵਾਈਟ ਨਹੀਂ ਕੀਤਾ ਸੀ ਵੱਲਭ ਭਾਈ ਪਟੇਲ ਨੂੰ, ਜੋ ਸੈਕਿੰਡ ਸਟੇਟਮੈਂਟ ਦੇ ਵਿੱਚ ਲਿਖੀ ਹੋਇਆ ਹੈ, ਠੀਕ ਹੈ। ਸੋ ਇਹ ਦੋਨੋਂ ਹੀ ਸਟੇਟਮੈਂਟਸ ਜਿਹੜੀਆਂ ਨੇ ਗਲਤ ਨੇ। ਥਰਡ ਲਿਖਿਆ ਕਿ ਲਾਰਜ ਨੰਬਰ ਆਫ ਵੂਮਨ ਟੁਕ ਐਕਟਿਵ ਪਾਰਟ ਇਨ ਦਾ ਮੂਵਮੈਂਟ ਐਂਡ ਗੇਵ ਵੱਲਭ ਭਾਈ ਪਟੇਲ ਦਾ ਸੋਬਰੀਕੇਟ ਆਫ ਸਰਦਾਰ। ਸੋ ਸਰਦਾਰ ਦਾ ਜਿਹੜਾ ਟਾਈਟਲ ਹੈ ਮਹਾਤਮਾ ਗਾਂਧੀ ਜੀ ਨੇ ਦਿੱਤਾ ਸੀਗਾ ਵੱਲਭ ਭਾਈ ਪਟੇਲ ਨੂੰ ਇਸ ਮੂਵਮੈਂਟ ਦੇ ਚੱਲਦੇ, ਕਿਉਂਕਿ ਇਹ ਸਕਸੈਸਫੁਲ ਰਹੀ ਸੀਗੀ। ਲੇਕਿਨ ਫੋਲੋਇੰਗ ਦਿਸ ਮੂਵਮੈਂਟ ਜਿਹੜੇ ਉੱਥੋਂ ਦੀਆਂ ਵਿਮਨ ਸੀਗੀਆਂ ਉਹ ਇਹਨਾਂ ਨੂੰ ਸਰਦਾਰ ਵੈਸੇ ਹੀ ਕਹਿਣ ਲੱਗ ਗਈਆਂ ਸੀਗੀਆਂ, ਠੀਕ ਹੈ, ਸਰਦਾਰ ਵੱਲਭ ਭਾਈ ਪਟੇਲ ਨੂੰ। ਸੋ ਇਹਦੇ ਵਿੱਚ ਇਹਨਾਂ ਨੇ ਆਨਸਰ ਇਹਦਾ ਥਰਡ ਲਿਖਿਆ, ਬਟ ਇਨਫੈਕਟ ਸਟੇਟਮੈਂਟ ਜਿਹੜੀ ਹੈ ਕੋਈ ਵੀ ਕਰੈਕਟ ਨਹੀਂ ਹੈ। नेक्स्ट है आइडेंटिफाई द नेम ऑफ पुर्तगीज गवर्नर हु डिफीटेड द अरब्स एंड इजिप्टियंस एट द्यू। द्यू ਦੇ ਵਿੱਚ ਪੁਰਤਗੀਜ਼ ਗਵਰਨਰ ਫ੍ਰਾਂਸਿਸ ਅਲਮੇਡਾ ਸੀਗੇ ਜਿਨ੍ਹਾਂ ਨੇ ਅਰਬਸ ਤੇ ਇਜਿਪਟੀਅਨਸ ਨੂੰ ਹਰਾਇਆ ਸੀ। नेक्स्ट है इन विच सेशन ऑफ द INC was फाउंडेशन ऑफ ऑल इंडिया किसान सभा यानी कि ऑल इंडिया पेजेंट्स यूनियन अकॉम्पलिश्ड। सो ये हुई सी 1936 लखनऊ ਦੇ ਵਿੱਚ। नेवल म्यूटनी 1946 गॉट सपोर्ट ऑफ विच ऑर्गेनाइजेशन। नेवल म्यूटनी जी 1946 ਦੇ ਵਿੱਚ ਹੋਈ ਸੀਗੀ। इट गॉट इट सपोर्ट फ्रॉम कम्यूनिस्ट पार्टी ऑफ इंडिया, ठीक है। अपने शिप्स ਦੇ ਉੱਤੇ ਇਹਨਾਂ ਨੇ CPI ਦਾ ਵੀ ਝੰਡਾ ਲਹਿਰਾਇਆ ਸੀ ਇੰਡੀਆ ਦੇ ਝੰਡੇ ਨਾਲ, ਤੇ ਇੱਕ ਮੁਸਲਿਮ ਲੀਗ ਦਾ ਝੰਡਾ, ਤੇ ਇੱਕ ਤੀਸਰਾ ਜਿਹੜਾ ਝੰਡਾ ਲਹਿਰਾਇਆ ਸੀ ਇਹਨਾਂ ਨੇ ਉਹ ਲਹਿਰਾਇਆ ਸੀ ਕਮਿਊਨਿਸਟ ਪਾਰਟੀ ਦਾ। ਨੈਕਸਟ ਹੈ ਵਿਚ ਆਫ ਦ ਫੋਲੋਇੰਗ ਸਟੇਟਮੈਂਟਸ ਅਬਾਊਟ ਸਰ ਸੈयद ਅਹਿਮਦ ਖਾਨ। ਸੋ ਫਾਲਸ ਇਹਨਾਂ ਨੇ ਆਪਾਂ ਨੂੰ ਫਾਲਸ ਪੁੱਛੀਆਂ ਨੇ, ਠੀਕ ਹੈ। ਫਾਲਸ ਆਪਾਂ ਫਾਈਂਡ ਆਊਟ ਕਰਨੀਆਂ ਨੇ ਕਿ ਕਿਹੜੀਆਂ ਕਿਹੜੀਆਂ ਨੇ ਜਾਂ ਕਿਹੜੀ ਹੈ। ਸੋ ਫਸਟ ਹੈਗਾ ਇਨ 1860 ਸਰ ਸੈयद ਅਹਿਮਦ ਖਾਨ ਐਸਟੈਬਲਿਸ਼ਡ ਮੁਹੰਮਦਨ ਐਂਗਲੋ ਓਰੀਐਂਟਲ ਕਾਲਜ ਐਟ ਅਲੀਗੜ੍ਹ। ਸੋ ਬਾਕੀ ਦੇ ਸਟੇਟਮੈਂਟ ਠੀਕ ਹੈ, ਜਿਹੜੀ ਕਿ ਬਾਅਦ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਬਣੀ ਸੀ ਮੁਹੰਮਦ ਐਂਗਲੋ ਓਰੀਐਂਟਲ ਕਾਲਜ ਅਲੀਗੜ੍ਹ ਦੇ ਵਿੱਚ, ਇਹਨਾਂ ਨੇ ਹੀ ਸਟੈਬਲਿਸ਼ ਕੀਤਾ ਸੀ। ਬਟ ਈਅਰ ਜਿਹੜਾ ਹੈ ਗਲਤ ਹੈ, 1860 ਨਹੀਂ, ਇਟ ਵਾਸ 1875। 1875 ਦੇ ਵਿੱਚ ਉਹਨਾਂ ਨੇ ਮੁਹੰਮਦਨ ਐਂਗਲੋ ਓਰੀਐਂਟਲ ਕਾਲਜ ਸਟੈਬਲਿਸ਼ ਕੀਤਾ ਸੀ। ਸੈਕਿੰਡ, ਹੀ ਵਾਂਟਿਡ ਟੂ ਐਸਟੈਬਲਿਸ਼ ਦਾ ਕਾਲਜ ਟੂ ਰੇਜ਼ ਡਿਮਾਂਡ ਫॉर ਸੈਪਰੇਟ ਨੇਸ਼ਨ ਫॉर ਮੁਸਲਿਮ। ਸੋ ਇਦਾਂ ਦਾ ਕੋਈ ਇਹਨਾਂ ਦੀ ਇੰਟੈਂਸ਼ਨ ਨਹੀਂ ਸੀ। ਇਹ ਚਾਹੁੰਦੇ ਸੀਗੇ ਕਿ ਜਿਹੜੀ ਵੈਸਟਰਨ ਐਜੂਕੇਸ਼ਨ ਹੈ ਜਾਂ ਜੋ ਵੀ ਸਾਇੰਟੀਫਿਕ ਵੈਸਟਰਨ ਸਾਇੰਟੀਫਿਕ ਸਕਿੱਲਸ ਨੇ ਮੁਸਲਿਮ ਉਹਨਾਂ ਨੂੰ ਆਪਣੇ ਅੰਦਰ ਜ਼ਰੂਰ ਇਨਕਲਕੇਟ ਕਰਨ, ਠੀਕ ਹੈ। ਤੇ ਤੀਸਰੀ ਸਟੇਟਮੈਂਟ ਹੈਗੀ ਹੈ ਹੀ ਡਿਨਾਊਂਸ ਦਾ ਮਾਡਰਨ ਸਾਇੰਟੀਫਿਕ ਥਾਟ ਪ੍ਰੋਪੇਗੇਟਡ ਬਾਈ ਵੈਸਟਰਨ ਐਜੂਕੇਸ਼ਨ। ਨਹੀਂ, ਉਹ ਵੈਸਟਰਨ ਐਜੂਕੇਸ਼ਨ ਨੂੰ ਸਪੋਰਟ ਕਰਦੇ ਸੀ, ਉਹ ਇੱਦਾਂ ਦਾ ਸਿਸਟਮ ਡਿਵੈਲਪ ਕਰਨਾ ਚਾਹੁੰਦੇ ਸੀ ਜਿਹੜਾ ਕਿ ਸਿਮਿਲਰ ਹੋਵੇ ਬ੍ਰਿਟਿਸ਼ਰਸ ਦੇ ਨਾਲ, ਬ੍ਰਿਟਿਸ਼ਰਸ ਐਜੂਕੇਸ਼ਨਲ ਸਿਸਟਮ ਦੇ ਬਿਲਕੁਲ ਸੇਮ ਹੋਵੇ। ਸੋ ਇਹਦੇ ਵਿੱਚੋਂ ਕੋਈ ਵੀ ਸਟੇਟਮੈਂਟ ਜਿਹੜੀ ਹੈ ਸਹੀ ਨਹੀਂ ਨੇ, ਸਾਰੀਆਂ ਹੀ ਸਟੇਟਮੈਂਟਸ ਜਿਹੜੀਆਂ ਨੇ ਗਲਤ ਹੈ। ਸੋ ਦਾ ਆਨਸਰ ਇਜ਼ ਡੀ। Next is which monarch of Patiala attended the first round table conference at London in 1930। so महाराजा यादविंदर सिंह ਜਿਹੜੇ ਆ ਇਹਨਾਂ ਨੇ ਫਸਟ RTC 1930 ਦੇ ਵਿੱਚ ਜਿਹੜੀ ਹੋਈ ਸੀ ਉਹ ਅਟੈਂਡ ਕੀਤੀ ਸੀ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਐਕਟ ਔਰ ਰੈਗੂਲੇਸ਼ਨ। ਸੋ ਇਹ ਕੁਐਸਚਨ ਅਗੇਨ ਰਿਪੀਟ ਹੈ। ਚਾਰਲਸ ਮੈਟਕਾਫ ਨੇ ਪ੍ਰੈਸ ਐਕਟ 1835 ਲਿਆਂਦਾ ਸੀ ਜਿਹਦੇ ਤਹਿਤ ਇਹਨਾਂ ਨੂੰ ਲਿਬਰੇਟਰ ਆਫ ਇੰਡੀਅਨ ਪ੍ਰੈਸ ਕਿਹਾ ਜਾਂਦਾ ਹੈ। ਨੈਕਸਟ ਇਜ਼ ਹੂ ਵਾਜ਼ ਦ ਫਸਟ ਵੂਮਨ ਆਫ ਪ੍ਰੈਜ਼ੀਡੈਂਟ ਆਫ INC। ਸੋ ਫਸਟ ਵੂਮਨ ਪ੍ਰੈਜ਼ੀਡੈਂਟ ਜਿਹੜੇ ਆ ਐਨੀ ਬੇਸੈਂਟ ਹੈ। ਫਸਟ ਇੰਡੀਅਨ ਵੂਮਨ ਪ੍ਰੈਜ਼ੀਡੈਂਟ ਅਗਰ ਆਂਦਾ ਤਾਂ ਫਿਰ ਸਰੋਜਨੀ ਨਾਇਡੂ ਹੁੰਦਾ, ਠੀਕ ਹੈ। ਸਰੋਜਨੀ ਨਾਇਡੂ ਬਿਕੇਮ ਪ੍ਰੈਜ਼ੀਡੈਂਟ ਆਫ INC in 1925। ਸੋ ਇਹ ਸੈਕਿੰਡ ਵੂਮਨ ਪ੍ਰੈਜ਼ੀਡੈਂਟ ਬਣੇ ਔਰ ਥਰਡ ਵੂਮਨ ਪ੍ਰੈਜ਼ੀਡੈਂਟ ਜਿਹੜੇ ਬਣੇ ਆ ਨਲਿਨੀ ਸੇਨ ਗੁਪਤਾ ਬਣੇ ਆ। ਬਟ ਜੇ ਸੈਕਿੰਡ ਫੋਰਨ ਵੂਮਨ ਪੁੱਛਦੇ ਆ ਤੇ ਫਿਰ ਨਲਿਨੀ ਸੇਨ ਗੁਪਤਾ, ਠੀਕ ਹੈ। ਤਾਂ ਤਿੰਨੇ ਹੀ ਚੀਜ਼ਾਂ ਨਾਲ ਮੈਂ ਤੁਹਾਨੂੰ ਦੱਸ ਦਿੱਤਾ। ਫਸਟ ਵੂਮਨ ਅਗਰ ਫੋਰਨ ਜਾਂ ਸਿੰਪਲੀ ਪੁੱਛਦੇ ਫਸਟ ਵੂਮਨ ਪ੍ਰੈਜ਼ੀਡੈਂਟ ਤਾਂ ਐਨੀ ਬੀਸੈਂਟ ਆਏਗਾ। ਫਸਟ ਇੰਡੀਅਨ ਵੂਮਨ ਪ੍ਰੈਜ਼ੀਡੈਂਟ ਸਰੋਜਨੀ ਨਾਇਡੂ। ਸੈਕਿੰਡ ਫੋਰਨ ਪ੍ਰੈਜ਼ੀਡੈਂਟ ਅਗਰ ਪੁੱਛਦੇ ਆ ਵੂਮਨ ਤੇ ਦੈਟ ਇਜ਼ ਨਲਿਨੀ ਸੇਨ ਗੁਪਤਾ। ਨੈਕਸਟ ਹੈ which of the given statements about Jallianwala Bagh misses। so ਇਹ question again repeat ਹੋਇਆ ਆ, ਠੀਕ ਹੈ। ਸੋ ਉਹੀ ਜਨਰਲ ਅਡਵਾਇਰ ਤੇ ਮਾਈਕਲ ਅਡਵਾਇਰ ਵਾਲਾ ਉਲਟਾ ਪੁਲਟਾ ਲਿਖਿਆ ਹੈ, ਬਾਕੀ ਸਟੇਟਮੈਂਟ ਜਿਹੜੀ ਹੈ ਸਹੀ ਹੈ। Next is the Indian National Army came into existence in 1943 in Singapore। so the answer is C। so that was all for today। thank you। continue ਕਰਾਂਗੇ part 2 ਦੇ ਨਾਲ next video ਦੇ ਵਿੱਚ। 76 ਕੁਐਸਚਨ ਜਿਹੜਾ ਆਪਾਂ ਕੀਤਾ, 76 ਕੁਐਸਚਨ ਦੇ ਵਿੱਚ ਉਹਨਾਂ ਨੇ ਪੁੱਛਿਆ ਸੀਗਾ ਕਿ ਪੰਜਾਬ ਦਾ ਜਿਹੜਾ ਆਪਣਾ ਪਟਿਆਲਾ ਰਿਆਸਤ ਦਾ ਕਿਹੜਾ ਮਹਾਰਾਜਾ ਸੀਗਾ ਜਿਹਨੇ ਫਸਟ ਜਿਹੜੀ RTC ਹੋਈ ਸੀਗੀ 1930 ਦੀ, ਠੀਕ ਹੈ, ਉਹਦੇ 'ਚ ਪਾਰਟੀਸਪੇਟ ਕੀਤਾ ਸੀ। ਸੋ ਦਾ ਆਨਸਰ ਜਿਹੜਾ ਆ ਪਲੀਜ਼ ਮੇਕ ਇਟ ਕਰੈਕਟ, ਉਹਦਾ ਆਨਸਰ ਹੈਗਾ ਮਹਾਰਾਜਾ ਭੁਪਿੰਦਰ ਸਿੰਘ,
ठीक है। सो मैं गलती नाल यादविंਦਰ ਸਿੰਘ ਬੋਲਦਾ ਸੀਗਾ। ਸੋ ਮਹਾਰਾਜਾ ਭੁਪਿੰਦਰ ਸਿੰਘ ਮਹਾਰਾਜਾ ਯਾਦਵਿੰਦਰ ਸਿੰਘ ਜਿਹੜੇ ਆ ਪੈਪਸੂ ਦੇ ਪਹਿਲੇ ਰਾਜ ਪ੍ਰਮੁੱਖ ਬਣੇ ਸੀ। ਇਨ ਕੇਸ ਕੁਐਸਚਨ ਆ ਜਾਏ ਤੇ ਉਹ ਵੀ ਯਾਦ ਰੱਖਿਓ, ਠੀਕ ਹੈ ਜੀ। ਸੋ 81st ਕੁਐਸਚਨ ਜਿਹੜਾ ਆ ਦੈਟ ਇਜ਼ ਕੰਸੀਡਰ ਦਾ ਫੋਲੋਇੰਗ। ਸੋ ਇਹਦੇ ਵਿੱਚ ਜਿਹੜਾ ਆ ਕ੍ਰੋਨੋਲੋਜੀਕਲ ਆਰਡਰ, ਕਰੈਕਟ ਕ੍ਰੋਨੋਲੋਜੀਕਲ ਆਰਡਰ ਅਬਵ ਮੈਂਸ਼ਨਡ ਗਾਂਧੀਅਨ ਮੂਵਮੈਂਟਸ ਨੇ ਸਾਰੀਆਂ ਹੀ, ਠੀਕ ਹੈ। ਸੋ ਇਹਨਾਂ ਦਾ ਕ੍ਰੋਨੋਲੋਜੀ ਆਪਾਂ ਜਿਹੜੀ ਆ ਉਹ ਦੇਖਣੀ ਹੈ ਕਿਹੜੀ ਹੈ। ਸੋ ਸਭ ਤੋਂ ਪਹਿਲਾਂ ਜਿਹੜੀ ਲਾਂਚ ਹੋਈ ਸੀਗੀ ਗਾਂਧੀਅਨ ਮੂਵਮੈਂਟ ਦੈਟ ਵਾਸ ਚੰਪਾਰਨ ਸੱਤਿਆਗ੍ਰਹਿ, ਇਟ ਵਾਸ ਲਾਂਚਡ ਇਨ 1917 ਰਾਈਟ। ਉਸ ਤੋਂ ਬਾਅਦ ਜਿਹੜੀ ਲਾਂਚ ਹੋਈ ਸੀ ਦੈਟ ਵਾਸ ਅਹਿਮਦਾਬਾਦ ਮਿਲ ਸਟ੍ਰਾਈਕ ਇਨ 1918। ਸੋ ਕਾਫੀ ਸਟੂਡੈਂਟਸ ਜਿਹੜੇ ਆ ਉਹ ਸਕਿਪ ਕਰ ਜਾਂਦੇ ਨੇ ਈਅਰਸ ਜਾਂ ਡੇਟਸ। ਸੋ ਸਾਰੀਆਂ ਇੰਪੋਰਟੈਂਟ ਇਸ ਲਈ ਹੁੰਦੀਆਂ ਹਿਸਟਰੀ ਦੇ ਵਿੱਚ। ਹੁਣੇ ਤੁਸੀਂ ਦੇਖੋਗੇ ਕਿਉਂਕਿ ਖੇੜਾ ਮੂਵਮੈਂਟ ਜਿਹੜਾ ਸੀਗਾ ਦੈਟ ਵਾਸ ਆਲ ਖੇੜਾ ਸੱਤਿਆਗ੍ਰਹਿ, ਇਟ ਵਾਸ ਆਲਸੋ happened in 1918 just 4 days after this Ahmedabad mill strike। ਸਿਰਫ 4 ਦਿਨ ਬਾਅਦ ਹੀ ਜਿਹੜਾ ਖੇੜਾ ਸੱਤਿਆਗ੍ਰਹਿ ਹੋਇਆ ਆ ਸਟਾਰਟ। ਸੋ ਇਸ ਕਰਕੇ ਅਗਰ ਆਪਾਂ ਕ੍ਰੋਨੋਲੋਜੀ ਵਾਈਜ਼ ਦੇਖੀਏ ਤੇ ਪਹਿਲਾਂ ਚੰਪਾਰਨ ਆਏਗਾ, ਫਿਰ ਅਹਿਮਦਾਬਾਦ ਮਿਲ ਸਟ੍ਰਾਈਕ, ਦੈਨ ਖੇੜਾ ਸੱਤਿਆਗ੍ਰਹਿ, ਦੈਨ ਲਾਸਟ ਤੇ ਜਿਹੜਾ ਰੋਲਟ ਮੂਵਮੈਂਟ, ਰੋਲਟ ਐਕਟ ਮੂਵਮੈਂਟ ਜਾਂ ਰੋਲਟ ਸੱਤਿਆਗ੍ਰਹਿ, ਕਿਉਂਕਿ 1919 ਦੇ ਵਿੱਚ ਹੋਇਆ ਸੀਗਾ। ਸੋ ਦ ਰਾਈਟ ਆਂਸਰ ਜਿਹੜੀ ਕ੍ਰੋਨੋਲੋਜੀ ਬਣੇਗੀ ਦੈਟ ਇਜ਼ 3 4 2 1। right answer is option A। next is ਸੋ ਇਹ ਕੁਐਸਚਨ ਫਿਰ ਰਿਪੀਟ ਹੋਇਆ। ਜੇ ਮੈਂ ਰਿਪੀਟ ਕੀਤਾ ਤਾਂ ਦੈਟ ਮੀਨਸ ਕਿ ਰਿਪੀਟ ਪੇਪਰਾਂ ਦੇ ਵਿੱਚ ਵੀ ਹੋਇਆ ਹੈ, ਠੀਕ ਹੈ। ਸੋ ਭਗਤ ਸਿੰਘ ਵਾਸ ਐਸੋਸੀਏਟਿਡ ਵਿਦ ਲਾਹੌਰ ਕਨਸਪੀਰੇਸੀ ਕੇਸ, ਜਿਹਦੇ ਤਹਿਤ ਇਹਨਾਂ ਨੂੰ ਬਾਅਦ ਵਿੱਚ ਫਾਂਸੀ ਦਿੱਤੀ ਗਈ। ਲక్ష్ਮੀ ਸਹਿਗਲ ਵਾਸ ਐਸੋਸੀਏਟਿਡ ਵਿਦ ਇੰਡੀਅਨ ਨੈਸ਼ਨਲ ਆਰਮੀ, ਇਹਨਾਂ ਦੇ ਨਾਮ ਤੇ ਕੰਟਿੰਜੈਂਟ ਵੀ ਸੀਗੀ। ਰਾਮ ਪ੍ਰਸਾਦ ਬਿਸਮਿਲ ਵਾਸ ਐਸੋਸੀਏਟਿਡ ਵਿਦ ਕਕੋਰੀ ਕਨਸਪੀਰੇਸੀ ਕੇਸ ਐਂਡ ਸੂਰਯ ਸੇਨ ਵਾਸ ਐਸੋਸੀਏਟਿਡ ਵਿਦ ਚਿੱਟਾਗੋਂਗ ਆਰਮਰੀ ਰੇਡ। नेक्स्ट इज कंसिडर द फॉलोइंग स्टेटमेंट्स रिगार्डिंग खिलाफत मूवमेंट। सो खिलाफत मूवमेंट जी मूवमेंट चली है 1919 तो लैके 1924 तक जी है लगभग बहुत ज़्यादा एक्टिव रही है, ठीक है। सो ਇਹਦਾ ਮੇਨ मतलब परपस ऑब्जेक्टिव की ਸੀਗਾ कि ओटोमैन अंपायर ਨੂੰ ਜਿਹੜਾ ਆ ਉਹ प्रोटेक्ट करना, ठीक है, ड्यूरिंग द आफ्टरमाथ ऑफ वर्ल्ड वार 1। सो डिवाइड एंड रूल ਦੀ ਪੋਲਿਸੀ ਇੰਡੀਆ ਦੇ ਵਿੱਚ ਚੱਲ ਹੀ ਰਹੀ ਸੀ ਬ੍ਰਿਟਿਸ਼ਰਸ ਵੱਲੋਂ। ਸੋ ਗਾਂਧੀ ਜੀ ਨੂੰ ਇਹ ਖਿਲਾਫਤ ਮੂਵਮੈਂਟ ਜਿਹੜੀ ਸੀ ਉਹ ਕਾਫੀ ਜ਼ਿਆਦਾ ਇੱਕ ਓਪਰਚੁਨਿਸਟਿਕ ਮੂਵਮੈਂਟ ਲੱਗੀ ਕਿ ਜੇਕਰ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਆ ਤੇ ਮੁਸਲਿਮਸ ਵੀ ਜਿਹੜੇ ਨੇ ਉਹ ਮੇਨ ਸਟ੍ਰੀਮ ਦੇ ਵਿੱਚ ਆਉਂਦੇ ਨੇ ਇੰਡੀਅਨ ਨੈਸ਼ਨਲਿਜ਼ਮ ਦੀ। ਸੋ ਇਸ ਕਰਕੇ ਉਹਨਾਂ ਦੇ ਇਹਦੇ ਤੇ ਮੀਨਸ ਜ਼ਿਆਦਾ ਮੇਨ ਆਬਜੈਕਟਿਵ ਉਹਨਾਂ ਦਾ ਇਹ ਸੀਗਾ। ਦੂਸਰਾ ਇਟ ਵਾਜ਼ ਅ ਪੈਨ ਇਸਲਾਮਿਕ ਮੂਵਮੈਂਟ। ਸੋ ਦੋਨੋਂ ਹੀ ਸਟੇਟਮੈਂਟ ਜਿਹੜੀਆਂ ਨੇ ਕਰੈਕਟ ਨੇ। ਨੈਕਸਟ ਹੈ ਫੋਰਟ ਸੇਂਟ ਜਾਰਜ ਔਰ ਵਾਈਟ ਟਾਊਨ ਜਿਹਨੂੰ ਕਹਿੰਦੇ ਆ ਦ ਫਰਸਟ ਇੰਗਲਿਸ਼ ਔਰ ਬ੍ਰਿਟਿਸ਼ ਫੋਰਟਰੈਸ ਇਨ ਇੰਡੀਆ, ਇਟ ਵਾਸ ਫਾਊਂਡਡ ਐਟ ਮਦਰਾਸ। Next is who accompanied Bhagat Singh when he threw bombs in assembly against passing of public safety and trade disputes bill। So ਆਪਾਂ ਕੱਲ ਭਗਤ ਸਿੰਘ ਰਿਲੇਟਡ ਇੱਕ ਕੁਐਸਚਨ ਵੀ ਪੜਿਆ ਸੀ, ਉਹ 'ਚ ਵੀ ਇਹ ਚੀਜ਼ ਅਸੀਂ ਪੜ੍ਹੀ ਸੀਗੀ, ਹੈ ਨਾ। ਸੋ the answer is Bhatkeshwar Dutt। right answer is option A। next is who among the following was associated with ਪਗੜੀ ਸੰਭਾਲ ਜੱਟਾ ਮੂਵਮੈਂਟ ਡਿਊਰਿੰਗ ਇੰਡੀਅਨ ਫਰੀडम ਸਟਰਗਲ। ਸੋ ਪਗੜੀ ਸੰਭਾਲ ਜੱਟਾ ਦੇ ਨਾਲ ਆਊਟ ਆਫ ਦ ਗਿਵਨ ਆਪਸ਼ਨ ਸਰਦਾਰ ਅਜੀਤ ਸਿੰਘ ਜੀ ਵਾਸ ਐਸੋਸੀਏਟਿਡ, ਹੀ ਵਾਸ ਅੰਕਲ ਆਫ ਸਰਦਾਰ ਭਗਤ ਸਿੰਘ, ਠੀਕ ਹੈ, ਭਗਤ ਸਿੰਘ ਦੇ ਚਾਚਾ ਜੀ ਸੀਗੇ। 1906 ਦੇ ਵਿੱਚ ਜਦੋਂ ਐਗਰੀਕਲਚਰਲ ਲਾਜ਼ ਆਏ ਸੀਗੇ ਉਹਨਾਂ ਦੇ ਅਗੇਂਸਟ ਜਿਹੜੀ ਮੂਵਮੈਂਟ ਇਹਨਾਂ ਨੇ ਸਟਾਰਟ ਕੀਤੀ ਸੀਗੀ ਦੈਟ ਵਾਸ ਪਗੜੀ ਸੰਭਾਲ ਜੱਟਾ। ਪਗੜੀ ਸੰਭਾਲ ਜੱਟਾ ਵਾਸ ਰਿਟਨ ਬਾय ਬਾਂਕੇ ਦਿਆਲ, ठीक है, in case question आ जाए। so it was written by Banke Dayal but it was made famous by Sardar Ajit Singh। next is the Indian National Army came into existence in 1943। repeated question है ਸਿੰਗਾਪੁਰ ਦੇ ਵਿੱਚ। next is Rowlatt Act, again repeated question ਹੈ। ਇਹਦੇ ਵਿੱਚ ਕੀ ਸੀਗਾ imprisonment without trial, ਠੀਕ ਹੈ, ਟ੍ਰਾਇਲ ਤੋਂ ਬਿਨਾਂ imprisonment ਹੋ ਜਾਂਦੀ ਸੀਗੀ and summary procedure for trial। next is which one of the following territories was not affected by revolt of 1857। so out of the given option only Chittor was not affected by the revolt of 1857। next is who among the following wrote the novel Anand Math set in the background of Sannyasi rebellion। ਜਿਹੜਾ ਸੰਨਿਆਸੀ ਰਿਬੈਲੀਅਨ ਹੋਇਆ ਆ ਇਹ 1770 ਤੋਂ ਲੈ ਕੇ 1777 ਤੱਕ ਚੱਲਿਆ ਆ, ਠੀਕ ਹੈ। ਔਰ ਇਹਦੇ ਵਿੱਚ ਮੇਨ ਜੋ ਲੀਡਰ ਸੀਗੇ ਹੀ ਵਾਸ ਇਨ ਕੇਸ ਤੁਹਾਨੂੰ ਆ ਜਾਏ ਹੀ ਵਾਸ ਪੰਡਿਤ ਬਬਾਨੀ ਚੰਦਰ ਪਾਠਕ, ਪੰਡਿਤ ਬਬਾਨੀ ਚੰਦਰ ਪਾਠਕ, ਠੀਕ ਹੈ। ਸੋ ਸੰਨਿਆਸੀ ਰਿਬੈਲੀਅਨ ਜਾਂ ਮੌਂਕ ਰਿਬੈਲੀਅਨ ਦੇ ਨਾਮ ਤੋਂ ਵੀ ਇਹਨਾਂ ਨੂੰ ਜਾਣਿਆ ਜਾਂਦਾ ਇਸ ਰਿਵੋਲਟ ਨੂੰ। ਔਰ ਇਹਦੇ ਇਵੈਂਟਸ ਨੂੰ ਜਿਹੜਾ ਆ ਆਨੰਦ ਮਾਥ ਦੇ ਵਿੱਚ ਡਿਸਕਸ ਕੀਤਾ ਹੈ ਬੰਕਿਮ ਚੰਦਰ ਚੈਟਰਜੀ ਨੇ, ਠੀਕ ਹੈ। ਔਰ ਇਹਦੇ ਵਿੱਚੋਂ ਹੀ ਵੰਦੇ ਮਾਤਰਮ ਜਿਹੜਾ ਡਰਾਈਵ ਕੀਤਾ ਗਿਆ। ਨੈਕਸਟ ਇਜ਼ ਹੂ ਅਮੰਗ ਦ ਫੋਲੋਇੰਗ ਵਾਸ ਦ ਫਾਊਂਡਰ ਪ੍ਰੈਜ਼ੀਡੈਂਟ ਆਫ ਗਦਰ ਪਾਰਟੀ। ਦ ਫਾਊਂਡਰ ਪ੍ਰੈਜ਼ੀਡੈਂਟ ਵਾਸ ਸੋਹਨ ਸਿੰਘ ਪਕਨਾ। Khilafat movement subsided। so Khilafat movement was subsided by the
ਫੋਲੋਇੰਗ ਦਾ ਅਜ਼ੰਪਸ਼ਨ ਆਫ ਪਾਵਰ ਬਾਏ ਜਦੋਂ ਮੁਸਤਫਾ ਕਮਲ ਪਾਸ਼ਾ ਟਰਕੀ ਦੇ ਵਿੱਚ ਜਿਹੜਾ ਜਦੋਂ ਇਹਨੂੰ ਮਤਲਬ ਆਪਣੀ ਸੱਤਾ ਮਿਲ ਗਈ, ਠੀਕ ਹੈ, ਸੋ ਉਦੋਂ ਖਿਲਾਫਤ ਮੂਵਮੈਂਟ ਜਿਹੜੀ ਸੀਗੀ ਇਟ ਵਾਸ ਸਬਸਾਈਡਡ ਐਂਡ ਆਲਸੋ ਵਿਦ ਦਾ ਅਬੋਲੀਸ਼ਨ ਆਫ ਖਲੀਫਾ। ਨੈਕਸਟ ਇਜ਼ ਹੈਡਕੁਆਟਰਸ ਆਫ ਗਦਰ ਪਾਰਟੀ ਜਿਹੜੇ ਆ ਸੈਨ ਫ੍ਰਿਸਕੋ USA ਦੇ ਵਿੱਚ ਸੀਗੇ। ਹੂਮ ਡਿਡ ਗਾਂਧੀ ਜੀ ਰਿਗਾਰਡ ਹੈਜ਼ ਹਿਸ ਗੁਰੂ ਇਨ ਪੋਲਿਟਿਕਸ ਦੇ ਵਿੱਚ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਆਪਣੇ ਗੁਰੂ ਮੰਨਦੇ ਨੇ। ਬਾਉਂਡਰੀ ਬਿਟਵੀਨ ਇੰਡੀਆ ਐਂਡ ਪਾਕਿਸਤਾਨਸ ਰੈਡ ਕਲਿਫ ਬਾਉਂਡਰੀ। ਨੈਕਸਟ ਇਜ਼ ਇਨ ਵਿਚ ਆਫ ਦ ਫੋਲੋਇੰਗ ਸਟੇਟ ਵਾਸ ਰੈਫਰੈਂਡਮ ਔਨ ਐਕਸੈਸ਼ਨ ਹੈਲਡ। ਸੋ ਜਦੋਂ ਇੰਡੀਆ ਇੰਡੀਪੈਂਡੈਂਸ ਐਕਟ 1947 ਆਇਆ ਸੀ ਉਹਦੇ ਤਹਿਤ ਇਹਨਾਂ ਨੇ ਕੁਝ ਗਰੁੱਪਿੰਗ ਕੀਤੀ ਸੀਗੀ ਸਟੇਟ ਦੇ ਵਿੱਚ, ਜਿਹਦੇ ਵਿੱਚੋਂ ਬਾਅਦ ਵਿੱਚ ਪਹਿਲਾਂ ਗਰੁੱਪਿੰਗ ਕੰਪਲਸਰੀ ਕੀਤੀ ਸੀ, ਬਾਅਦ ਵਿੱਚ ਇਹ ਵੀ ਉਹਦੇ ਵਿੱਚ ਦੱਸਿਆ ਗਿਆ ਸੀ ਆ ਪ੍ਰੋਵੀਜ਼ਨਸ ਦੇ ਵਿੱਚ ਕਿ ਇਟ ਇਜ਼ ਅਪ ਟੂ ਦ ਸਟੇਟਸ ਕਿ ਉਹ ਸਟੇਟਸ ਜਿਹੜੀਆਂ ਇੰਡੀਪੈਂਡੈਂਟ ਰਹਿਣਾ ਚਾਹੁੰਦੀਆਂ ਨੇ ਜਾਂ ਇੰਡੀਅਨ ਯੂਨੀਅਨ ਦੇ ਵਿੱਚ ਮਰਜ ਹੋਣਾ ਚਾਹੁੰਦੀਆਂ ਨੇ, ਠੀਕ ਹੈ, ਜਾਂ ਫਿਰ ਪਾਕਿਸਤਾਨ ਨਾਲ ਜਾਣਾ ਚਾਹੁੰਦੀਆਂ ਨੇ। ਸੋ ਉਹਦੇ ਤਹਿਤ ਜਿਹੜਾ ਲਾਸਟ ਦੇ ਵਿੱਚ 2 ਸਟੇਟਸ ਬਚੀਆਂ ਸੀ, ਯੂਨਾਗੜ੍ਹ ਤੇ ਹੈਦਰਾਬਾਦ। ਹੈਦਰਾਬਾਦ ਜਿਹੜਾ ਸੀਗਾ ਇਹਨੂੰ ਆਪਰੇਸ਼ਨ ਪੋਲੋ ਚਲਾਇਆ ਸੀ ਇੰਡੀਅਨ ਆਰਮੀ ਨੇ। ਇਨ ਕੇਸ ਤੁਹਾਨੂੰ ਕੁਐਸਚਨ ਆ ਜੇ, ਸੋ ਇੰਡੀਅਨ ਆਰਮੀ ਲਾਂਚਡ ਆਪਰੇਸ਼ਨ ਪੋਲੋ ਜਿਹਦੇ ਤਹਿਤ ਹੈਦਰਾਬਾਦ ਵਾਸ ਅਨੈਕਸਡ ਟੂ ਇੰਡੀਅਨ ਯੂਨੀਅਨ, ਠੀਕ ਹੈ, ਇਟ ਵਾਸ ਐਕਸੀਡਡ ਟੂ ਇੰਡੀਅਨ ਯੂਨੀਅਨ। ਲੇਟਰ ਔਨ ਜੂਨਾਗੜ੍ਹ ਬਚਿਆ ਸੀ ਉਸੇ ਸਾਲ 1948 ਸਤੰਬਰ ਦੇ ਵਿੱਚ ਜੂਨਾਗੜ੍ਹ ਜਿਹੜਾ ਸੀਗਾ ਥਰੂ ਪਲੇਬੀਸਾਈਟ ਇਜ਼ ਅ ਫਾਰਮ ਆਫ ਰੈਫਰੈਂਡਮ ਜਿਹਦੇ ਥਰੂ ਜੂਨਾਗੜ੍ਹ ਵਾਸ ਆਲਸੋ ਐਕਸੀਡਡ ਟੂ ਇੰਡੀਅਨ ਯੂਨੀਅਨ। ਸੋ ਦਾ ਆਨਸਰ ਇਜ਼ ਰੈਫਰੈਂਡਮ ਬੇਸਿਸ ਦੇ ਜੂਨਾਗੜ੍ਹ ਹੀ ਜਿਹੜਾ ਆ ਉਹਨੂੰ ਮਰਜ ਕੀਤਾ ਗਿਆ ਸੀ। Next is at the time of partition, the government in North-West Frontier Province, so it was constituted by Congress Party. Punjab Reorganization Act ਜਿਹੜਾ ਆ ਜਿੰਨੇ ਕਿ ਸਟੇਟ ਆਫ ਪੰਜਾਬ ਤੇ ਹਰਿਆਣਾ ਫਾਰਮ ਕੀਤੀਆਂ 1966 ਦੇ ਵਿੱਚ, it was enacted on the basis of recommendation of Shah Commission. The Montague-Chelmsford proposals were related to, so it was related to, they were related to constitutional reforms. बहुत बारी question repeat होया आ। Next is which one of the following began with Dandi March? Again repeated question, civil disobedience movement. The monument Flame of Liberty, so Flame of Liberty ਜਿਹੜਾ ਜਲਿਆਂਵਾਲਾ ਬਾਗ ਮੈਸੇਕਰ ਜਿਹੜਾ ਹੋਇਆ ਸੀ ਉਹਦੇ ਜਿਹੜੇ ਸ਼ਹੀਦ ਹੈ ਉਹਨਾਂ ਨੂੰ ਸਮਰਪਿਤ ਹੈ ਮੈਮੋਰੀਅਲ ਬਿਲਡ ਕੀਤਾ ਗਿਆ। Next is who among the following attended all the 3 RTCs? ਜਿੰਨੀਆਂ ਵੀ ਰਾਊਂਡ ਟੇਬਲ ਕਾਨਫਰੰਸਿਸ ਹੋਈਆਂ ਸੀ 1930 ਤੋਂ 32 ਦੇ ਵਿੱਚ ਸਾਰੀਆਂ ਡਾਕਟਰ BR ਅੰਬੇਦਕਰ ਨੇ ਅਟੈਂਡ ਕੀਤੀਆਂ ਸੀਗੀਆਂ। Next is on September 20, 1932, Mahatma Gandhi began a fast unto death in Jiravada jail again. So ਜਿਹੜਾ ਕਮਿਊਨਲ ਰਿਵਾਰਡ ਸੀਗਾ, ਕਮਿਊਨਲ ਅਵਾਰਡ ਰਾਮ ਸਿੰਘ ਮੈਕਡੋਨਲਡ ਦਾ 1932 ਦੇ ਵਿੱਚ ਆਇਆ, ਠੀਕ ਹੈ, ਜਿਹਦੇ ਤਹਿਤ ਬਾਅਦ ਵਿੱਚ ਪੂਨਾ ਪੈਕਟ ਸਾਈਨ ਹੋਇਆ ਸੀਗਾ। ਸੋ ਇਹ ਦੇ ਕਰਕੇ ਉਹਨਾਂ ਨੇ ਜਿਹੜਾ ਫਾਸਟ ਰੱਖਿਆ ਸੀ। ਨੈਕਸਟ ਇਜ਼ ਹੂ ਰੋਟ ਦਾ ਪਲੇ ਅੰਧੇਰ ਨਗਰੀ ਚੌਪਟ ਰਾਜਾ। ਸੋ ਇਹ ਬੇਸਿਕਲੀ ਜਿਹੜਾ it is related to justice and all that. It was written by Bratendu Harishchandra. Next is when Congress leader condemned Montague-Chelmsford reform, many moderates left the party to form. ਦੇਖੋ moderates ਜਿਹੜੇ ਸੀਗੇ ਉਹ ਚਾਹੁੰਦੇ ਸੀਗੇ constitutional reforms ਹੋਣ, ਠੀਕ ਹੈ। ਸੋ ਜਦੋਂ ਕਾਂਗਰਸ ਲੀਡਰਸ ਨੇ Montague-Chelmsford reform ਰਿਪੋਰਟ ਆਈ 1918 ਦੇ ਵਿੱਚ ਤੇ ਉਹਨੂੰ ਕੰਡੈਮ ਕੀਤਾ ਤੇ ਜਿਹੜੇ ਕੁਝ ਮੋਡਰੇਟ ਲੀਡਰ ਸੀ ਜਿਵੇਂ ਸੁਰਿੰਦਰ ਨਾਥ ਬੈਨਰਜੀ ਵਗੈਰਾ ਉਹਨਾਂ ਨੇ ਇੱਕ ਨਵੀਂ ਪਾਰਟੀ ਬਣਾ ਲਈ, that was Indian Liberation Federation. Next is on February 20, 1947, Prime Minister Attlee announced British government decision to withdraw from India latest by. So ਇਹ ਬਹੁਤ ਵਾਰੀ ਰਿਪੀਟ ਹੋਇਆ ਹੈ ਕੁਐਸਚਨ। ਸੋ 20 ਫਰਵਰੀ 1947 ਦੇ ਵਿੱਚ ਕਲੀਮੈਂਟ ਨੇ ਇਹ ਡਿਕਲੇਅਰ ਕੀਤਾ ਸੀਗਾ ਕਿ ਅਸੀਂ ਜੂਨ 1948 ਤੱਕ ਜਿਹੜਾ ਇੰਡੀਆ ਨੂੰ ਛੱਡ ਜਾਵਾਂਗੇ, ਪਰ ਪਹਿਲਾਂ ਹੀ ਛੱਡ ਗਏ। ਨੈਕਸਟ ਇਜ਼ ਸੋ ਨਿਊਜ਼ਪੇਪਰਸ ਤੇ ਮੈਗਜ਼ੀਨਸ ਕੁਝ ਵੀਕਲੀਜ਼ ਨੇ ਜਿਹੜੇ ਕਿ ਫਾਊਂਡਰਸ ਦੇ ਨਾਲ ਐਸੋਸੀਏਟਡ ਆਪਾਂ ਆਇਡੈਂਟੀਫਾਈ ਕਰਨਾ ਹੈ। ਕਰੈਕਟ ਨਿਊ ਇੰਡੀਆ ਕਾਮਨਵੈਲਥ ਬਾਈ ਐਨੀ ਬੀਸੈਂਟ, ਸੋ ਇਟ ਇਜ਼ ਕਰੈਕਟ। ਕਾਮਰੇਡ ਬਾਈ ਮੌਲਾਨਾ ਮੁਹੰਮਦ ਅਲੀ, ਇਟ ਇਜ਼ ਆਲਸੋ ਕਰੈਕਟ। ਸੰਜੀਵਨੀ ਬਾਈ KK ਮਿੱਤਰਾ, ਇਟ ਇਜ਼ ਆਲਸੋ ਕਰੈਕਟ। ਵੈਨਗਾਰਡ ਆਫ ਇੰਡੀਆ ਇੰਡੀਪੈਂਡੈਂਸ ਬਾਈ MN ਰॉय, ਸੋ ਇਟ ਇਜ਼ ਆਲਸੋ ਕਰੈਕਟ। ਸੋ ਸਾਰੇ ਹੀ ਕਰੈਕਟ ਹੈ, ਕਈ ਵਾਰੀ ਇੰਡੀਵਿਜੂਅਲੀ ਵੀ ਪੁੱਛਿਆ ਜਾ ਸਕਦਾ ਹੈ ਤੁਹਾਨੂੰ। Next is in which year were the 5 districts and tribal areas taken away from Punjab to create North-West Frontier Province ਦੇ ਵਿੱਚ ਨੂੰ ਬਣਾਉਣ ਵਾਸਤੇ ਜਿਹੜਾ ਆ 5 ਜ਼ਿਲ੍ਹੇ ਤੇ ਕੁਝ ਟ੍ਰਾਈਬਲ ਏਰੀਆਜ਼ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਗਿਆ 1901 ਦੇ ਵਿੱਚ, ਠੀਕ ਹੈ। ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ C। 1940 ਦੇ ਵਿੱਚ ਵਿਨੋਬਾ ਭਾਵੇ ਜਦੋਂ ਇੰਡੀਵਿਜੂਅਲ ਸੱਤਿਆਗ੍ਰਹਿ ਸਟਾਰਟ ਹੋਇਆ ਸੀ ਤਾਂ ਵਿਨੋਬਾ ਭਾਵੇ ਨੇ ਇੰਡੀਵਿਜੂਅਲ ਸੱਤਿਆਗ੍ਰਹਿ ਜਿਹੜਾ ਪਾਵਨਰ ਮਹਾਰਾਸ਼ਟਰਾ ਤੋਂ ਲਾਂਚ ਕੀਤਾ ਸੀ। ਨੈਕਸਟ ਇਜ਼ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਨੇ ਹਾਲ ਹੀ ਦੇ ਵਿੱਚ 100 ਇਅਰਸ ਕੰਪਲੀਟ ਕੀਤੇ ਆ। ਇਹਦੇ ਵਿੱਚ ਇਹਨਾਂ ਨੇ ਪੁੱਛਿਆ ਹੈ ਕਿ ਕਿੰਨਾ ਦਾ ਕੰਟਰੀਬਿਊਸ਼ਨ ਰਿਹਾ ਦੀ ਫਾਰਮੇਸ਼ਨ ਦੇ ਵਿੱਚ। ਤਾਂ ਆਪਸ਼ਨਸ ਆਰ ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਜੋਸਫ ਬੈਪਟਿਸਟਾ, NM ਜੋਸ਼ੀ, ਦੀਵਾਨ ਚਮਨ ਲਾਲ। ਸੋ ਆਲ ਵਰ ਕੰਟਰੀਬਿਊਟਰਸ, ਦ ਰਾਈਟ ਆਨਸਰ ਇਜ਼ ਆਪਸ਼ਨ D।
Next is in the Indian freedom struggle, who among the following revolutionaries carried out their activities from abroad? So ਬਾਹਰ ਤੋਂ ਕਿੰਨੇ ਐਕਟੀਵਿਟੀਜ਼ ਜਿਹੜੀਆਂ ਕੀਤੀਆਂ ਨੇ? ਸੋ ਇਹਦੇ ਵਿੱਚ ਤਿੰਨ ਆਪਸ਼ਨਸ ਨੇ, ਰਾਜਾ ਮਹਿੰਦਰ ਪ੍ਰਤਾਪ, ਮੌਲਾਨਾ ਬਰਕਤੁੱਲਾ ਐਂਡ ਲਾਲਾ ਹਰਦਿਆਲ। ਦੇਖੋ ਜਦੋਂ ਗਵਰਨਮੈਂਟ ਆਪਣਾ ਚੱਲ ਰਹੀ ਸੀ ਤੁਹਾਡੀ World War I, ਠੀਕ ਹੈ, ਉਸ ਟਾਈਮ ਕੀ ਹੈ 1915 ਦੇ ਵਿੱਚ ਗਵਰਨਮੈਂਟ ਇਨ ਐਗਜ਼ਾਈਲ ਬਣੀ ਹੈ, ਠੀਕ ਹੈ, ਮਤਲਬ ਇੱਕ ਪ੍ਰੋਵੀਜ਼ਨਲ ਗਵਰਨਮੈਂਟ ਬਣੀ ਹੈ ਆਊਟਸਾਈਡ ਇੰਡੀਆ, ਜਿਹੜੀ ਕਿ ਬਾਹਰੋਂ ਆਪਰੇਟ ਹੋਈ, ਜਿਹਦੇ ਫਰਸਟ ਔਰ ਇਹ ਜਿਹੜੀ ਗਵਰਨਮੈਂਟ ਸੀਗੀ ਇਹ ਬਣੀ ਕਾਬੁਲ ਅਫਗਾਨਿਸਤਾਨ ਦੇ ਵਿੱਚ, ਠੀਕ ਹੈ, ਜਿਹਦੇ ਫਰਸਟ ਪ੍ਰੈਜ਼ੀਡੈਂਟ ਰਾਜਾ ਮਹਿੰਦਰ ਪ੍ਰਤਾਪ ਸੀਗੇ ਤੇ ਜਿਹਦੇ ਫਰਸਟ ਪ੍ਰਾਈਮ ਮਿਨਿਸਟਰ ਜਿਹੜੇ ਆ ਉਹ ਮੌਲਾਨਾ ਬਰਕਤੁੱਲਾ ਬਣੇ ਸੀਗੇ। ਸੋ ਦੋਨੋਂ ਹੀ ਮਤਲਬ ਐਬਰੋਡ ਤੋਂ ਡੀਲ ਕਰ ਰਿਹਾ। ਤੇ ਤੀਸਰਾ ਲਾਲਾ ਹਰਦਿਆਲ। ਸੋ ਲਾਲਾ ਹਰਦਿਆਲ ਜਿਹੜੇ ਆ ਹੀ ਵਾਸ ਐਸੋਸੀਏਟਡ ਵਿਦ ਗਦਰ ਪਾਰਟੀ ਵਿਚ ਵਾਸ ਹੈਡਕੁਆਰਟਰਡ ਇਨ ਸੈਨ ਫਰਾਂਸਿਸਕੋ USA। ਸੋ ਤਿੰਨੋਂ ਹੀ ਜਿਹੜੇ ਆ ਇਹਦੇ ਵਿੱਚ ਰਾਈਟ ਆਪਸ਼ਨਸ ਨੇ। ਸੋ ਦ ਰਾਈਟ ਆਨਸਰ ਇਜ਼ ਆਪਸ਼ਨ ਡੀ। ਨੈਕਸਟ ਇਜ਼ ਅਰੇਂਜ ਦਾ ਫੋਲੋਇੰਗ ਇਨ ਅ ਕ੍ਰੋਨੋਲੋਜੀਕਲ ਆਰਡਰ। ਸੋ ਇਹਦੇ ਵਿੱਚ ਜਿਹੜਾ ਆ ਕ੍ਰੋਨੋਲੋਜੀ ਪੁੱਛੀ ਹੋਈ ਹੈ। ਸੋ ਚਾਰ ਚੀਜ਼ਾਂ ਇਹਨਾਂ ਨੇ ਸਾਨੂੰ ਦਿੱਤੀਆਂ ਨੇ। ਫਰਸਟ ਇਜ਼ ਆਲ ਇੰਡੀਆ ਕਿਸਾਨ ਸਭਾ, ਸੈਕਿੰਡ ਇਜ਼ ਕਾਂਗਰਸ ਸੋਸ਼ਲਿਸਟ ਪਾਰਟੀ, ਪੇਸ਼ਾਵਰ ਕੌਂਸਪੀਰੇਸੀ ਕੇਸ ਐਂਡ ਮੈਰਿਟ ਕੌਂਸਪੀਰੇਸੀ ਕੇਸ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤੇ ਆਪਾਂ ਪੇਸ਼ਾਵਰ ਕੌਂਸਪੀਰੇਸੀ ਦੀ ਗੱਲ ਕਰਦੇ ਹਾਂ। ਸੋ ਪੇਸ਼ਾਵਰ ਕੌਂਸਪੀਰੇਸੀ ਕੇਸ ਜਿਹੜੇ ਆ ਲਗਭਗ 5 ਲੀਗਲ ਕੇਸਿਸ ਚੱਲੇ ਨੇ 1922 ਤੋਂ ਲੈ ਕੇ 27 ਤੱਕ। ਇਹਦੇ ਵਿੱਚ ਕੁਝ ਜਿਹੜੇ ਮੁਜਾਹਿਰ ਸੀਗੇ, ਠੀਕ ਹੈ, ਸੋ ਮੁਜਾਹਿਰਸ ਵਾਸ ਬੇਸਿਕਲੀ ਗਰੁੱਪ ਆਫ ਮੁਸਲਿਮਸ, ਦੇ ਵਰ ਇਨਸਪਾਇਰਡ ਫॉर ਕਮਿਊਨਿਸਟ ਰੈਵੋਲੂਸ਼ਨ, ਜਿਹੜੀ ਉਸ ਵੇਲੇ ਬਲਸ਼ੇਵਿਕ ਰੈਵੋਲੂਸ਼ਨ ਹੋ ਰਹੀ ਸੀਗੀ ਰਸ਼ੀਆ ਦੇ ਵਿੱਚ, USSR ਦੇ ਵਿੱਚ, ਠੀਕ ਹੈ, ਉਸ ਤੋਂ ਇਨਸਪਾਇਰ ਹੋ ਕੇ ਜਿਹੜਾ ਇਹਨਾਂ ਨੇ ਕੁਝ ਇੱਥੇ ਆ ਕੇ ਐਕਟੀਵਿਟੀਜ਼ ਕੀਤੀਆਂ, ਠੀਕ ਹੈ, ਕਮਿਊਨਿਜ਼ਮ ਰਿਲੇਟਡ, ਜਿਹਦੇ ਕਿ ਬ੍ਰਿਟਿਸ਼ ਇੰਟੈਲੀਜੈਂਸੀ ਨੂੰ ਪਤਾ ਲੱਗਾ ਤੇ ਉਹਨਾਂ ਨੇ ਉਹਨਾਂ ਨੂੰ ਅਰੈਸਟ ਕਰ ਲਿਆ। ਸੋ ਦੈਟ ਵਾਸ ਪੇਸ਼ਾਵਰ ਕੌਂਸਪੀਰੇਸੀ ਕੇਸ 1922। ਦੈਨ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਦੈਟ ਇਜ਼ ਅਬਰ ਕ੍ਰੋਨੋਲੋਜੀ ਵਾਈਜ਼ ਦੇਖੀਏ ਤਾਂ ਸੈਕਿੰਡ ਨੰਬਰ ਤੇ ਜਿਹੜਾ ਆਉਂਦਾ ਦੈਟ ਇਜ਼ ਮੇਰਟ ਕੌਂਸਪੀਰੇਸੀ। ਮੇਰਟ ਕੌਂਸਪੀਰੇਸੀ ਜਿਹੜੀ ਹੈ ਦੈਟ ਇਜ਼ 1929 ਹੈ ਇਹਦਾ ਈਅਰ, ਠੀਕ ਹੈ। ਸੋ ਇਹਦੇ ਵਿੱਚ ਕੀ ਹੈ ਬੇਸਿਕਲੀ ਇੰਡੀਅਨ ਜਿਹੜੀ ਵਰਕਿੰਗ ਕਲਾਸ ਦੀ ਮੂਵਮੈਂਟ ਸੀਗੀ, ਇਹਦੇ ਵਿੱਚ 31 ਲੇਬਰ ਲੀਡਰਸ ਜਿਹੜੇ ਸੀ ਅਰੈਸਟ ਹੋਏ ਸੀਗੇ। ਉਸ ਟਾਈਮ ਟ੍ਰੇਡ ਯੂਨੀਅਨ ਐਕਟ ਆਇਆ ਸੀਗਾ ਜਿਹਦੇ ਤਹਿਤ ਇਹ ਮੂਵਮੈਂਟ ਚੱਲੀ ਸੀਗੀ, ਠੀਕ ਹੈ। ਸੋ ਉਹਦੇ ਵਿੱਚ ਕੁਝ ਪ੍ਰੋਵੀਜ਼ਨਸ ਦੇ ਅਗੇਂਸਟ। ਨੈਕਸਟ ਉਸ ਤੋਂ ਬਾਅਦ ਗੱਲ ਕਰੀਏ ਕਾਂਗਰਸ ਸੋਸ਼ਲਿਸਟ ਪਾਰਟੀ ਦੀ, ਤੇ ਇਹ ਮਤਲਬ ਇੱਕ ਤਰ੍ਹਾਂ ਦੀ ਸੋਸ਼ਲਿਸਟ ਆਈਡੀਓਲੋਜੀ ਨੂੰ ਲੈ ਕੇ ਇੱਕ ਵਿਦਿਨ INC ਇਹ ਪਾਰਟੀ ਜਿਹੜੀ ਹੈ ਬਣਾਈ ਗਈ, ਠੀਕ ਹੈ। ਜੈ ਪ੍ਰਕਾਸ਼ ਨਾਰਾਇਣ ਜਿਹੜੇ ਸੀ ਤੇ ਆਚਾਰਿਆ ਨਰਿੰਦਰ ਦੇਵ, ਠੀਕ ਹੈ, ਉਹਨਾਂ ਵੱਲੋਂ ਬਣਾਈ ਗਈ ਸੀ 1934 ਦੇ ਵਿੱਚ। ਤੇ ਰਾਸ਼ਟਰ ਹੈ ਗਿਆ ਆਲ ਇੰਡੀਆ ਕਿਸਾਨ ਸਭਾ। ਆਲ ਇੰਡੀਆ ਕਿਸਾਨ ਸਭਾ 1936 ਦੇ ਵਿੱਚ ਲਖਨਊ ਦੇ ਵਿੱਚ ਬਣਾਈ ਗਈ, ਠੀਕ ਹੈ। ਜਿਹੜੇ ਸਹਿਜਾਨੰਦ ਸਰਸਵਤੀ ਨੇ, ਹੀ ਵਾਸ ਆਲਸੋ ਐਸੋਸੀਏਟਡ ਵਿਦ ਕਮਿਊਨਿਸਟ ਪਾਰਟੀ, ਠੀਕ ਹੈ, ਸੋ ਉਹਨਾਂ ਵੱਲੋਂ। ਸੋ ਦਾ ਰਾਈਟ ਆਨਸਰ ਇਜ਼ 3, 4, 2 ਐਂਡ 1, ਰਾਈਟ। ਸਭ ਤੋਂ ਪਹਿਲਾਂ ਪੇਸ਼ਾਵਰ ਕੌਂਸਪੀਰੇਸੀ, ਫਿਰ ਮੇਰਠ, ਫਿਰ ਉਸ ਤੋਂ ਬਾਅਦ ਕਾਂਗਰਸ ਸੋਸ਼ਲਿਸਟ ਪਾਰਟੀ, ਦੈਨ ਆਲ ਇੰਡੀਆ ਕਿਸਾਨ ਸਭਾ। ਨੈਕਸਟ ਇਜ਼ ਸੋ ਅਗੇਨ ਇਹਦੇ ਵਿੱਚ ਕ੍ਰੋਨੋਲੋਜੀਕਲ ਸੀਕੁਐਂਸ ਪੁੱਛਿਆ ਆ, ਠੀਕ ਹੈ। ਸੋ ਫੇਮਸ ਰਿਬੈਲੀਅਨਸ ਦਿੱਤੇ ਗਏ ਨੇ ਸੰਥਲ, ਇੰਡੀਗੋ, ਸੰਨਿਆਸੀ ਐਂਡ ਮੁੰਡਾ ਰਿਬੈਲੀਅਨ, ਠੀਕ ਹੈ। ਸੋ ਸੰਨਿਆਸੀ ਰਿਬੈਲੀਅਨ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਹੋਇਆ ਆ, ਆਪਾਂ ਉੱਪਰ ਵੀ ਡਿਸਕਸ ਕੀਤਾ ਹੈ, 1770 ਤੋਂ 1777 ਦੇ ਵਿੱਚ, ਔਰ ਮੇਨ ਇਹਦੇ ਜਿਹੜੇ ਲੀਡਰ ਸੀ ਇਟ ਵਾਸ ਪੰਡਿਤ ਭਬਾਨੀ ਚੰਦਰ ਪਾਠਕ। ਦੈਨ ਉਸ ਤੋਂ ਬਾਅਦ ਸੰਥਲ ਰਿਬੈਲੀਅਨ ਜਿਹੜਾ ਹੋਇਆ ਆ ਇਹ 1855 ਦੇ ਵਿੱਚ, ਜਸਟ 2 years ਬਿਫੋਰ ਰਿਵੋਲਟ ਆਫ 1857। ਇਸੇ ਕਰਕੇ ਹੀ ਰਿਵੋਲਟ ਆਫ 1857 ਨੂੰ ਮਤਲਬ ਕਾਫੀ ਕੰਟਰਾਡਿਕਟਰੀ ਰਹਿੰਦਾ ਹੈ ਕਿ ਉਹਨੂੰ ਫਸਟ ਵਾਰ ਆਫ ਇੰਡੀਪੈਂਡੈਂਸ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਸ ਤੋਂ ਪਹਿਲਾਂ ਵੀ ਕਾਫੀ ਰਿਵੋਲਟ ਹੋਏ ਹੈ ਜਿਹਦੇ ਵਿੱਚੋਂ ਇਹ ਸਾਰੇ ਰਿਵੋਲਟਸ ਨੇ। ਸੋ ਸੰਥਲ ਰਿਬੈਲੀਅਨ 1855 ਦੇ ਵਿੱਚ ਮੇਨਲੀ 4 ਜਿਹੜੇ ਸੀਗੇ ਸਿਬਲਿੰਗ ਸੀਗੇ ਜਿਨ੍ਹਾਂ ਵੱਲੋਂ ਲੀਡ ਕੀਤਾ ਗਿਆ, ਦੈਟ ਵਾਸ ਸਿੱਧੂ, ਕਾਨਹੂ, ਠੀਕ ਹੈ, ਸਿੱਧੂ, ਕਾਨਹੂ, ਚੰਦ ਐਂਡ ਭੈਰਵ, ਸਿੱਧੂ, ਕਾਨਹੂ, ਚੰਦ ਐਂਡ ਭੈਰਵ, ਠੀਕ ਹੈ ਜੀ। ਸੋ ਉਸ ਤੋਂ ਬਾਅਦ ਸੰਨਿਆਸੀ ਤੋਂ ਬਾਅਦ ਆ ਗਿਆ ਤੁਹਾਡਾ ਸੰਥਲ। ਦੈਨ ਉਸ ਤੋਂ ਬਾਅਦ ਜਿਹੜਾ ਤੁਹਾਡਾ ਆਉਂਦਾ ਆ ਦੈਟ ਇਜ਼ ਇੰਡੀਗੋ ਰਿਬੈਲੀਅਨ। ਇੰਡੀਗੋ ਰਿਬੈਲੀਅਨ ਜਿਹੜਾ ਆ ਇਹ 1859 ਦੇ ਵਿੱਚ ਹੋਇਆ ਸੀ। ਇੰਡੀਗੋ ਫਾਰਮਰਸ ਨੇ ਜਿਹੜਾ ਇੰਡੀਗੋ ਪਲਾਂਟਰਸ ਦੇ ਅਗੇਂਸਟ ਐਜੀਟੇਸ਼ਨ ਸੀਗੀ। ਦੈਨ ਲਾਸਟ ਤੇ ਤੁਹਾਡਾ ਆਉਂਦਾ ਮੁੰਡਾ ਰਿਬੈਲੀਅਨ। ਮੁੰਡਾ ਰਿਬੈਲੀਅਨ ਜਿਹੜਾ ਆ 1899 ਤੇ 1900 ਦੇ ਵਿੱਚ ਇਹ ਰਿਵੋਲਟ ਜਿਹੜਾ ਸੀਗਾ ਇਟ ਵਾਜ਼ ਲੈਡ ਬਾਈ ਬਿਰਸਾ ਮੁੰਡਾ, ਠੀਕ ਹੈ। ਮੁੰਡਾ ਬੈਲਟ ਦੇ ਵਿੱਚ ਜਿਹੜਾ ਆ ਬੇਸਿਕਲੀ ਮੁੰਡਾ ਰਾਜ ਨੂੰ ਸਥਾਪਿਤ ਕਰਨ ਵਾਸਤੇ ਇਹ ਰਿਵੋਲਟ ਸੀਗਾ, ਟਰਾਈਬਲ ਰਾਈਟਸ ਨੂੰ, ਠੀਕ ਹੈ, ਪ੍ਰੋਟੈਕਟ ਕਰਨ ਵਾਸਤੇ। ਸੋ ਤੇ ਰਾਈਟ ਆਪਸ਼ਨ ਇਹਦੇ ਵਿੱਚ ਕੀ ਆਏਗੀ 3, 1, 2 ਤੇ 4, ਠੀਕ ਹੈ। ਸੋ ਦ ਰਾਈਟ ਆਨਸਰ ਇਜ਼ ਆਪਸ਼ਨ A। ਨੈਕਸਟ ਇਜ਼ ਅੰਡਰ ਹੂਜ਼ ਲੀਡਰਸ਼ਿਪ ਵਾਜ਼ ਅ ਮਿਸ਼ਨ ਸੈਂਟ ਟੂ ਕਾਬੁਲ ਬਾਈ ਲਾਰਡ ਆਕਲੈਂਡ। ਲਾਰਡ ਆਕਲੈਂਡ ਨੂੰ ਵਨ ਆਫ ਦਾ ਫੇਲੀਅਰ ਗਵਰਨਰ ਜਨਰਲ ਆਫ ਕਿਹਨੂੰ ਕਹਿੰਦੇ ਆ ਇੰਡੀਆ ਕਿਹਾ ਜਾਂਦਾ ਆ,
ਠੀਕ ਹੈ, ਕਿਉਂਕਿ ਇਹਨੇ ਮਤਲਬ ਇਹਦੀ ਗਲਤੀ ਦੇ ਨਾਲ ਬਹੁਤ ਸਾਰੇ ਬ੍ਰਿਟਿਸ਼ਰਸ ਜਿਹੜੇ ਸੀਗੇ ਉਹਨਾਂ ਦੀ ਮਤਲਬ ਜਿਹੜੇ ਫੌਜੀ ਸੀਗੇ, ਠੀਕ ਹੈ, ਉਹ ਸ਼ਹੀਦ ਹੋਏ ਸੀਗੇ। ਸੋ ਇਹਨੇ ਜਿਹੜਾ ਮਤਲਬ ਅਫਗਾਨਿਸਤਾਨ ਦੇ ਵਿੱਚ ਮਿਸ਼ਨ ਸੈਂਡ ਕੀਤਾ ਸੀਗਾ, ਜਿੱਥੋਂ ਇਹਨੂੰ ਬਹੁਤ ਜ਼ਿਆਦਾ ਕਰਾਰੀ ਵੀ ਹਾਰ ਮਿਲੀ ਸੀਗੀ, ਠੀਕ ਹੈ, ਬ੍ਰਿਟਿਸ਼ ਆਰਮੀ ਦਾ ਵੀ ਕਾਫੀ ਨੁਕਸਾਨ ਹੋਇਆ ਸੀਗਾ। ਇਟ ਵਾਜ਼ ਸੈਂਡ ਅੰਡਰ ਜਾਰਜ ਪੋਲਕ ਬਾਏ ਲਾਰਡ ਆਕਲੈਂਡ। ਨੈਕਸਟ ਇਜ਼ ਨਨ ਆਫ ਦ ਅਬਵ ਆਪਸ਼ਨ ਇਹਦੇ ਵਿੱਚ ਆਏਗਾ। Next is in the Battle of Plassey in 1957, Sirajuddaula was defeated by English East India Company mainly due to the trickery of Commander in Chief. So ਇਹਦੇ ਵਿੱਚ ਆਪਾਂ ਪਹਿਲਾਂ ਵੀ ਇੱਕ ਕੁਐਸਚਨ ਕੀਤਾ ਸੀਗਾ ਜਦੋਂ ਹਿਸਟਰੀ ਦੇ MCQs ਕੀਤੇ ਸੀਗੇ। ਸੋ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਮੀਰ ਜਾਫਰ ਨੂੰ ਆਪਾਂ ਟ੍ਰੇਟਰ ਆਫ ਇੰਡੀਆ ਵੀ ਕਹਿੰਦੇ ਆ, ਗੱਦਾਰੇ ਹਿੰਦ, ਠੀਕ ਹੈ, ਸੋ ਇਸੇ ਕਰਕੇ ਹੀ ਕਹਿੰਦੇ ਆ। ਨੈਕਸਟ ਇਜ਼ who founded and edited the 3 important papers, the Punjabi, Vande Mataram and the People? So Lala Lajpat Rai aayega answer। Next is again 1944 ਤੋਂ 47 ਤੱਕ ਦੇ ਕੁਝ ਜਿਹੜੇ ਇਵੈਂਟਸ ਦਿੱਤੇ ਆ, ਠੀਕ ਹੈ, ਸੋ ਕਰੈਕਟ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਆਪਾਂ ਇਹਨਾਂ ਨੂੰ ਅਰੇਂਜ ਕਰਨਾ ਆ। ਕਲੀਮੈਂਟ ਐਟਲੀ 1948 ਡੈਡਲਾਈਨ ਫॉर, ਇਹ ਸਾਨੂੰ ਪਤਾ ਆ ਕਿ ਇਹਨੇ ਜੂਨ 1948 ਡੈਡਲਾਈਨ ਦਿੱਤੀ ਸੀਗੀ, ਬਟ ਇਹ ਜਿਹੜਾ ਇਹਨੇ ਡਿਕਲੇਅਰ ਕੀਤਾ ਸੀਗਾ, ਠੀਕ ਹੈ, ਇਹ ਇਹਨੇ ਡਿਕਲੇਅਰ ਕੀਤਾ ਸੀਗਾ 20 ਫੈਬਰਰੀ, ਉੱਪਰ ਇੱਕ ਕੁਐਸਚਨ ਦੇ ਵਿੱਚ ਵੀ ਆਪਾਂ ਪੜ੍ਹਿਆ ਆ 1947 ਨੂੰ, ਠੀਕ ਹੈ, 20 ਫੈਬਰਰੀ 1947 ਨੂੰ ਇਹਨੇ ਡੈਡਲਾਈਨ ਦਿੱਤੀ ਸੀਗੀ, ਜੂਨ 1948 ਤੱਕ ਆਪਾਂ ਦੇਸ਼ ਖਾਲੀ ਕਰ ਜਾਵਾਂਗੇ। ਡਾਇਰੈਕਟ ਐਕਸ਼ਨ ਡੇ ਜਿਹੜਾ ਪ੍ਰੋਕਲੇਮ ਕੀਤਾ ਸੀ ਜਿਨ੍ਹਾਂ ਨੇ ਕਿ ਲੜਕੇ ਲੈਂਗੇ ਪਾਕਿਸਤਾਨ, ਠੀਕ ਹੈ, ਬਾਈ ਹੁੱਕ ਔਰ ਬਾਈ ਕਰੁਕ, ਇਹਨੇ ਕੀਤਾ ਸੀ 16 ਅਗਸਤ 1946 ਦੇ ਵਿੱਚ, ਜਿੱਦੋਂ ਬਹੁਤ ਸਾਰਾ ਮਾਸ ਕਿਲਿੰਗਸ ਹੋਈਆਂ ਸੀਗੀਆਂ ਸਪੈਸ਼ਲੀ ਕਲਕੱਤਾ ਦੇ ਵਿੱਚ, ਰਾਈਟ। ਦੈਨ ਉਸ ਤੋਂ ਬਾਅਦ ਜਿਹੜਾ ਆ ਉਹ ਆਉਂਦਾ ਆ ਕਾਂਗਰਸ ਲੈਡ ਇੰਟੈਰਿਮ ਗਵਰਨਮੈਂਟ, ਜਦੋਂ ਜਵਾਹਰ ਲਾਲ ਨਹਿਰੂ ਨੇ ਮਤਲਬ ਪ੍ਰਾਈਮ ਮਿਨਿਸਟਰ ਬਣੇ ਇੰਟੈਰਿਮ ਗਵਰਨਮੈਂਟ ਦੇ, ਸੋ ਇਹ ਵੀ 1946 ਦੇ ਵਿੱਚ ਬਣੇ ਆ, ਠੀਕ ਹੈ, ਲੇਕਿਨ ਇਹ ਬਣਿਆ ਸਤੰਬਰ 1946 ਦੇ ਵਿੱਚ, ਯਾਨੀ ਕਿ ਇਹ ਅਗਸਤ ਦੇ ਵਿੱਚ ਹੋਇਆ ਪੀਰੀਅਡ, ਇਹ ਹੋਇਆ 46 ਦੇ ਵਿੱਚ, ਯਾਨੀ ਕਿ 2 ਤੋਂ ਬਾਅਦ 3 ਹੀ ਆਊਗਾ। ਮਾਊਂਟਬੈਟਨ ਪਲਾਨ ਆਪਾਂ 3 ਜੂਨ ਪਲਾਨ ਵੀ ਕਹਿੰਦੇ ਆ, ਠੀਕ ਹੈ, 3 ਜੂਨ ਪਲਾਨ ਓਬਵੀਅਸਲੀ ਫੈਬਰਰੀ ਤੋਂ ਤੇ ਬਾਅਦ ਹੀ ਹੋਊਗਾ। ਸੋ ਦ ਰਾਈਟ ਆਂਸਰ ਇਜ਼ 2, 3, 1 and 4, ਰਾਈਟ ਆਂਸਰ ਇਜ਼ ਆਪਸ਼ਨ A। ਸੋ ਬਹੁਤ ਹੀ ਧਿਆਨ ਨਾਲ ਪੜ੍ਹ ਕੇ ਜਿਹੜੇ ਸਟੇਟਮੈਂਟ ਨੂੰ ਆਪਾਂ ਨੇ ਸੋਲਵ ਕਰਨਾ ਆ। ਨੈਕਸਟ ਇਜ਼ ਦ ਰੂਲਰ ਹੂ ਗੇਵ ਪਰਮਿਸ਼ਨ ਟੂ ਈਸਟ ਇੰਡੀਆ ਕੰਪਨੀ ਫॉर ਐਸਟੈਬਲਿਸ਼ਿੰਗ ਅ ਫੈਕਟਰੀ ਐਟ ਸੂਰਤ ਵਾਜ਼, ਸੋ ਹੀ ਵਾਜ਼ ਜਹਾਂਗੀਰ। 1613 ਦੇ ਵਿੱਚ ਜਿਹੜਾ ਇਹਨੇ ਸੂਰਤ ਦੇ ਵਿੱਚ ਫੈਕਟਰੀ ਐਸਟੈਬਲਿਸ਼ ਕਰਨ ਲਈ ਪਰਮਿਸ਼ਨ ਦਿੱਤੀ ਸੀਗੀ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ European trading companies adopted blue water policy in India? So Portuguese company, so basically ਜਿਹੜਾ ਪੁਰਤਗੀਜ਼ ਦਾ ਫਰਸਟ ਗਵਰਨਰ ਸੀਗਾ ਅਲਫੈਂਸੋ ਅਲਮੇਡਾ, ਠੀਕ ਹੈ, ਸੋ ਇਹਦੀ ਇਹ ਪਾਲਿਸੀ ਸੀਗੀ ਬਲੂ ਵਾਟਰ ਪਾਲਿਸੀ। ਇਹ ਕਹਿੰਦਾ ਸੀਗਾ ਇੰਡੀਅਨ ਓਸ਼ੀਅਨ ਦੇ ਉੱਤੇ ਜਿਹੜਾ ਸਾਡੀ ਮਾਸਟਰੀ ਹੋਣੀ ਚਾਹੀਦੀ ਹੈ, ਲੈਂਡ ਦੇ ਉੱਤੇ ਆਪਾਂ ਕੀ ਕਰਨਾ। ਨੈਕਸਟ ਇਜ਼ ਹੂ ਅਮੰਗ ਦਾ ਫੋਲੋਇੰਗ ਰੋਡ ਪਗੜੀ ਸੰਭਾਲ ਜੱਟਾ, ਐਜ਼ ਆਈ ਹੈਵ ਟੋਲਡ ਯੂ, ਬਾਂਕੇ ਦਿਆਲ, ਠੀਕ ਹੈ, ਉੱਪਰ ਵੀ ਆਪਾਂ ਡਿਸਕਸ ਕੀਤਾ ਹੈ। ਨੈਕਸਟ ਇਜ਼ ਹੂ ਅਮੰਗ ਦਾ ਫੋਲੋਇੰਗ ਡਾਈਡ ਡਿਊਰਿੰਗ ਹੰਗਰ ਸਟ੍ਰਾਈਕ ਬਾਈ ਭਗਤ ਸਿੰਘ ਐਂਡ ਹਿਜ਼ ਐਸੋਸੀਏਟਸ ਇਨ ਜੇਲ? ਸੋ ਜਤਿਨ ਦਾਸ ਜੀ ਹੈ, ਉਹਨਾਂ ਦੀ ਮਤਲਬ ਹੰਗਰ ਸਟ੍ਰਾਈਕ ਕਰਕੇ ਡੈਥ ਹੋਈ ਸੀਗੀ, 60 ਡੇਜ਼ ਦਾ ਫਾਸਟ ਰੱਖਿਆ ਸੀ। ਨੈਕਸਟ ਇਜ਼ ਅਗੇਨ ਕ੍ਰੋਨੋਲੋਜੀਕਲ ਆਰਡਰ ਦਾ ਹੀ ਕੁਐਸਚਨ ਆਇਆ ਹੈ। ਸੋ ਕਮਿਊਨਲ ਅਵਾਰਡ, ਠੀਕ ਹੈ, ਰਾਮਸੇ ਮੈਕਡੋਨਲਡ ਦਾ ਜਿਹੜਾ ਆਇਆ ਸੀ 1932 ਦੇ ਵਿੱਚ ਆਇਆ ਸੀ। ਸਾਈਮਨ ਕਮਿਸ਼ਨ 1927 ਦੇ ਵਿੱਚ ਆਇਆ, ਕੈਬਨਿਟ ਮਿਸ਼ਨ 1946 ਦੇ ਵਿੱਚ, ਤੇ ਵੇਵਲ ਪਲਾਨ 1945 ਦੇ ਵਿੱਚ। ਸੋ ਇਹਨੂੰ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਆਪਾਂ ਅਰੇਂਜ ਕਰੀਏ, ਸਭ ਤੋਂ ਪਹਿਲਾਂ ਆਏਗਾ ਸਾਈਮਨ ਕਮਿਸ਼ਨ, ਉਸ ਤੋਂ ਬਾਅਦ ਆਏਗਾ ਕਮਿਊਨਲ ਅਵਾਰਡ, ਉਸ ਤੋਂ ਬਾਅਦ ਆਏਗਾ ਵੇਵਲ ਪਲਾਨ ਐਂਡ ਲਾਸਟ ਤੇ ਆਏਗਾ ਕੈਬਨਿਟ ਮਿਸ਼ਨ। 2, 1, 4, 3, so the right answer is option B. Next is in connection to Government of India 1935, consider the following. So first statement है कि act came into effect in 1937, so it is correct. Next is act laid down the high court would be composed of at least 3 judges, of whom one would be chief justice. So ये भी ठीक है। The act ensured the provisions of all India services, ये भी ठीक है। According to act, the governor general is only required to act according to the advice of council of ministers. So सारियां ही statements correct ने। Next is ਸੋ ਇਹ ਸਿਸਟਮਸ ਨੇ ਕਿੰਨੇ ਲਾਂਚ ਕੀਤੇ ਉਹਦੇ ਦੁਆਰਾ। ਸੋ ਲਾਰਡ ਕਲਾਈਵ ਨੇ ਇਹਦੇ ਵਿੱਚੋਂ ਜਿਹੜਾ ਹੈ ਡਿਊਲ ਗਵਰਨਮੈਂਟ ਸ਼ੁਰੂ ਕੀਤੀ ਸੀ ਬੰਗਾਲ ਦੀ, ਠੀਕ ਹੈ, ਜਿਹਦੇ ਵਿੱਚ ਦੀਵਾਨੀ ਦੇ ਫੌਜਦਾਰੀ ਜਿਹੜੀਆਂ ਰਾਈਟਸ ਸੀਗੀਆਂ ਉਹ ਅੱਗੋਂ ਇੰਡੀਅਨਸ ਨੂੰ ਦਿੱਤੀਆਂ ਗਈਆਂ। ਨੈਕਸਟ ਉਸ ਤੋਂ ਬਾਅਦ ਲਾਰਡ ਵੈਲੇਸਲੀ ਇੰਟਰੋਡਿਊਸ ਸਬਸਿਡਰੀ ਅਲਾਇੰਸ ਸਿਸਟਮ, ਲਾਰਡ ਡਲਹੌਜ਼ੀ ਇੰਟਰੋਡਿਊਸ ਡਾਕਟ੍ਰਿਨ ਆਫ ਲੈਪਸ ਐਂਡ ਲਾਰਡ ਕਰਜ਼ਨ brought Indian Universities Commission in 1904, ਠੀਕ ਹੈ। ਸੋ ਰਾਈਟ ਆਂਸਰ ਕੀ ਆਏਗਾ ਇਹਦਾ? 4, then 1, then 3, then 2, 4, 1, 3, 2. Right answer is option B. Next is when and between whom was Battle of Buxar fought? So it was fought in 1764 between English and Confederacy of Mir Qasim.
ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਇਜ਼ ਇਨਕਰੈਕਟਲੀ ਮੈਚ। ਸੋ ਇਨਕਰੈਕਟਲੀ ਮੈਚ ਪੁੱਛਿਆ 1857 ਦੇ ਰਿਵੋਲਟ ਤੇ। ਸੋ ਕਿੱਥੋਂ ਕਿੱਥੋਂ ਕਿਹੜਾ ਲੀਡਰ ਹੈ? ਕਾਨਪੁਰ ਤੋਂ ਨਾਨਾ ਸਾਹਿਬ ਸੀਗੇ, ਦਿੱਲੀ ਤੋਂ ਬਖਤ ਖਾਨ ਸੀ, ਫੈਜ਼ਾਬਾਦ ਤੋਂ ਜਿਹੜਾ ਸੀਗਾ, ਫੈਜ਼ਾਬਾਦ ਦਾ ਜਿਹੜਾ ਹੈ ਗਲਤ ਹੈ, ਫੈਜ਼ਾਬਾਦ ਤੋਂ ਸੀਗੇ ਮੌਲਵੀ ਅਹਿਮਦੁੱਲਾ, ਠੀਕ ਹੈ, ਮੌਲਵੀ ਅਹਿਮਦੁੱਲਾ ਸੀਗੇ। ਸੋ ਇਹ ਕੁਐਸਚਨ ਮਤਲਬ ਸੀ ਆਪਸ਼ਨ ਜਿਹੜੀ ਹੈ ਗਲਤ ਹੈ, ਬਰੇਲੀ ਤੋਂ ਖਾਨ ਬਹਾਦੁਰ ਸੀਗੇ। ਨੈਕਸਟ ਇਜ਼ ਦ ਟਰਮ ਮਹਿਲਵਾੜੀ। ਮਹਿਲਵਾੜੀ ਦਾ ਸਿਸਟਮ ਦਾ ਮਤਲਬ ਹੁੰਦਾ ਐਸਟੇਟ, ਠੀਕ ਹੈ, ਇੱਕ ਗਰੁੱਪ ਆਫ ਵਿਲੇਜ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਜਿਹੜਾ ਰੈਵਨਿਊ ਡਰਾਈਵ ਹੁੰਦਾ ਸੀਗਾ ਉਹ ਮਤਲਬ ਇੱਕ ਕਲੈਕਟਿਵਲੀ ਇੱਕ ਐਸਟੇਟ ਤੋਂ ਐਜ਼ ਅ ਵਿਲੇਜ ਕੰਬਾਈਨ ਰੈਵਨਿਊ ਜਿਹੜਾ ਕਲੈਕਟ ਹੁੰਦਾ ਸੀ। ਸਿਸਟਮ ਡਰਾਈਵ ਇਟਸ ਨੇਮ ਫਰੋਮ ਦ ਵਰਡ ਮਹਿਲ ਵਿਚ ਮੀਨਸ ਐਨ ਐਸਟੇਟ ਔਰ ਵਿਲੇਜ। Who authored the book Poverty? Again repeated question है, दादा भाई नारोजी वाला Poverty and British Rule in India. Next is with reference to Raja Ram Mohan Rai, which of the following statement is or are correct? So correct statement identify करनी है। First statement है he believed that English education would open the gates of liberal thought of English in India, ठीक है। in मतलब ਆਪਾਂ ਕਰੀਏ ਤੇ in conclusion ਕਿ ਉਹ support ਕਰਦੇ ਸੀ English education ਨੂੰ, ठीक है। he sponsored the opening of Hindu college and fought for the freedom of press, ठीक है भी ठीक है। he was first man to enunciate the rights of man, so ਇਹ ਗਲਤ ਹੈ, ਇਹਨਾਂ ਤੋਂ ਪਹਿਲਾਂ ਵੀ ਕਾਫੀ ਜ਼ਿਆਦਾ ਜਿਹੜਾ ਆ ਰਹੇ ਆ। he cannot be called as prophet of humanity, ਕੋਈ ਵੀ ਜਿਹੜਾ ਅੱਛੇ ਕੰਮ ਕਰਦਾ ਉਹਨੂੰ ਆਪਾਂ prophet of humanity ਕਹਿ ਸਕਦੇ ਹਾਂ। ਸੋ ਇਹ ਵੀ ਸਟੇਟਮੈਂਟ ਗਲਤ ਹੈ, 1 and 2 ਹੀ ਜਿਹੜੀਆਂ ਨੇ ਕਰੈਕਟ ਨੇ। ਨੈਕਸਟ ਇਜ਼ who amongst the following introduced railway for the first time in India? ਸੋ 1853 ਦੇ ਵਿੱਚ ਬੰਬੇ ਟੂ ਥਾਣੇ ਪਹਿਲੀ ਰੇਲ ਚੱਲੀ ਹੈ, ਛੋਟੇ ਹੁੰਦੇ ਪੜ੍ਹ ਰਹੇ ਹਾਂ, ਠੀਕ ਹੈ, ਲਾਰਡ ਡਲਹੌਜ਼ੀ ਨੇ ਇੰਟਰੋਡਿਊਸ ਕੀਤੀ ਹੈ। ਨੈਕਸਟ ਇਜ਼ which ਗਵਰਨਰ ਜਨਰਲ brought civil services? ਲਾਰਡ ਕਾਰਨਵਾਲਿਸ, ਠੀਕ ਹੈ, ਜਾਂ ਫਾਦਰ ਆਫ ਸਿਵਲ ਸਰਵਿਸਿਜ਼ ਵੀ ਇਹਨੂੰ ਕਹਿੰਦੇ ਆ। 1922 ਦੇ ਵਿੱਚ who organized ਸਵਰਾਜ ਪਾਰਟੀ along with CR ਦਾਸ? ਸੋ ਮੋਤੀ ਲਾਲ ਨਹਿਰੂ ਜਿਹੜੇ ਆ ਉਹਨਾਂ ਨੇ ਆਰਗੇਨਾਈਜ਼ ਕੀਤੀ ਸੀਗੀ ਸਵਰਾਜ ਪਾਰਟੀ। ਮੇਰਠ ਕਨਸਪੀਰੇਸੀ ਕੇਸ ਆਪਾਂ ਉੱਪਰ ਵੀ ਡਿਸਕਸ ਕੀਤਾ, ਇਟ ਵਾਸ ਰਿਲੇਟਡ ਟੂ ਟ੍ਰੇਡ ਯੂਨੀਅਨ ਐਕਟ। ਨੈਕਸਟ ਹੈ ਅਗੇਨ ਕ੍ਰੋਨੋਲੋਜੀਜ਼ ਨੇ, ਠੀਕ ਹੈ, ਇੰਡੀਅਨ ਕਾਉਂਸਲ ਕੁਝ ਐਕਟਸ ਨੇ ਉਹਨਾਂ ਨੂੰ ਅਰੇਂਜ ਕਰਨਾ ਆ। ਸੋ ਇਹਦੇ ਵਿੱਚ ਵੈਸੇ ਤਾਂ ਇਹਨਾਂ ਨੂੰ ਦੇਣਾ ਚਾਹੀਦਾ ਕਿ ਫਸਟ ਟਾਈਮ ਜਿਹੜਾ ਐਕਟ ਲਿਆਂਦਾ, ਠੀਕ ਹੈ, ਇਹ ਈਅਰ ਨਹੀਂ ਦਿੱਤਾ, ਓਬਵੀਅਸਲੀ ਈਅਰ ਨਹੀਂ ਬਟ ਫਸਟ ਤੇ ਲਿਖ ਸਕਦੇ ਸੀ ਐਟਲੀਸਟ, ਕਿਉਂਕਿ ਕਾਉਂਸਲ ਐਕਟ ਬਹੁਤ ਸਾਰੇ ਆਏ ਆ। ਸੋ ਇਹਦੇ ਵਿੱਚ ਆਪਾਂ ਮੰਨ ਕੇ ਚੱਲਦੇ ਹਾਂ 1862 ਦੇ ਵਿੱਚ ਇਹ ਆਇਆ ਆ, ਠੀਕ ਹੈ। ਦੈਨ ਉਸ ਤੋਂ ਬਾਅਦ ਜਿਹੜਾ ਆਪਣਾ ਪਾਰਟੀਸ਼ਨ ਆਫ ਬੰਗਾਲ ਹੋਇਆ ਵੀ ਸਾਨੂੰ ਪਤਾ ਹੈ ਕਿ 1905 ਦੇ ਵਿੱਚ ਹੋਇਆ। ਇੰਡੀਅਨ ਯੂਨੀਵਰਸਿਟੀਜ਼ ਐਕਟ ਜਿਹੜਾ ਆ ਕਰਜ਼ਨ ਲੈ ਕੇ ਆਇਆ ਆ, ਠੀਕ ਹੈ, 1904 ਦੇ ਵਿੱਚ, ਠੀਕ ਹੈ। ਦੈਨ ਉਸ ਤੋਂ ਬਾਅਦ ਰਹਿ ਗਿਆ ਤੁਹਾਡਾ ਕ੍ਰਿਮੀਨਲ ਲਾਅ ਅਮੈਂਡਮੈਂਟ ਬਿੱਲ, ਇਹ ਫਸਟ ਟਾਈਮ ਆਇਆ ਸੀ 1908 ਦੇ ਵਿੱਚ। ਕ੍ਰੋਨੋਲੋਜੀ ਦੇਖੀਏ ਤੇ ਪਹਿਲਾਂ ਇਹਦਾ ਬਣਦਾ ਹੈ ਆਨਸਰ ਤੁਹਾਡਾ 1 2 4 ਤੇ 3, ਠੀਕ ਹੈ, 1 2 4 ਤੇ 3। ਰਾਈਟ ਆਨਸਰ ਇਜ਼ ਆਪਸ਼ਨ A। Next is Maulvi Ahmadullah Shah was one of the central figures in the revolt of 1857 in Awadh and Rohilkhand, ठीक है, बिल्कुल सही है। He is said to have diplomatically avoided Sir Colin Campbell twice in pitched battle, so ये भी ठीक है, 2 बारी टालिया सीगा उन्होंने, ठीक है। Next is British officers and military commanders have praised his military qualities, ठीक है, ये भी ठीक है। नेक्स्ट इज वी डी सावरकर हैज़ क्रिटिसाइज द हीरोइज्म ऑफ मौलवी अहमदुल्ला। सो एक गलत है क्योंकि इन्होंने बहुत ज़्यादा एप्रीशिएट किया है उन्होंने मतलब इदा जी इंडियन वार ऑफ इंडिपेंडेंस बुक है वी डी सावरकर दी, ठीक है, इंडियन वार ऑफ इंडिपेंडेंस। सो ये इन्हों की मतलब हीरोइज्म को काफ़ी ज़्यादा एप्रीशिएट किया। सो द राइट आंसर इज ऑप्शन 1 2 and 3 ऑप्शन A। नैक्सट इज अरेंज द फॉलोइंग, आई भी अगेन क्रोनोलॉजिकली देखो किन्ने क्वेश्चन ਜਿਹੜੇ ਆਪਾਂ ਕਰ ਚੁੱਕੇ ਹਾਂ ਨਾ। ਸੋ ਕਿੰਨਾ ਜ਼ਿਆਦਾ ਇੰਪੋਰਟੈਂਟ ਆ ਕਿ ਆਪਾਂ ਈਅਰਸ ਨੂੰ ਵੀ ਰਿਮੈਂਬਰ ਰੱਖੀਏ। ਸੋ ਇਹ ਕੁਝ ਐਗਰੀਮੈਂਟਸ ਨੇ ਉਹਨਾਂ ਦੀ ਕ੍ਰੋਨੋਲੋਜੀ ਵਾਈਜ਼ ਆਪਾਂ ਨੂੰ ਅਰੇਂਜ ਕਰਨਾ ਹੈ। ਇਹਦੇ ਵਿੱਚ ਸਭ ਤੋਂ ਸੌਖਾ ਜੇ ਆਪਾਂ ਲੱਭੀਏ ਤਾਂ ਤਾਸ਼ਕੰਦ ਐਗਰੀਮੈਂਟ ਹੈ ਕਿਉਂਕਿ 1965 ਦੀ ਜਿਹੜੀ ਇੰਡੀਆ ਪਾਕਿਸਤਾਨ ਦੀ ਵਾਰ ਹੋਈ ਸੀ ਉਸ ਤੋਂ ਬਾਅਦ 1966 ਦੇ ਵਿੱਚ ਇਹਨੂੰ ਕਨਕਲੂਡ ਕੀਤਾ ਗਿਆ, ਜਿਹਦੇ ਵਿੱਚ ਆਪਣੇ ਜਿਹੜੇ PM ਸੀਗੇ ਲਾਲ ਬਹਾਦਰ ਸ਼ਾਸਤਰੀ, ਜਿਹੜੇ ਨੈਕਸਟ ਡੇ ਉਹਨਾਂ ਦੀ ਡੈਥ ਹੋ ਗਈ ਸੀ ਉਦੋਂ, ਤੇ ਜਿਹੜਾ ਪਾਕਿਸਤਾਨ ਦਾ ਉਸ ਟਾਈਮ ਪ੍ਰੈਜ਼ੀਡੈਂਟ ਸੀ ਮੁਹੰਮਦ ਅਯੂਬ, ਉਹਦੇ ਵਿੱਚ ਸਾਈਨ ਹੋਇਆ ਸੀਗਾ। ਸ਼ਿਮਲਾ ਐਗਰੀਮੈਂਟ ਜਿਹੜਾ ਆ ਇਹ 1972 2 ਜੁਲਾਈ 1972 ਨੂੰ, ਠੀਕ ਹੈ, ਸਾਈਨ ਹੋਇਆ ਸੀਗਾ। ਇਹ ਆਪਣਾ ਬੇਨਜ਼ੀਰ ਭੁੱਟੋ ਦੇ ਵਿੱਚ ਤੇ ਇੱਕ ਜਿਹੜਾ ਆਪਣੇ ਇੰਦਰਾ ਗਾਂਧੀ, ਠੀਕ ਹੈ, ਜ਼ੁਲਫੀਕਰ ਭੁੱਟੋ, ਸੌਰੀ ਬੇਨਜ਼ੀਰ ਨਹੀਂ, ਜ਼ੁਲਫੀਕਰ ਭੁੱਟੋ ਤੇ ਆਪਣਾ ਇੰਦਰਾ ਗਾਂਧੀ ਦੇ ਵਿੱਚ ਸਾਈਨ ਹੋਇਆ ਸੀਗਾ। ਤੇ ਉਹਦੇ ਵਿੱਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਐਜ਼ ਐਨ ਇੰਡੀਪੈਂਡੈਂਟ ਕੰਟਰੀ ਐਕਨੋਲੇਜ ਕੀਤਾ। ਇੰਡੀਅਨ ਸੋਵੀਅਤ ਫਰੈਂਡਸ਼ਿਪ ਟ੍ਰੀਟੀ ਜਿਹੜੀ ਹੈ 1971 ਦੇ ਵਿੱਚ ਸਾਈਨ ਹੋਈ ਸੀਗੀ, ਠੀਕ ਹੈ, ਸਟ੍ਰੈਟੇਜਿਕ ਪਾਰਟਨਰਸ਼ਿਪ ਲਈ। ਤੇ ਇੰਡੀਆ US ਦੀ ਨਿਊਕਲੀਅਰ ਡੀਲ ਸਭ ਤੋਂ ਲੇਟੈਸਟ ਹੈ, 2005 ਸਮਿਟ ਦੇ ਵਿੱਚ ਇਹ ਗੱਲ ਹੋਈ ਸੀ ਔਰ 2006 ਦੇ ਵਿੱਚ ਜਿਹੜੇ ਆਪਣੇ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਤੇ ਉਸ ਟਾਈਮ ਦੇ ਜੋ ਪ੍ਰੈਜ਼ੀਡੈਂਟ ਸੀਗੇ ਜਾਰਜ W ਬੁਸ਼ ਅਮਰੀਕਾ ਦੇ, ਉਹਨਾਂ ਦੇ ਵਿੱਚ ਇਹ ਸਾਈਨ ਹੋਈ ਸੀਗੀ। ਸੋ ਇਹਦਾ ਜਿਹੜਾ ਰਾਈਟ ਕ੍ਰੋਨੋਲੋਜੀ ਬਣਦੀ ਹੈ ਉਹ ਬਣਦੀ ਹੈ ਤਾਸ਼ਕੰਦ ਨੰਬਰ 1 ਤੇ, ਯਾਨੀ ਕਿ 3, ਦੈਨ ਉਸ ਤੋਂ ਬਾਅਦ ਸੋਵੀਅਤ 2, ਦੈਨ ਸ਼ਿਮਲਾ 4, ਦੈਨ ਲਾਸਟ ਤੇ
Indo-US. So 3-2-4-1 option A. Next है, which one of the following act reports created federal courts in India? So federal court ਜਿਹੜੀ ਹੈ, it was set up by Government of India Act 1935. It was further replaced by Supreme Court of India on 28th January 1950. 1950 28 ਜਨਵਰੀ 1950 ਦੇ ਵਿੱਚ ਇਹ ਫੈਡਰਲ ਕੋਰਟ ਜਿਹੜੀ ਹੈ ਸੁਪਰੀਮ ਕੋਰਟ ਆਫ ਇੰਡੀਆ ਬਣੀ ਹੈ। ਦੈਨ ਉਸ ਤੋਂ ਬਾਅਦ ਹੈ consider the following statement, the Charter Act of 1833 was enacted during the tenure of William Bentinck, ਠੀਕ ਹੈ। ਸੋ ਇਹਦੇ ਵਿੱਚ ਬਹੁਤ ਹੀ ਸੌਖਾ ਤਰੀਕਾ ਇਹਨੂੰ ਲੱਭਣ ਦਾ, ਕਿਉਂਕਿ ਸਾਨੂੰ ਪਤਾ ਹੈ 1829 ਦੇ ਵਿੱਚ ਇਹਨਾਂ ਨੇ ਰਾਜਾ ਰਾਮ ਮੋਹਨ ਰਾਏ ਦੀ ਅਸਿਸਟੈਂਟ ਨਾਲ ਸਤੀ ਸਿਸਟਮ ਨੂੰ ਸਪਰੈਸ ਕੀਤਾ ਸੀਗਾ, ਠੀਕ ਹੈ। 33 ਦੇ ਵਿੱਚ ਚਾਰਟਰ ਐਕਟ ਆਇਆ, ਦੈਟ ਮੀਨਸ ਕਿ ਉਸ ਟਾਈਮ ਇਹ ਗਵਰਨਰ ਜਨਰਲ ਉਹਦੇ ਉਸੇ ਐਕਟ ਦੇ ਥਰੂ ਹੀ ਇਹ ਗਵਰਨਰ ਜਨਰਲ ਆਫ ਇੰਡੀਆ ਬਣੇ ਸੀ ਫਸਟ, ਠੀਕ ਹੈ। ਸੋ ਇਹ ਵੀ ਬਿਲਕੁਲ ਸਹੀ ਹੋ ਗਈ ਸਟੇਟਮੈਂਟ। ਸੋ ਇਹਦੇ ਵਿੱਚ ਮੇਨਲੀ ਹੋਇਆ ਕੀ ਸੀਗਾ ਕਿ ਜਿੰਨੀਆਂ ਵੀ ਸਪੈਸ਼ਲੀ ਬੰਬੇ ਤੇ ਮਦਰਾਸ ਦੀਆਂ ਪ੍ਰੈਜ਼ੀਡੈਂਸੀ ਸੀਗੀਆਂ, ਉਹਨਾਂ ਦਾ ਜੋ ਵੀ ਲੈਜਿਸਲੇਟਿਵ ਕੰਟਰੋਲ ਸੀਗਾ ਉਹ ਇਹਦੇ ਅੰਡਰ ਆ ਗਿਆ ਸੀਗਾ, ਗਵਰਨਰ ਜਨਰਲ ਆਫ ਇੰਡੀਆ ਦੇ ਅੰਡਰ। ਸੋ ਇਹਦੇ ਵਿੱਚ ਆਹ ਸਟੇਟਮੈਂਟ ਜਿਹੜੀ ਹੈ ਫਿਰ ਗਲਤ ਹੈ, ਕਿਉਂਕਿ ਇਹਦੇ ਵਿੱਚ ਉਹ ਕਹਿੰਦਾ ਕਿ ਗਵਰਨਰ ਆਫ ਬੰਬੇ ਵਾਸ ਅਪੁਆਇੰਟਡ ਐਜ਼ ਫਸਟ ਡਿਪਟੀ ਗਵਰਨਰ ਜਨਰਲ ਆਫ ਇੰਡੀਆ ਥਰੂ ਦਿਸ ਐਕਟ। ਸੋ ਇਹ ਸਟੇਟਮੈਂਟ ਗਲਤ ਆ, ਠੀਕ ਹੈ, ਕਿਉਂਕਿ ਉਹ ਮਰਜ ਕਰ ਗਿਆ, ਉਹ ਅੰਡਰ ਆ ਗਿਆ ਇਹਦੇ ਗਵਰਨਰ ਜਨਰਲ ਆਫ ਇੰਡੀਆ ਦੇ। ਸੋ ਵਿਲੀਅਮ ਬੈਂਟਿਕ ਫਸਟ ਗਵਰਨਰ ਜਨਰਲ ਆਫ ਇੰਡੀਆ ਬਣੇ ਸੀ ਇਸ ਐਕਟ। ਸੋ ਸਟੇਟਮੈਂਟ 1, 2 ਤੇ 4 ਹੀ ਸਹੀ ਹੈ। ਸੋ ਇਹਦੇ ਵਿੱਚ ਨਾਟ ਕਰੈਕਟ ਉਹਨੇ ਪੁੱਛਿਆ, ਸੋ ਨਾਟ ਕਰੈਕਟ ਸਿਰਫ ਇੱਕੋ ਹੀ ਹੈ 3। ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ, ਠੀਕ ਹੈ। Next है, in connection with Indian Independence Act 1947 consider the following statements. The British ਹੁਣ ਇਹਦੇ ਵਿੱਚ ਵੀ ਉਹਨੇ ਕੀ ਹੈ ਅਗੇਨ ਕ੍ਰੋਨੋਲੋਜੀ ਪੁੱਛੀ ਹੈ। ਸੋ ਇੰਡੀਅਨ ਇੰਡੀਪੈਂਡੈਂਸ ਐਕਟ ਦੇ ਕੁਝ ਮਤਲਬ ਇਹ ਈਵੈਂਟਸ ਨੇ ਜਿਨ੍ਹਾਂ ਨੂੰ ਆਪਾਂ ਕ੍ਰੋਨੋਲੋਜੀਕਲੀ ਅਰੇਂਜ ਕਰਨਾ ਆ। ਸੋ ਬ੍ਰਿਟਿਸ਼ ਅਗਰ ਆਪਾਂ ਦੇਖੀਏ ਸਰ ਸਟੈਫਰਡ ਕ੍ਰਿਪਸ, ਸਾਨੂੰ ਪਤਾ ਕ੍ਰਿਪਸ ਪ੍ਰਪੋਜ਼ਲ ਕਦੋਂ ਆਇਆ ਸੀਗਾ 1942, ਜਿਹਦੇ ਫੇਲ ਹੋਣ ਤੋਂ ਬਾਅਦ ਕਿਹੜੀ ਮੂਵਮੈਂਟ ਸ਼ੁਰੂ ਹੋਈ ਸੀ, ਕੁਇਟ ਇੰਡੀਆ ਮੂਵਮੈਂਟ, ਹੈ ਨਾ, ਅਗਰ ਤੁਹਾਨੂੰ ਯਾਦ ਹੋਏ ਆਪਾਂ ਪਹਿਲਾਂ ਵੀ ਡਿਸਕਸ ਕੀਤਾ। ਦੂਸਰਾ ਹੈਗਾ ਬ੍ਰਿਟਿਸ਼ ਗਵਰਨਮੈਂਟ ਅਪੁਆਇੰਟਡ ਅ 3 ਮੈਂਬਰ ਕੈਬਨਿਟ ਮਿਸ਼ਨ। 3 ਮੈਂਬਰ ਕੈਬਨਿਟ ਮਿਸ਼ਨ ਜਿਹੜਾ 1946 ਦੇ ਵਿੱਚ ਅਪੁਆਇੰਟ ਹੋਇਆ ਆ। ਕਲੀਮੈਂਟ ਐਟਲੀ ਬਿਕੇਮ ਦਾ ਪ੍ਰਾਈਮ ਮਿਨਿਸਟਰ ਆਫ ਬ੍ਰਿਟੇਨ 1945 ਦੇ ਵਿੱਚ ਹੋ ਗਿਆ ਸੀਗਾ ਅਪੁਆਇੰਟ, ਠੀਕ ਹੈ। ਰੈਜ਼ੋਲੂਸ਼ਨ ਆਫ ਪੂਰਨ ਸਵਰਾਜ ਕੰਪਲੀਟ ਇੰਡੀਪੈਂਡੈਂਸ ਜਿਹੜੀ ਲਾਹੌਰ ਸੈਸ਼ਨ ਜਿਹੜਾ ਹੋਇਆ ਸੀਗਾ 1929 ਦੇ ਵਿੱਚ, ਉਦੋਂ ਲਿਆ ਗਿਆ ਸੀਗਾ ਇਹ, ਠੀਕ ਹੈ, ਕੰਪਲੀਟ ਜਿਹੜਾ ਰੈਜ਼ੋਲੂਸ਼ਨ ਹੈ ਪੂਰਨ ਸਵਰਾਜ ਦਾ। ਸੋ ਕ੍ਰੋਨੋਲੋਜੀਕਲੀ ਦੇਖੀਏ ਤੇ ਆਪਾਂ ਸਾਰੇ ਈਅਰਸ ਦੇਖ ਲਏ ਆ। ਸੋ ਸਭ ਤੋਂ ਪਹਿਲਾਂ ਜਿਹੜਾ ਆਏਗਾ ਪੂਰਨ ਰੈਜ਼ੋਲੂਸ਼ਨ ਆਊਗਾ ਇਹ ਵਾਲਾ ਪੂਰਨ ਸਵਰਾਜ ਦਾ, ਯਾਨੀ ਕਿ 4। ਉਸ ਤੋਂ ਬਾਅਦ 42 ਈਅਰ ਵਾਲਾ ਕਿਹੜਾ ਆ ਕ੍ਰਿਪਸ ਮਿਸ਼ਨ, ਠੀਕ ਹੈ, 1। ਉਸ ਤੋਂ ਬਾਅਦ ਆ ਗਿਆ ਤੁਹਾਡਾ ਕਲੀਮੈਂਟ ਐਟਲੀ ਪ੍ਰਾਈਮ ਮਿਨਿਸਟਰ ਬਣ ਗਿਆ 3, ਤੇ ਲਾਸਟ ਤੇ ਕੈਬਨਿਟ ਮਿਸ਼ਨ 4, 1, 3, 2। ਰਾਈਟ ਆਂਸਰ ਇਜ਼ ਆਪਸ਼ਨ ਡੀ। ਨੈਕਸਟ ਇਜ਼ in connection with the first session of constituent assembly, ਸੋ ਇਹ ਆਪਾਂ ਪੋਲਿਟੀ ਦੇ ਵਿੱਚ ਵੀ ਡਿਸਕਸ ਕੀਤਾ ਸੀ ਕੁਐਸਚਨ। ਸੋ ਫਸਟ ਸੈਸ਼ਨ ਜਿਹੜਾ ਆ 9 ਦਸੰਬਰ ਤੋਂ 23 ਦਸੰਬਰ ਤੱਕ ਚੱਲਿਆ, ਠੀਕ ਹੈ। ਜਿਹੜਾ ਫਸਟ ਡੇ ਸੀਗਾ ਸੈਸ਼ਨ ਦਾ, ਉਹਦੇ ਵਿੱਚ ਸਚਿਦਾਨੰਦ ਸਿਨਹਾ ਜਿਹੜੇ ਸੀਨੀਅਰ ਮੋਸਟ ਮੈਂਬਰ ਸੀਗੇ ਇਲੈਕਟਿਡ, ਹੀ ਵਾਜ਼ ਇਲੈਕਟਿਡ ਐਜ਼ ਐਕਟਿੰਗ ਚੇਅਰਮੈਨ ਆਫ ਦਾ ਅਸੈਂਬਲੀ, ਇਹ ਵੀ ਠੀਕ ਹੈ। ਔਨ 10th ਦਸੰਬਰ ਅੰਡਰ ਦਾ ਚੇਅਰਮੈਨਸ਼ਿਪ ਆਫ ਰਜਿੰਦਰ ਪ੍ਰਸਾਦ। ਸੋ ਇੱਥੇ ਹੀ ਡੇਟ ਜਿਹੜੀ ਹੈ ਗਲਤ ਹੈ, ਕਿਉਂਕਿ ਰਜਿੰਦਰ ਪ੍ਰਸਾਦ ਜਿਹੜੇ 11 ਦਸੰਬਰ ਨੂੰ ਬਣੇ ਸੀਗੇ, ਠੀਕ ਹੈ। ਸੋ ਇਹਨਾਂ ਦੀ ਪ੍ਰੈਜ਼ੀਡੈਂਟਸ਼ਿਪ ਦੇ ਅੰਡਰ ਹੀ ਰੂਲਸ ਕਮੇਟੀ ਜਿਹੜੀ ਸੀਗੀ, ਇਟ ਵਾਸ ਫਾਰਮ ਟੂ ਫਰੇਮ ਰੂਲਸ ਫॉर ਕੰਡਕਟਿੰਗ ਬਿਜ਼ਨਸ ਇਨ ਦਾ ਅਸੈਂਬਲੀ। ਨੈਕਸਟ ਹੈ 13 ਦਸੰਬਰ ਨੂੰ ਜਵਾਹਰ ਲਾਲ ਨਹਿਰੂ ਨੇ ਜਿਹੜਾ ਆ ਆਬਜੈਕਟਿਵ ਰੈਜ਼ੋਲੂਸ਼ਨ ਪਾਸ ਕੀਤਾ, ਜਿਹੜਾ ਲੇਟਰ ਔਨ ਆਪਣੇ ਕਨਸਟੀਟਿਊਸ਼ਨ ਦਾ ਪ੍ਰੀਐਮਬਲ ਵੀ ਬਣਿਆ ਆ, ਠੀਕ ਹੈ। ਸੋ ਫਰਸਟ, ਸੈਕਿੰਡ ਤੇ ਫੋਰਥ ਸਟੇਟਮੈਂਟ ਸਹੀ ਨੇ, ਬਟ ਥਰਡ ਸਟੇਟਮੈਂਟ ਗਲਤ ਹੈ। ਰਾਈਟ ਆਂਸਰ ਇਜ਼ ਆਪਸ਼ਨ ਸੀ। ਨੈਕਸਟ ਇਜ਼ ਲੈਂਡ ਟੈਨੋਰ ਸਿਸਟਮ ਇਨ ਇੰਡੀਆ ਤੇ ਉਹਨਾਂ ਦੇ ਕਰੈਕਟਰਿਸਟਿਕਸ ਦੇ ਬਾਰੇ ਪੁੱਛਿਆ ਆ। ਸੋ ਇਹਦੇ 'ਚ ਸਭ ਤੋਂ ਮਤਲਬ ਆਪਾਂ ਉੱਪਰ ਪੜ੍ਹਿਆ ਕਿ ਮਹਿਲ ਵਰਡ ਤੋਂ ਡਰਾਈਵ ਕੀਤਾ, ਜਿਹਦਾ ਮਤਲਬ ਕੀ ਹੁੰਦਾ ਗਰੁੱਪ ਆਫ ਵਿਲੇਜ ਜਾਂ ਐਸਟੇਟ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਆਇਡੈਂਟੀਫਾਈ ਕਰਾਂਗੇ ਕਿ ਕਿੱਥੇ ਲਿਖਿਆ ਆ ਕਿ ਕਲੈਕਟਿਵ ਸਟੇਜ ਜਾਂ ਐਸਟੇਟ ਜਾਂ ਗਰੁੱਪ ਆਫ ਵਿਲੇਜ। ਸੋ ਇਹਦੇ ਵਿੱਚ ਥਰਡ ਆਪਸ਼ਨ ਜਿਹੜੀ ਆ ਲੈਂਡ ਇਜ਼ ਜੁਆਇੰਟਲੀ ਓਨਡ ਬਾਈ ਵਿਲੇਜ ਕਮਿਊਨਿਟੀ ਕਲੈਕਟਿਵਲੀ। ਸੋ ਆਪਾਂ ਨੂੰ ਪਤਾ ਲੱਗ ਗਿਆ ਕਿ ਸੈਕਿੰਡ ਆਪਸ਼ਨ ਦਾ ਆਂਸਰ ਸਾਡਾ ਏ ਹੈ। ਉਸ ਤੋਂ ਬਾਅਦ ਰਈਅਤਵਾੜੀ ਜਿਹੜਾ ਸਿਸਟਮ ਹੁੰਦਾ ਸੀਗਾ, ਰਈਅਤਵਾੜੀ ਸਿਸਟਮ ਦੇ ਵਿੱਚ ਕੀ ਸੀਗਾ ਕਿ ਲੈਂਡ ਜਿਹੜੀ ਗਵਰਨਮੈਂਟ ਦੀ ਰਹਿੰਦੀ ਸੀਗੀ, ਠੀਕ ਹੈ, ਤੇ ਫਾਰਮਰ ਕੋ ਜਿਹੜੇ ਆ ਉਹ ਟੀਨੈਂਟ ਕਲਟੀਵੇਟਰ ਦੇ ਰਾਈਟਸ ਹੁੰਦੇ ਸੀਗੇ। ਉਹ ਲੈਂਡ ਦਾ ਓਨਰ ਰਹੂਗਾ ਜਿੰਨੀ ਦੇਰ ਤੱਕ ਉਹ ਗਵਰਨਮੈਂਟ ਨੂੰ ਆਪਣਾ ਰੈਂਟ ਭਰੀ ਜਾਊਗਾ। ਸੋ ਇਹਦਾ ਆਂਸਰ ਹੈ 2। ਜ਼ਮੀਂਦਾਰੀ ਦੇ ਵਿੱਚ ਕੀ ਹੁੰਦਾ ਕਿ ਜਿੰਨੀ ਜ਼ਮੀਨ ਹੈ ਪਿੰਡ ਦੀ, ਠੀਕ ਹੈ, ਉਹ 1 ਜਾਂ ਮੋਰ ਦੈਨ 1 ਪਰਸਨਸ ਉਹਨੂੰ ਓਨ ਕਰਦੇ ਸੀਗੇ ਐਂਡ ਦੇ ਵਰ ਲਾਇਬਲ ਟੂ ਪੇ ਦਾ ਰੈਂਟ ਟੂ ਦਾ ਗਵਰਨਮੈਂਟ। Next is which agreement was signed between India and Pakistan after Indo-Pakistan war? So ਆਪਾਂ ਉੱਪਰ ਪੜਿਆ ਆ ਤਾਸ਼ਕੰਦ ਐਗਰੀਮੈਂਟ ਹੋਇਆ,
ठीक है। नेक्स्ट इज हु अमंग द फॉलोइंग वर्स और वर द लीडर्स अरेस्टेड बिफोर जलियांवाला बाग इंसीडेंट, ठीक है। ਆਪਾਂ ਉਹਦੇ ਵਿੱਚ ਫਸਟ 80 ਕੁਐਸਚਨਸ ਦੇ ਵਿੱਚ ਪੜਿਆ ਸੀ ਸਤਿਆਪਾਲ ਤੇ ਸੈਫੁਦੀਨ ਕਿਚਲੂ ਅਰੈਸਟ ਹੋਏ ਸੀਗੇ। ਸੋ ਦ ਰਾਈਟ ਆਂਸਰ ਇਜ਼ ਆਪਸ਼ਨ 1 and 2। Next is who sang Hindustan Hamara of Iqbal and Jan Gan Man in the Central Assembly at midnight of 14-15 August 1947? So the right answer is M.S. Subbalakshmi, option D। 16th August 1946 it was announced by Muslim League as direct action day। ਆਪਾਂ ਉੱਪਰ ਪੜਿਆ ਆ, ਠੀਕ ਹੈ, ਲੜਕੇ ਲਿੰਗੇ ਪਾਕਿਸਤਾਨ ਜਦੋਂ ਇਹਨਾਂ ਨੇ ਕਿਹਾ ਸੀ। ਨੈਕਸਟ ਇਜ਼ ਇਨਕਰੈਕਟਲੀ ਮੈਚ ਇਹਦੇ ਵਿੱਚ ਪੁੱਛਿਆ ਆ ਉਹਨਾਂ ਨੇ ਅਗਸਤ ਆਫਰ ਦੇ ਵਿੱਚ ਡੋਮੀਨੀਅਨ ਸਟੇਟਸ ਆਫਰ ਕੀਤਾ ਗਿਆ, ਠੀਕ ਹੈ। Cripps proposal earliest possible realization of self government, Wavell plan formation of provisional interim government at center, ਸ਼ਿਮਲਾ ਕਾਨਫਰੰਸ ਜਿਹੜਾ ਸੀਗਾ। ਸੋ ਇਹ ਹੀ ਗਲਤ ਹੈ ਇਹਦੇ ਵਿੱਚ, ਕਿਉਂਕਿ ਸ਼ਿਮਲਾ ਕਾਨਫਰੰਸ ਜਿਹੜਾ ਸੀਗਾ ਇਹਦੇ ਵਿੱਚ ਮੇਨਲੀ ਵੇਵਲ ਪਲਾਨ ਨੂੰ ਹੀ ਐਗਜ਼ੀਕਿਊਟ ਕਰਨ ਦੀ ਗੱਲ ਕੀਤੀ ਗਈ ਹੈ, ਦੈਟ ਇਜ਼ ਫਾਰਮੇਸ਼ਨ ਆਫ ਪ੍ਰੋਵੀਜ਼ਨਲ ਇੰਟਰਿਮ ਗਵਰਨਮੈਂਟ ਐਟ ਸੈਂਟਰ, ਸੈਲਫ ਗਵਰਨਮੈਂਟ ਇੰਡੀਆ ਦੇ ਵਿੱਚ ਬਣਾਉਣੀ। ਸੋ ਇੰਡੀਪੈਂਡੈਂਸ ਐਂਡ ਪਾਰਟੀਸ਼ਨ ਦੀ ਜਿਹੜੀ ਗੱਲ ਹੈ ਇਹ 3 ਜੂਨ ਪਲਾਨ ਕਰਦਾ ਆ, ਠੀਕ ਹੈ, ਸ਼ਿਮਲਾ ਕਾਨਫਰੰਸ ਨਹੀਂ। ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ। ਨੈਕਸਟ ਇਜ਼ ਮਹਾਤਮਾ ਗਾਂਧੀ ਸਰੈਂਡਰਡ ਹਿਸ ਟਾਈਟਲ ਆਫ, ਸੋ ਮਹਾਤਮਾ ਗਾਂਧੀ ਨੇ ਕੇਸਰੀ ਹਿੰਦ ਦਾ ਟਾਈਟਲ ਸਰੈਂਡਰ ਕੀਤਾ ਸੀ ਡਿਊਰਿੰਗ ਨੋਨ ਕੋਆਪਰੇਸ਼ਨ ਮੂਵਮੈਂਟ। Next is which of the following Indian state was used by European planters to support indigo exports? So Bengal, ठीक है। Next is सत्यार्थ प्रकाश। सत्यार्थ प्रकाश है जिहड़ा it was written by Swami Dayanand Saraswati। Who was the leader of Vaikom Satyagraha? So Vaikom Satyagraha anti untouchability movement ਸੀਗੀ, temple entry movement ਸੀਗੀ, ਇਹਦੇ ਲੀਡਰ ਸੀਗੇ TK ਮਾਧਵਨ। Who amongst the following headed 1946 cabinet mission ਜਿਹੜਾ ਸੀਗਾ, it was headed by Lord Pethick Lawrence। Next is consider the following statement, Raja Ram Mohan Rai established Atmiya Sabha, a precursor organization in socio-religious reforms। ਇਹ basically philosophical discussion circle ਸੀਗਾ, ਠੀਕ ਹੈ, ਮੇਨਲੀ ਸੋਸ਼ਲ ਰਿਫਾਰਮਸ ਦੇ ਉੱਤੇ ਕੰਮ ਜਿੱਤੇ ਕੀਤਾ ਜਾਵੇ, ਠੀਕ ਹੈ। ਸੋ ਇਹ ਜਿਹੜਾ ਸੀਗਾ ਕਲਕੱਤਾ ਦੇ ਵਿੱਚ ਸੈਟਅਪ ਕੀਤਾ ਗਿਆ ਸੀਗਾ, ਕੈਲਕਟਾ, ਠੀਕ ਹੈ, ਨਾਟ ਇਨ ਮਦਰਾਸ, ਰਾਈਟ। ਸੋ ਇਹਦੇ ਵਿੱਚ ਮੇਨ ਚੀਜ਼ ਜਿਹੜੀ ਹੈ, ਇੱਕ ਤੇ ਇਹ ਚੀਜ਼ ਗਲਤ ਦਿੱਤੀ ਹੋਈ ਹੈ ਤੇ ਦੂਸਰਾ ਇਹਦੇ ਵਿੱਚ ਈਅਰ ਵੀ ਗਲਤ ਦਿੱਤਾ ਹੈ, ਕਿਉਂਕਿ 1824 ਨਹੀਂ, ਇਟ ਵਾਸ ਫਾਊਂਡ ਇਨ ਔਰ ਇਟ ਵਾਸ ਸੈਟ ਅਪ ਇਨ 1815, ਰਾਈਟ। ਸੋ ਬਾਕੀ ਦੋਵੇਂ ਹੀ ਸਟੇਟਮੈਂਟਸ 1 ਤੇ 3 ਜਿਹੜੀਆਂ ਨੇ ਸਹੀ ਨੇ। ਨੈਕਸਟ ਇਜ਼ who among the following was or were associated with Hindustan Socialist Republican Army? Bhagat Singh, Ajay Ghosh, Fanindranath Ghosh, so all were associated, so the right answer is 1, 2, 3। Next is arrange the following events in fair chronological order ਦੇ ਵਿੱਚ ਹੀ ਜਿਹੜਾ ਆ ਇਵੈਂਟਸ ਨੂੰ ਆਪਾਂ ਅਰੇਂਜ ਕਰਨਾ ਆ। ਸੋ ਇਹਦੇ ਵਿੱਚ ਫਸਟ ਐਂਗਲੋ ਸਿੱਖ ਵਾਰ, ਸੈਕੰਡ ਕਾਰਨਾਟਿਕ ਵਾਰ, ਫਸਟ ਐਂਗਲੋ ਮਾਈਸਰ ਵਾਰ ਤੇ ਬੈਟਲ ਆਫ ਸੇਂਟ ਥੋਮ ਜਿਹੜੀ ਦਿੱਤੀ ਹੈ। ਵੈਸੇ ਜੇਕਰ ਆਪਾਂ ਆਪਸ਼ਨਸ ਵੀ ਦੇਖੀਏ ਤਾਂ ਸਾਨੂੰ ਪਤਾ ਲੱਗ ਜਾਏਗਾ ਦਾ ਆਨਸਰ ਜਿਹੜਾ ਆ ਕੀ ਆਊਗਾ, ਕਿਉਂਕਿ ਇਹਦੇ ਵਿੱਚ ਸਭ ਤੋਂ ਲੇਟੈਸਟ ਜਿਹੜੀ ਵਾਰ ਹੋਈ ਆ ਉਹ ਹੋਈ ਆ ਫਸਟ ਐਂਗਲੋ ਸਿੱਖ ਵਾਰ 1845-46 ਦੇ ਵਿੱਚ, ਠੀਕ ਹੈ। ਸੋ ਇਸੇ ਵਾਰ ਦੇ ਦੌਰਾਨ ਹੀ ਜੰਮੂ ਕਸ਼ਮੀਰ ਜਿਹੜਾ ਆ ਉਹਨੂੰ ਬ੍ਰਿਟੇਨ ਨੇ ਸੈਪਰੇਟ ਆਇਡੈਂਟੀਟੀ ਦੇ ਦਿੱਤੀ ਸੀਗੀ, ਠੀਕ ਹੈ, ਸਿੱਖ ਰਾਜ ਤੋਂ ਅਲੱਗ ਹੋ ਗਿਆ। ਸੋ ਬੈਟਲ ਆਫ ਸੇਂਟ ਥੋਮ ਜਿਹੜੀ ਇਹਦੇ ਵਿੱਚ ਸਭ ਤੋਂ ਪਹਿਲਾਂ ਹੋਈ ਹੈ। ਬੈਟਲ ਆਫ ਸੇਂਟ ਥੋਮ ਨੂੰ ਬੈਟਲ ਆਫ ਅਦਾਇਰ ਵੀ ਕਹਿੰਦੇ, ਅਦਾਇਰ ਜਗ੍ਹਾ ਹੈ ਮਦਰਾਸ ਦੇ ਵਿੱਚ। ਇਹ 1746 ਦੇ ਵਿੱਚ ਹੋਈ ਸੀ ਫ੍ਰੈਂਚ ਕਮਾਂਡਰ ਡੁਪਲੇ ਤੇ ਕਾਰਨਾਟਿਕ ਨਵਾਬ ਅਨਵਰੁਦੀਨ ਦੇ ਵਿੱਚ। ਉਸ ਤੋਂ ਬਾਅਦ ਗੱਲ ਕਰੀਏ ਤੇ ਸੈਕਿੰਡ ਕਾਰਨਾਟਿਕ ਵਾਰ ਜਿਹੜੀ ਆ ਇਹ ਹੋਈ ਆ 1749 ਤੋਂ 54 ਦੇ ਵਿੱਚ ਇੰਗਲਿਸ਼ ਤੇ ਫ੍ਰੈਂਚ ਦੇ ਵਿੱਚ। ਫਸਟ ਐਂਗਲੋ ਮਾਈਸਰ ਵਾਰ ਜਿਹੜੀ ਹੋਈ ਆ ਇਹ 1767 ਤੋਂ 1769 ਦੇ ਵਿੱਚ ਹੋਈ ਹੈ। ਇਹ ਮਾਈਸਰ ਸਲਤਨਤ ਤੇ ਈਸਟ ਇੰਡੀਆ ਕੰਪਨੀ ਦੇ ਵਿੱਚ ਹੋਈ ਹੈ। ਸੋ ਇਹਦੀ ਕਰੈਕਟ ਜਿਹੜੀ ਇਹਦੀ ਕਰੋਨੋਲੋਜੀ ਹੈ ਦੈਟ ਇਜ਼ 4, ਠੀਕ ਹੈ, ਫਿਰ ਉਸ ਤੋਂ ਬਾਅਦ 2, ਫਿਰ 3 ਤੇ ਫਿਰ 1। ਨੈਕਸਟ ਹੈਗਾ ਆ 155th ਪਾਰਲੀਮੈਂਟਰੀ ਰਿਫਾਰਮਸ ਏਮਡ ਐਟ। ਸੋ ਫਸਟ ਸਟੇਟਮੈਂਟ ਹੈ ਇਨਕਰੀਜ਼ਿੰਗ ਨੰਬਰ ਆਫ ਮੈਂਬਰਸ ਇਨ ਲੈਜਿਸਲੇਟਿਵ ਕਾਉਂਸਲਸ ਐਟ ਦ ਸੈਂਟਰ, ਠੀਕ ਹੈ। ਸੋ ਇਹ ਵੀ ਸੀਗਾ 16 ਤੋਂ 60 ਕਰ ਦਿੱਤੇ ਸੀਗੇ 1909 ਦਾ ਜਿਹੜਾ ਐਕਟ ਆਇਆ ਸੀ। ਦੈਨ ਉਸ ਤੋਂ ਬਾਅਦ ਸੈਪਰੇਟ ਇਲੈਕਟੋਰੇਟਸ ਫॉर ਮੁਸਲਿਮਸ ਤੇ ਵੈਸੇ ਵੀ ਕੁਐਸਚਨ ਜਿਹੜਾ ਆਉਂਦਾ ਆ, ਹੈ ਨਾ। ਦੈਨ ਉਸ ਤੋਂ ਬਾਅਦ ਰਿਜ਼ਰਵ ਸੀਟਸ ਇਨ ਪ੍ਰੋਵਿੰਸ਼ੀਅਲ ਅਸੈਂਬਲੀ ਫॉर ਦਲਿਤ, ਸੋ ਇਹ ਬਿਲਕੁਲ ਨਹੀਂ ਹੈ। ਪ੍ਰਮੋਸ਼ਨ ਆਫ ਐਜੂਕੇਸ਼ਨ ਦੀ ਇਹਦੇ ਵਿੱਚ ਕੋਈ ਗੱਲ ਨਹੀਂ ਹੈ। ਸੋ 1 and 2 ਹੀ ਜਿਹੜਾ ਆ ਕਰੈਕਟ ਆਪਸ਼ਨ ਆਏਗਾ। ਨੈਕਸਟ ਇਜ਼ ਇਹ ਸਾਲਟ ਮਾਰਚ ਪਲੇਸਿਸ ਨੇ ਤੇ ਉਹਨਾਂ ਦੇ ਲੀਡਰਸ ਨੇ। ਸੋ ਮਾਲਾਬਾਰ ਜਿਹੜਾ ਸਾਲਟ ਮਤਲਬ ਸੱਤਿਆਗ੍ਰਹਿ ਸਟਾਰਟ ਕੀਤਾ ਹੈ ਇਹ ਕੇ ਕਲਪੱਕਮ ਨੇ ਸਟਾਰਟ ਕੀਤਾ ਸੀਗਾ। ਉੜੀਸਾ ਦੇ ਵਿੱਚ ਕੀਤਾ ਸੀ ਗੋਪਾ ਬੰਧੂ ਚੌਧਰੀ ਨੇ, ਤਮਿਲਨਾਡੂ ਦੇ ਵਿੱਚ ਸੀ ਰਾਜਾ ਗੋਪਾਲਚਾਰੇ ਨੇ ਤੇ ਬਿਹਾਰ ਦੇ ਵਿੱਚ ਮਹਾਦੇਵ ਲਾਲ ਸਰਫ ਨੇ। ਸੋ ਤੁਹਾਡੀ ਆਪਸ਼ਨ ਆਏਗੀ 3, 1,
2 and 4. Right answer is option D. Next is which of the following statement about Awadh are correct? So subsidiary alliance ਇਹਦੇ ਤੇ impose ਕੀਤਾ ਗਿਆ ਸੀਗਾ 1801 ਦੇ ਵਿੱਚ, ਸੋ ਇਹ ਵੀ ਠੀਕ ਹੈ। ਦੈਨ ਉਸ ਤੋਂ ਬਾਅਦ ਲਾਰਡ ਡਲਹੌਜ਼ੀ ਨੇ 1851 ਦੇ ਵਿੱਚ ਅਵਧ ਦੇ ਬਾਰੇ ਕਿਹਾ ਸੀਗਾ ਕਿ ਇੱਕ ਚੈਰੀ ਹੈ ਜਿਹੜੀ ਸਾਡੇ ਮੂੰਹ ਦੇ ਵਿੱਚ ਆਣ ਕੇ ਡਿੱਗੇਗੀ ਇੱਕ ਦਿਨ, ਕਿਉਂਕਿ ਇਹ ਬਹੁਤ ਹੀ ਫਰਟਾਈਲ ਲੈਂਡ ਹੈ, ਠੀਕ ਹੈ। ਸੋ ਇਹ ਬਿਲਕੁਲ ਸਹੀ ਹੈ। ਅਵਧ ਵਾਸ ਫਾਰਮਲੀ ਅਨੈਕਸ ਟੂ ਬ੍ਰਿਟਿਸ਼ ਐम्पायर ਇਨ 1876। ਸੋ ਇਹ ਗਲਤ ਹੈ, ਈਅਰ ਗਲਤ ਹੈ, ਕਿਉਂਕਿ ਇਹ 11 ਫਰਵਰੀ 1856 ਦੇ ਵਿੱਚ ਅਨੈਕਸ ਕੀਤਾ ਗਿਆ ਸੀਗਾ, ਠੀਕ ਹੈ। Next is the life was gone out of the body. It was lamented by Nawab Wajid Ali Shah, who was dethroned and exiled to Calcutta on the pretext of misgovernance. ਸਾਨੂੰ ਸਭ ਨੂੰ ਪਤਾ ਹੈ ਕਿ ਅਵਧ ਨੂੰ on the pretext of misgovernance ਹੀ ਅਨੈਕਸ ਕੀਤਾ ਗਿਆ ਸੀਗਾ, ਠੀਕ ਹੈ, ਜਿਹਦੇ ਬਾਰੇ ਉਹਨਾਂ ਨੇ ਨਵਾਬ ਵਜੀਦ ਅਲੀ ਨੇ ਇਹ ਚੀਜ਼ ਕਹੀ ਕਿ life was gone out of the body. So first, second and fourth statement are correct. Right answer is option A. Next is what are the true about cabinet mission plan? So cabinet mission plan ਦੇ ਵਿੱਚ 3 tier confederation ਜਿਹੜੀ ਹੈ recommend ਕੀਤੀ ਗਈ ਸੀਗੀ, ਜਿਹਦੇ ਵਿੱਚ central government weak ਰੱਖੀ ਗਈ, controlling foreign affairs, defense and communication. Then provincial assemblies while electing constituent assembly, ਉਹਨਾਂ ਨੂੰ 3 sections ਦੇ ਵਿੱਚ group ਕਰ ਦਿੱਤਾ ਗਿਆ ਸੀ। ਇੱਕ ਹਿੰਦੂ majority province A, Muslim majority province of North West B and Muslim majority province of North East C, ठीक है। सो ग्रुपिंग टू बी कंपल्सरी एट फर्स्ट बट प्रोविंसेस हैव द राइट टू ऑप्ट आउट आफ्टर न्यू कॉन्स्टिट्यूशनस एंड इलैक्शनस। सो ये भी ठीक है। ਆਪਾਂ ਉੱਪਰ ਵੀ ਗੱਲ ਕੀਤੀ ਜਦੋਂ हैदराबाद जूनागढ़ ਦੀ ਗੱਲ ਕੀਤੀ। ऑन दिस बेसिस कांग्रेस इन मार्च 1947 डिवाइडेड पंजाब इंटू 2। सो कांग्रेस ने तो डिवाइड किया नहीं पंजाब, ठीक है। इत्थे ही स्टेटमेंट जी है गलत हो जाती है। सो पहलियां तीन ही स्टेटमेंट जी ने सही है। राइट आंसर इज ऑप्शन बी। Next is 1916 Lucknow Pact was signed between INC and it was signed between INC and All India Muslim League. So the right answer is option C. Next is Indian Revolutionary Organization Ghadar Party ਜਿਹੜੀ ਸੀਗੀ, ਆਪਾਂ ਨੂੰ ਪਤਾ ਇਹਦੇ ਹੈੱਡਕੁਆਰਟਰ ਸੈਨ ਫਰਾਂਸਿਸਕੋ ਸੀਗੇ। So it was based in USA. Question number 161, who is the publisher of ਤਤਵਬੋਧਿਨੀ ਪੱਤਰਿਕਾ? So ਤਤਵਬੋਧਿਨੀ ਪੱਤਰਿਕਾ ਬੇਸਿਕਲੀ ਇੱਕ ਜਰਨਲ ਸੀਗਾ ਜਿਹੜਾ ਸਵਾਮੀ ਦਇਆਨੰਦ ਸਰਸਵਤੀ ਨੇ ਪਬਲਿਸ਼ ਕੀਤਾ ਸੀਗਾ 1843 ਦੇ ਵਿੱਚ, ਠੀਕ ਹੈ ਜੀ। ਨੈਕਸਟ ਹੈਗਾ ਵੈਨ ਡਿਡ ਸੰਥਲ ਰਿਬੈਲੀਅਨ ਟੇਕ ਪਲੇਸ? ਸੋ ਸੰਥਲ ਰਿਬੈਲੀਅਨ ਜਿਹੜਾ ਆ ਇਹ 1855 ਦੇ ਵਿੱਚ ਹੋਇਆ। ਆਪਾਂ ਆਲਰੇਡੀ ਇਹਦੇ ਬਾਰੇ ਡਿਸਕਸ ਕਰ ਚੁੱਕੇ ਹਾਂ। ਪ੍ਰੈਜ਼ੈਂਟ ਡੇ ਝਾਰਖੰਡ ਤੇ ਵੈਸਟ ਬੰਗਾਲ ਜਿਹੜਾ ਆ, ਸੋ ਉਸ ਏਰੀਆ ਦੇ ਵਿੱਚ ਜਿਹੜਾ ਈਸਟ ਇੰਡੀਆ ਕੰਪਨੀ ਸੀਗੀ ਉਸ ਟਾਈਮ ਤੇ ਇਹਨਾਂ ਨੇ ਮਾਰਸ਼ਲ ਲਾਅ ਇੰਪੋਜ਼ ਕੀਤਾ ਸੀਗਾ ਤੇ ਡਿਊ ਟੂ ਜ਼ਮੀਂਦਾਰੀ ਸਿਸਟਮ ਆਲਸੋ, ਠੀਕ ਹੈ, ਉੱਦਾਂ ਦਾ ਸੀਗਾ ਸਿਸਟਮ ਇੱਥੇ ਪ੍ਰੈਵੈਲੈਂਟ, ਜਿਹਦੇ ਕਰਕੇ ਇਹ ਰਿਵੋਲਟ ਜਿਹੜਾ ਹੋਇਆ। ਐਂਡ ਇਟ ਵਾਜ਼ ਲੈਡ ਬਾਈ 4 ਸਿਬਲਿੰਗਸ, ਠੀਕ ਹੈ, ਔਰ ਉਹਨਾਂ ਦਾ ਨਾਮ ਸੀਗਾ ਸਿੱਧੂ, ਕਾਨਹੂ, ਚੰਦ ਐਂਡ ਭੈਰਵ। ਸਿੱਧੂ ਇਹ ਵੀ ਪੁੱਛ ਲੈਂਦੇ ਹੁੰਦੇ ਕਈ ਵਾਰੀ, ਸਿੱਧੂ, ਕਾਨਹੂ, ਚੰਦ ਐਂਡ ਭੈਰਵ, ਰਾਈਟ। ਨੈਕਸਟ ਕੁਐਸਚਨ ਇਜ਼ ਹਾਊ ਮੈਨੀ ਡੈਲੀਗੇਟਸ ਅਟੈਂਡਡ ਦ ਫਰਸਟ ਸੈਸ਼ਨ ਆਫ ਕਾਂਗਰਸ ਇਨ 1885? ਸੋ ਫਰਸਟ ਸੈਸ਼ਨ ਜਦੋਂ ਕਾਂਗਰਸ ਦਾ ਹੋਇਆ ਸੀਗਾ 1885 ਦੇ ਵਿੱਚ, ਸੋ ਉਹਦੇ ਵਿੱਚ ਜਿਹੜਾ ਮਤਲਬ ਓ ਹਿਊਮ ਜਨਰਲ ਸੈਕਟਰੀ ਸੀਗਾ, ਇਹ ਵੀ ਯਾਦ ਰੱਖ ਲਿਓ, ਠੀਕ ਹੈ। ਐਂਡ ਵੋਮੇਸ਼ ਚੰਦਰ ਬੈਨਰਜੀ ਜਿਹੜੇ ਸੀਗੇ ਇਹ ਫਰਸਟ ਪ੍ਰੈਜ਼ੀਡੈਂਟ ਹੋਏ। ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਜਿਹੜਾ ਬੰਬੇ ਦੇ ਵਿੱਚ ਹੈ, ਉੱਥੇ ਇਹ ਸੈਸ਼ਨ ਹੋਇਆ ਸੀਗਾ। ਐਂਡ ਇਟ ਵਾਜ਼ ਅਟੈਂਡਡ ਬਾਈ 72 ਡੈਲੀਗੇਟਸ। 72 ਡੈਲੀਗੇਟਸ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਸੀਗੇ ਦੇ ਵਰ ਐਡਵੋਕੇਟਸ, ਇਸ ਕਰਕੇ ਇਹਨੂੰ ਬਲੈਕ ਕੋਟ ਪਾਰਟੀ ਵੀ ਕਿਹਾ ਜਾਂਦਾ ਹੈ ਇਸ ਸੈਸ਼ਨ ਨੂੰ। Next is which of the following revolutionary group members assassinated Assistant Superintendent of Police John Saunders in 1927? ਸੋ ਆਪਾਂ ਸਭ ਨੂੰ ਪਤਾ ਹੈ ਕਿ ਭਗਤ ਸਿੰਘ ਨੇ ਜਿਹੜਾ ਉਹਨਾਂ ਦਾ ਮੇਨ ਲਾਲਾ ਲਾਜਪਤ ਰਾਏ ਜੀ ਦਾ ਬਦਲਾ ਲੈਣਾ ਸੀਗਾ, ਜਿਹਦੇ ਕਰਕੇ ਉਹਨੇ ਜਿਹੜਾ ਉੱਥੋਂ ਦਾ ਜਿਹੜਾ SP ਸੀਗਾ ਜੇਮਸ ਸਕੌਟ, ਠੀਕ ਹੈ, ਉਹਨੂੰ ਮਾਰਨਾ ਸੀ ਜੇਮਸ ਸਕੌਟ ਨੂੰ, ਬਟ ਗਲਤੀ ਨਾਲ ਉਹਨੇ ਕਿਹਨੂੰ ਮਾਰ ਦਿੱਤਾ, ਜਿਹੜਾ ASP ਸੀਗਾ ਜੌਨ ਸੌਂਡਰਸ ਨੂੰ। ਸੋ ਦੋਜ਼ ਮਤਲਬ ਜੋ ਭਗਤ ਸਿੰਘ ਤੇ ਰਾਜਗੁਰੂ ਜਿਹੜੇ ਸੀਗੇ ਆਪਣੇ, ਉਹਨਾਂ ਦੋਵਾਂ ਨੇ ਇਹਨੂੰ ਜਿਹੜਾ ਮਾਰਿਆ ਸੀਗਾ ਜੌਨ ਸੌਂਡਰਸ ਨੂੰ। ਐਂਡ ਦੇ ਵਰ ਐਸੋਸੀਏਟਡ ਵਿਦ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ। ਨੈਕਸਟ ਇਜ਼ ਹੂ ਵਾਜ਼ ਦ ਫਾਊਂਡਰ ਆਫ ਸਰਵੈਂਟਸ ਆਫ ਇੰਡੀਅਨ ਸੋਸਾਇਟੀ? ਸੋ ਸਰਵੈਂਟਸ ਆਫ ਇੰਡੀਅਨ ਸੋਸਾਇਟੀ ਦੇ ਜਿਹੜੇ ਫਾਊਂਡਰ ਨੇ ਉਹ ਨੇ ਗੋਪਾਲ ਕ੍ਰਿਸ਼ਨ ਗੋਖਲੇ। Next is Mahatma Gandhi was profoundly influenced by the writings of, so he was influenced by the writings of Leo Tolstoy. Next is the call, देखो एक ਤੁਹਾਨੂੰ ਹੋਰ ਚੀਜ਼ ਦੱਸਦਾ, ਕੁਐਸਚਨ ਨੰਬਰ 160, ਠੀਕ ਹੈ, 158 ਤੱਕ ਜਿੰਨੇ ਵੀ ਕੁਐਸਚਨ ਨੇ ਉਹ PPSC ਦੇ ਵਿੱਚ ਪੁੱਛੇ ਗਏ ਕੁਐਸਚਨ ਨੇ, ਠੀਕ ਹੈ। PPSC ਦੇ 2016 ਤੋਂ ਲੈ ਕੇ 2023 ਦੇ ਵਿੱਚ ਜਿੰਨੇ ਵੀ ਕੁਐਸਚਨ ਮਾਡਰਨ ਹਿਸਟਰੀ ਦੇ ਨੇ ਸਾਰੇ 158 ਤੱਕ ਤੁਹਾਡੇ ਕਵਰ ਨੇ। ਉਸ ਤੋਂ ਬਾਅਦ ਜਿਹੜੇ ਕੁਐਸਚਨ ਸ਼ੁਰੂ ਹੋ ਗਏ ਉਹ ਹੋ ਗਏ SSC CGL
प्लस UPSC प्लस होर एग्जाम्स, ठीक है। So 167 question is the call of back to Vedas. Back to Vedas the call ਜਿਹੜੀ ਹੈ it was given by Swami Dayanand Saraswati. Next is who among the following British persons admitted the revolt of 1857 as a national revolt? So it was declared by PM Disraeli, ठीक है, एक conservative party ਤੋਂ belong ਕਰਦੇ ਸੀਗੇ। Next is the editor of Young India and Harijan was Mahatma Gandhi. Next is who of the following attended all the 3 RTC? So ਇਹ ਜਿਹੜਾ ਆਪਾਂ ਪਹਿਲਾਂ ਵੀ question ਕਰ ਚੁੱਕੇ ਹਾਂ, ਡਾਕਟਰ BR ਅੰਬੇਦਕਰ। ਅਗੇਨ ਜਿਹੜਾ question repeated ਆ, founder of Aligarh Muslim University Sir Syed Ahmad Khan. Who among the following was first viceroy of India? First viceroy of India ਜਿਹੜਾ 1858 ਦਾ ਜਿਹੜਾ ਐਕਟ ਆਇਆ ਸੀ, ਗਵਰਨਮੈਂਟ ਆਫ ਇੰਡੀਆ ਐਕਟ, ਠੀਕ ਹੈ, ਉਹਦੇ ਤਹਿਤ ਗਵਰਨਰ ਜਨਰਲ ਦੇ ਨਾਲ ਇੱਕ ਵਾਇਸਰੋਏ ਵੀ ਜਿਹੜਾ ਆ ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਨੂੰ ਅਕਾਊਂਟੇਬਲ ਹੋਏਗਾ, ਠੀਕ ਹੈ, ਉਹ ਫਸਟ ਬਣਿਆ ਲਾਰਡ ਕੈਨਿੰਗ। Next is who among the following first propounded the idea of basic education? So Varda scheme of education ਜਿਹੜੀ ਹੈ ਇਹ ਲਿਆਂਦੀ ਗਈ ਸੀਗੀ, ਜਿਹੜੀ ਕਿ ਬ੍ਰੇਨ ਚਾਈਲਡ ਸੀਗਾ ਮਹਾਤਮਾ ਗਾਂਧੀ ਜੀ ਦਾ। ਜੋ ਅੱਜ ਦੀ ਐਲੀਮੈਂਟਰੀ ਐਜੂਕੇਸ਼ਨ ਹੈ, ਬੇਸਿਕ ਐਜੂਕੇਸ਼ਨ ਹੈ, ਉਹ ਵਾਰਦਾ ਸਕੀਮ ਤੋਂ ਹੀ ਡਰਾਈਵ ਕੀਤੀ ਗਈ ਹੈ। ਸੋ ਇਟ ਵਾਸ ਪ੍ਰਪਾਉਂਡਡ ਬਾਈ ਮਹਾਤਮਾ ਗਾਂਧੀ। ਨੈਕਸਟ ਹੈ ਅਰੇਂਜ ਦਾ ਫੋਲੋਇੰਗ ਇਨ ਅ ਕ੍ਰੋਨੋਲੋਜੀਕਲ ਆਰਡਰ। ਸੋ ਅਗੇਨ ਕ੍ਰੋਨੋਲੋਜੀ ਹੈ ਜਿਹਦੇ ਵਿੱਚ ਆਪਾਂ ਇਹਨੂੰ ਅਰੇਂਜ ਕਰਨਾ ਆ ਡੇਟ ਵਾਈਜ਼, ਠੀਕ ਹੈ। ਸੋ ਦਾਂਡੀ ਮਾਰਚ ਸਾਨੂੰ ਪਤਾ ਆ 1930 ਦੇ ਵਿੱਚ ਹੋਇਆ ਸੀ, ਸਾਈਮਨ ਕਮਿਸ਼ਨ 1927 ਦੇ ਵਿੱਚ ਹੋਇਆ ਸੀ, ਪੂਨਾ ਪੈਕਟ ਜਿਹੜਾ ਆ ਇਹ 1932 ਦੇ ਵਿੱਚ ਹੋਇਆ ਸੀਗਾ, ਜਿਹਦੇ ਵਿੱਚ ਦਲਿਤਸ ਨੂੰ ਜਿਹੜਾ ਆ ਸਪੈਸ਼ਲ ਰਾਈਟਸ ਦਿੱਤੇ ਗਏ ਸੀਗੇ, ਠੀਕ ਹੈ। ਤੇ ਗਾਂਧੀ ਇਰਵਿਨ ਪੈਕਟ ਜਿਹੜਾ ਆ 1931 ਦੇ ਵਿੱਚ ਹੋਇਆ ਸੀ। ਸੋ ਕ੍ਰੋਨੋਲੋਜੀ ਵਾਈਜ਼ ਅਰੇਂਜ ਕਰੀ ਤੇ ਸਭ ਤੋਂ ਪਹਿਲਾਂ ਸਾਈਮਨ ਕਮਿਸ਼ਨ ਆਉਂਦਾ ਹੈ, ਦੂਸਰੇ ਨੰਬਰ ਤੇ ਦਾਂਡੀ ਮਾਰਚ ਆਉਂਦਾ ਹੈ, ਤੀਸਰੇ ਨੰਬਰ ਤੇ ਗਾਂਧੀ ਇਰਵਿਨ ਪੈਕਟ ਤੇ ਚੌਥੇ ਨੰਬਰ ਤੇ ਪੂਨਾ ਪੈਕਟ। 2143 ਜਿਹੜਾ ਆ ਇਹਦਾ ਆਨਸਰ ਹੋਏਗਾ, ਦੈਟ ਇਜ਼ ਆਪਸ਼ਨ ਨੰਬਰ B। Next is who gave the title Mahaman to Madan Mohan Malviya? So Madan Mohan Malviya ਨੂੰ ਮਹਾਮਾਨ ਦਾ ਜਿਹੜਾ ਟਾਈਟਲ ਹੈ it was given by ਮਹਾਤਮਾ ਗਾਂਧੀ। ਇਸ ਤੋਂ ਇਲਾਵਾ ਇਹਨਾਂ ਨੂੰ ਇੱਕ ਹੋਰ ਟਾਈਟਲ ਮਿਲਿਆ ਸੀਗਾ ਕਰਮ ਯੋਗੀ, ਤੇ ਕਰਮ ਯੋਗੀ ਜਿਹੜਾ ਟਾਈਟਲ ਆ ਇਹ ਇਹਨਾਂ ਨੂੰ ਦਿੱਤਾ ਸੀ ਸਾਡੇ ਇੰਡੀਆ ਦੇ ਸੈਕੰਡ ਪ੍ਰੈਜ਼ੀਡੈਂਟ ਡਾਕਟਰ S ਰਾਧਾ ਕ੍ਰਿਸ਼ਨ, ਠੀਕ ਹੈ, S ਰਾਧਾ ਕ੍ਰਿਸ਼ਨ, ਇਨ ਕੇਸ ਕੁਐਸਚਨ ਆ ਜੇ। ਨੈਕਸਟ ਇਜ਼ who was the viceroy of the time of Quit India movement? ਕੁਇਟ ਇੰਡੀਆ ਮੂਵਮੈਂਟ ਯਾਨੀ ਕਿ 1942 ਦੇ ਵਿੱਚ ਜਦੋਂ ਚੱਲ ਰਹੀ ਸੀਗੀ, ਉਸ ਟਾਈਮ ਵਾਇਸਰॉय ਸੀਗਾ ਲਾਰਡ ਲਿਲਿੰਥਗੋ। ਨੈਕਸਟ ਇਜ਼ who was the other Congress leader who joined the Motilal Nehru to start Swaraj Party 1923? Repeated question ਹੈ, so the answer is Chitranjan Das. Next is from which of the following banks did Madan Mohan Malviya take loans for financing? ਹਿੰਦੁਸਤਾਨ ਟਾਈਪ ਨੂੰ ਫਾਈਨਾਂਸ ਕਰਨ ਵਾਸਤੇ ਮਦਨ ਮੋਹਨ ਮਾਲਵੀਆ ਜਿਹੜੇ ਉਹਨਾਂ ਨੇ ਪੰਜਾਬ ਨੈਸ਼ਨਲ ਬੈਂਕ ਤੋਂ ਕਰਜ਼ਾ ਲਿਆ ਸੀ। ਨੈਕਸਟ ਇਜ਼ ਰੋਲੈਟ ਐਕਟ 1919, ਇਹ ਕਿਹਦੇ ਟਾਈਮ ਤੇ ਇਨੈਕਟ ਹੋਇਆ ਸੀਗਾ? ਸੋ ਇਟ ਵਾਜ਼ ਇਨੈਕਟਡ ਡਿਊਰਿੰਗ ਲਾਰਡ ਚੈਮਸਫੋਰਡ, ਕਿਉਂਕਿ ਉਦੋਂ ਹੀ ਮੌਂਟੇਕ ਚੈਮਸਫੋਰਡ ਰਿਫਾਰਮਸ ਆਏ ਸੀਗੇ 1919 ਦੇ ਵਿੱਚ, ਠੀਕ ਹੈ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਟ੍ਰਾਈਬਸ ਇਜ਼ ਐਸੋਸੀਏਟਿਡ ਵਿਦ ਤੰਨਾ ਭਗਤ ਮੂਵਮੈਂਟ? ਤੰਨਾ ਭਗਤ ਮੂਵਮੈਂਟ ਜਿਹੜੀ ਹੈ ਇਹ ਮੂਵਮੈਂਟ 1914 ਤੋਂ ਲੈ ਕੇ 20 ਤੱਕ ਚੱਲੀ ਸੀ, ਜਿਹੜਾ ਛੋਟਾ ਨਾਗਪੁਰ ਏਰੀਆ ਆ, ਠੀਕ ਹੈ। ਸੋ ਉਹਦੇ ਵਿੱਚ ਅਗੇਂਸਟ ਦੀ ਲੋਕਲ ਬ੍ਰਿਟਿਸ਼ ਅਥਾਰਟੀਜ਼। ਸੋ ਇਹਦੇ ਵਿੱਚ ਮੇਨ ਜਿਹੜੀ ਟ੍ਰਾਈਬ ਇਨਵੋਲਵ ਸੀਗੀ ਦੈਟ ਵਾਜ਼ ਉਰਾਓਂ, ਕਈ ਵਾਰੀ ਯੂਥ ਨੂੰ ਵੀ ਲਿਖਿਆ ਹੁੰਦਾ ਆ। ਨੈਕਸਟ ਇਜ਼ ਹੂ ਫਾਊਂਡਡ ਦਾ ਨੌਜਵਾਨ ਭਾਰਤ ਸਭਾ? ਸੋ ਨੌਜਵਾਨ ਭਾਰਤ ਸਭਾ ਵਾਜ਼ ਫਾਊਂਡਡ ਬਾਈ ਸਰਦਾਰ ਭਗਤ ਸਿੰਘ ਇਨ 1926। Next is Narendra Mandal Chamber of Princes was inaugurated in 1921 by, so Narendra Mandal ਜਾਂ Chamber of Princes ਜਿਹੜਾ ਸੀ ਬੇਸਿਕਲੀ ਕੀ ਸੀਗਾ ਕਿ ਜੋ ਮਤਲਬ ਪ੍ਰਿੰਸਲੀ ਸਟੇਟਸ ਨੇ ਉਹਨਾਂ ਦੀਆਂ ਜੋ ਵੀ ਨੀਡਸ ਜਾਂ ਐਸਪੀਰੇਸ਼ਨਸ ਨੇ ਉਹ ਇਹਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੂੰ ਇਹਦੇ ਥਰੂ ਦੱਸ ਸਕਦੇ ਆ, ਠੀਕ ਹੈ। ਸੋ ਇਟ ਵਾਜ਼ ਇਨੋਗਰੇਟਡ ਔਨ 8 February 1921 by Duke of Connaught. Which one of the following statement is not true in respect of A.O. Hume? So A.O. Hume ਜਿਹੜੇ ਆ ਉਹਦੇ ਵਿੱਚ ਆਪਾਂ ਪੜ੍ਹਿਆ ਕਿ ਜਨਰਲ ਸੈਕਟਰੀ ਸੀਗੇ ਜਦੋਂ ਫਰਸਟ ਜਿਹੜੀ ਮੀਟਿੰਗ ਹੋਈ ਹੈ, ਠੀਕ ਹੈ, 1885 ਦੇ ਵਿੱਚ ਕਾਂਗਰਸ ਦੀ। ਸੋ ਇਹਦੇ ਵਿੱਚੋਂ ਹੀ ਫਾਊਂਡਡ ਦਾ ਇੰਡੀਅਨ ਨੈਸ਼ਨਲ ਕਾਂਗਰਸ ਵੀ, ਠੀਕ ਹੈ। ਹੀ ਵਾਜ਼ ਐਨ ornithologist ਸੀਗੇ, ਠੀਕ ਹੈ, ਜਿਹੜੇ ਸਟੱਡੀ ਆਫ ਬਰਡਸ ਕਰਦੇ ਨੇ ਉਹ ਵੀ ਸੀਗੇ। ਦੈਨ ਹੀ ਵਾਜ਼ ਆਲਸੋ ਮੈਂਬਰ ਆਫ ਇੰਡੀਅਨ ਸਿਵਲ ਸਰਵਿਸਿਜ਼, ਇਹ ਵੀ ਠੀਕ ਹੈ। ਸੋ ਗਲਤ ਸਟੇਟਮੈਂਟ ਕੀ ਹੈ ਕਿ ਹੀ ਪ੍ਰੈਜ਼ਾਈਡਡ ਓਵਰ ਦਾ ਕਾਂਗਰਸ ਐਨੂਅਲ ਸੈਸ਼ਨਸ ਟਵਾਈਸ। Next question is which general who commanded the British forces against Americans in their war of independence later became Governor General of India? ਸੋ ਇਹਦੇ ਵਿੱਚ ਆਨਸਰ ਆਏਗਾ ਤੁਹਾਡਾ ਲਾਰਡ ਵਿਲੀਅਮ ਬੈਂਟਿਕ। ਲਾਰਡ ਵਿਲੀਅਮ ਬੈਂਟਿਕ ਨੇ ਪੈਨਿਨਸੂਲਰ ਵਾਰਸ ਜਿਹੜੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਐਜ਼ ਅ ਕਮਾਂਡਰ ਇਨ ਚੀਫ, ਠੀਕ ਹੈ। established the Indian Civil Liberties Union in 1936, so it was established by Jawaharlal Nehru.
ਵਿਚ ਆਫ ਦ ਫੋਲੋਇੰਗ ਵਾਸ ਐਸਟੈਬਲਿਸ਼ਡ ਫਰਸਟ। ਸੋ ਇਹਨਾਂ ਦੇ ਵਿੱਚੋਂ ਯੂਨੀਵਰਸਿਟੀਜ਼ ਦੇ ਵਿੱਚੋਂ ਪੁੱਛਿਆ ਗਿਆ ਆ ਕਿ ਸਭ ਤੋਂ ਪਹਿਲਾਂ ਜਿਹੜੀ ਯੂਨੀਵਰਸਿਟੀ ਐਸਟੈਬਲਿਸ਼ ਹੋਈ ਹੈ ਉਹ ਕਿਹੜੀ ਹੋਈ ਹੈ। ਸੋ ਸਭ ਤੋਂ ਪਹਿਲਾਂ ਜਿਹੜੀ ਯੂਨੀਵਰਸਿਟੀ ਇਹਨਾਂ ਦੇ ਵਿੱਚੋਂ ਐਸਟੈਬਲਿਸ਼ ਹੋਈ ਹੈ ਦੈਟ ਵਾਸ ਯੂਨੀਵਰਸਿਟੀ ਆਫ ਬੰਬੇ 1857 ਦੇ ਵਿੱਚ ਐਸਟੈਬਲਿਸ਼ ਹੋਈ ਹੈ, ਜਦੋਂ ਆਪਣਾ ਉਹ ਆਇਆ ਸੀਗਾ ਚਾਰਲਸ ਵੁੱਡ ਡਿਸਪੈਚ ਆਇਆ ਸੀ 1854। ਸੋ ਉਹਦੇ ਕੌਨਸੀਕੁਐਂਸਿਸ ਤੋਂ ਹੀ ਇਹ 3 ਯੂਨੀਵਰਸਿਟੀ ਸੈਟਅਪ ਹੋਈਆਂ ਸੀ, ਬੰਬੇ, ਕੈਲਕਟਾ ਤੇ ਮਦਰਾਸ, ਤਿੰਨੇ ਹੀ ਜਿਹੜੀਆਂ ਆ 1857 ਦੇ ਵਿੱਚ ਇਸਟੈਬਲਿਸ਼ ਹੋਈਆਂ ਸੀਗੀਆਂ। ਠੀਕ ਹੈ, ਦੂਸਰੇ ਨੰਬਰ ਤੇ ਅਗਰ ਆਪਾਂ ਜੇਕਰ ਗੱਲ ਕਰੀਏ ਤਾਂ ਦੂਜੇ ਨੰਬਰ ਤੇ ਇਹਦੇ ਵਿੱਚੋਂ ਜਿਹੜਾ ਆ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸੈਟਅਪ ਹੋਈ ਸੀਗੀ। ਇਹ ਸੈਟਅਪ ਹੋਈ ਸੀ 1875 ਦੇ ਵਿੱਚ ਐਜ਼ ਮੁਹੰਮਦ ਐਂਗਲੋ ਓਰੀਐਂਟਲ ਕਾਲਜ। ਠੀਕ ਹੈ ਜੀ। ਉਸ ਤੋਂ ਬਾਅਦ ਥਰਡ ਨੰਬਰ ਤੇ ਜਿਹੜੀ ਸੈਟਅਪ ਹੋਈ ਉਹ ਹੋਈ ਹੈ ਅਲਾਹਾਬਾਦ ਯੂਨੀਵਰਸਿਟੀ। ਇਹ 1887 ਦੇ ਵਿੱਚ ਹੋਈ ਸੀਗੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸਰ ਸੈਯਦ ਅਹਿਮਦ ਖਾਨ ਨੇ ਫਾਊਂਡ ਕੀਤੀ ਸੀਗੀ। ਠੀਕ ਹੈ, ਤਾਂ ਕਿਉਂਕਿ ਉਹ ਚਾਹੁੰਦੇ ਸੀ ਕਿ ਮੁਸਲਿਮਸ ਵੀ ਜਿਹੜੇ ਆ ਵੈਸਟਰਨ ਸਾਇੰਟੀਫਿਕ ਸਕਿੱਲਸ ਵਗੈਰਾ ਸਿੱਖਣ, ਰਾਈਟ। ਤੇ ਯੂਨੀਵਰਸਿਟੀ ਆਫ ਅਲਾਹਾਬਾਦ 1887 ਦੇ ਵਿੱਚ ਇਹ ਐਸਟੈਬਲਿਸ਼ ਕੀਤੀ ਵਿਲੀਅਮ ਮੋਇਰ ਨੇ and it was also declared institute of national importance and one of the modern universities ਹੈ University of Allahabad, right। ਲਾਸਟ ਤੇ ਜਿਹੜੀ ਇਹਨਾਂ ਦੇ ਵਿੱਚੋਂ ਐਸਟੈਬਲਿਸ਼ ਹੋਈ ਦੈਟ ਇਜ਼ ਬਨਾਰਸ ਹਿੰਦੂ ਯੂਨੀਵਰਸਿਟੀ 1916 ਦੇ ਵਿੱਚ ਐਸਟੈਬਲਿਸ਼ ਹੋਈ ਸੀਗੀ। ਇਹਦਾ ਫਾਊਂਡੇਸ਼ਨ ਜਿਹੜਾ ਆ ਨੀਂਹ ਪੱਥਰ ਜਿਹੜਾ ਰੱਖਿਆ ਸੀ ਉਹ ਉਸ ਟਾਈਮ ਦੇ ਵਾਇਸਰॉय ਲਾਰਡ ਹਾਰਡਿੰਗ ਨੇ ਰੱਖਿਆ ਸੀ। ਠੀਕ ਹੈ, ਲਾਰਡ ਹਾਰਡਿੰਗ ਨੇ। ਨੈਕਸਟ ਕੁਐਸਚਨ, who was the viceroy when Delhi became the capital of British India? So he was Lord Hardinge। ਠੀਕ ਹੈ, ਇਹਨੇ ਹੀ ਬੇਸਿਕਲੀ ਲਾਰਡ ਕਰਜ਼ਨ ਦਾ ਜਿਹੜਾ ਸੀਗਾ ਉਹਨੇ ਪਾਰਟੀਸ਼ਨ ਕਰਤਾ ਸੀ ਬੰਗਾਲ ਦਾ, ਉਹਨੂੰ ਨਲ ਕੀਤਾ ਸੀਗਾ, ਰਾਈਟ। 1911 ਦੇ ਵਿੱਚ ਜਿਹੜਾ ਮਤਲਬ ਪਾਰਟੀਸ਼ਨ ਸੀ ਉਹਨੂੰ ਅਨਲ ਕਰਕੇ ਦਿੱਲੀ ਨੂੰ ਕੈਪੀਟਲ ਬਣਾ ਦਿੱਤਾ ਗਿਆ ਇੰਡੀਆ ਦੀ। ਨੈਕਸਟ ਇਜ਼ 1939 ਦੇ ਵਿੱਚ ਸੁਭਾਸ਼ ਚੰਦਰ ਬੋਸ ਵਾਸ ਇਲੈਕਟਡ ਐਜ਼ ਪ੍ਰੈਜ਼ੀਡੈਂਟ ਆਫ ਕਾਂਗਰਸ ਪਾਰਟੀ ਡਿਫੀਟਿੰਗ। ਸੋ ਉਹਨਾਂ ਨੇ ਜਿਹੜਾ ਕੈਂਡੀਡੇਟ ਹਰਾਇਆ ਸੀ ਹੀ ਵਾਸ ਪਿਤਾਬੀ ਸਿੱਤਾਰਮਈਆ। ਠੀਕ ਹੈ, ਔਰ ਇਹ ਇਹਨਾਂ ਨੂੰ ਮਹਾਤਮਾ ਗਾਂਧੀ ਦੀ ਸਪੋਰਟ ਸੀ ਬਟ ਸਟਿਲ ਹੀ ਵਾਸ ਡਿਫੀਟਡ। ਨੈਕਸਟ ਇਜ਼ ਕੈਬਨਿਟ ਮਿਸ਼ਨ ਆਫ 1946 ਇਟ ਵਾਸ ਲੈਡ ਬਾਈ ਸਰ ਪੈਥਿਕ ਲਾਰੈਂਸ। ਨੈਕਸਟ ਇਜ਼ ਵਟ ਡਿਡ ਗਾਂਧੀ ਜੀ ਮੈਂਟ ਬਾਈ ਸਰਵੋਦਿਆ। ਸਰਵੋਦਿਆ ਦਾ ਮਤਲਬ ਗਾਂਧੀ ਜੀ ਦੀ ਹੈਗਾ ਬਰਥ ਆਫ ਨਿਊ ਸੋਸਾਇਟੀ ਬੇਸਡ ਔਨ ਐਥੀਕਲ ਵੈਲਿਊਜ਼। ਨੈਕਸਟ ਇਜ਼ ਹੂ ਪ੍ਰਪੋਂਡਡ ਦ ਡਾਕਟਰਾਈਨ ਆਫ ਪੈਸਿਵ ਰੈਜ਼ਿਸਟੈਂਸ। ਸੋ ਪੈਸਿਵ ਰੈਜ਼ਿਸਟੈਂਸ ਕੀ ਹੁੰਦਾ ਆ ਕਿ ਗਵਰਨਮੈਂਟ ਨੂੰ ਡਾਇਰੈਕਟਲੀ ਆਪਾਂ ਅਪੋਜ਼ ਨਹੀਂ ਕਰਨਾ, ਮਤਲਬ ਜਿੱਦਾਂ ਬ੍ਰਿਟਿਸ਼ ਗਵਰਨਮੈਂਟ ਸੀਗੀ ਉਹਨੂੰ ਡਾਇਰੈਕਟਲੀ ਅਪੋਜ਼ ਨਹੀਂ ਕਰਨਾ, ਬਟ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਬਾਈਕਾਟ ਕਰ ਦਿਓ, ਜਿਵੇਂ ਉਹਨਾਂ ਦੇ ਸਕੂਲਸ, ਉਹਨਾਂ ਦੇ ਕਾਲਜਿਸ, ਉਹਨਾਂ ਦੇ ਕੱਪੜੇ, ਉਹਨਾਂ ਦੀਆਂ ਇੰਡਸਟਰੀਜ਼ ਨੂੰ ਬਾਈਕਾਟ ਕਰ ਦਿਓ। ਠੀਕ ਹੈ, ਸੋ ਇਹ ਜਿਹੜੀ ਥਿਊਰੀ ਦਿੱਤੀ ਸੀਗੀ ਇਹ ਦਿੱਤੀ ਸੀ ਅਰਬਿੰਦੋ ਘੋਸ਼ ਨੇ। ਜਿਸ ਤਰ੍ਹਾਂ ਬਾਲ ਪਾਲ ਲਾਲ ਜਿਹੜੇ ਸੀਗੇ ਐਕਸਟ੍ਰੀਮਿਸਟ ਲੀਡਰ ਸੀਗੇ, ਇਸੇ ਤਰ੍ਹਾਂ ਅਰਬਿੰਦੋ ਘੋਸ਼ ਵੀ ਜਿਹੜੇ ਸੀਗੇ extremist leader ਸੀਗੇ। Next is in the government of India at 1919 the function of provincial government were divided into reserved and transfer। ਕਿਉਂਕਿ ਸਾਨੂੰ ਪਤਾ ਹੈ 1919 ਐਕਟ ਨਾਲ ਕੀ ਹੋਇਆ ਸੀਗਾ, ਡਾਇਆਰਕੀ ਇੰਟਰੋਡਿਊਸ ਹੋਈ ਸੀਗੀ, ਹੈ ਨਾ। ਸੋ ਇਹ ਡਾਇਆਰਕੀ ਜਿਹੜੀ ਹੈ ਇਹਦਾ ਮਤਲਬ ਕਿ 2 ਕੈਟਾਗਰੀਜ਼ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਯੂਰਿਸਡਿਕਸ਼ਨ ਦੱਸ ਦਿੱਤੀ ਗਈ ਪ੍ਰੋਵਿੰਸਿਸ ਦੀ, ਰਿਜ਼ਰਵ ਤੇ ਟ੍ਰਾਂਸਫਰ। ਸੋ ਰਿਜ਼ਰਵ ਦੇ ਵਿੱਚ ਕੀ ਗਵਰਨਰ ਜਨਰਲ ਵਾਸਤੇ ਰਿਜ਼ਰਵ ਰਹਿੰਦੇ ਸੀ, ਟ੍ਰਾਂਸਫਰ ਮੀਨਸ ਇੰਡੀਅਨ ਮਿਨਿਸਟਰਸ ਨੂੰ ਟ੍ਰਾਂਸਫਰ ਕਰ ਦਿੱਤੇ ਜਾਂਦੇ ਸੀ ਕੁਝ ਸਬਜੈਕਟਸ, ਇਹਦੇ ਵਿੱਚੋਂ ਉਹਨਾਂ ਨੇ ਪੁੱਛਿਆ ਵਿਚ ਆਫ ਦ ਫੋਲੋਇੰਗ ਵਰ ਟ੍ਰੀਟਡ ਐਜ਼ ਰਿਜ਼ਰਵ ਸਬਜੈਕਟ। ਰਿਜ਼ਰਵ ਸਬਜੈਕਟਸ ਇਹਨਾਂ ਦੇ ਵਿੱਚੋਂ ਹੈਗੇ ਸੀ ਜਿਹੜੇ ਹਾਈ ਪ੍ਰੋਫਾਈਲ ਸਬਜੈਕਟ ਰਹਿੰਦੇ ਆ, ਜਿਵੇਂ ਅੱਜ ਦੀ ਡੇਟ ਦੇ ਵਿੱਚ ਜਿਹੜੇ ਸਬਜੈਕਟਸ ਯੂਨੀਅਨ ਗਵਰਨਮੈਂਟ ਕੋਲ ਹੈ, ਜਿਵੇਂ ਐਡਮਿਨਿਸਟ੍ਰੇਸ਼ਨ ਆਫ ਜਸਟਿਸ, ਲੋਕਲ ਸੈਲਫ ਗਵਰਨਮੈਂਟ ਹੋ ਗਿਆ, ਲੋਕਲ ਸੈਲਫ ਗਵਰਨਮੈਂਟ ਨਹੀਂ, ਐਡਮਿਨਿਸਟ੍ਰੇਸ਼ਨ ਆਫ ਜਸਟਿਸ ਹੋ ਗਿਆ, ਲੈਂਡ ਰੈਵਨਿਊ ਹੋ ਗਿਆ, ਪੁਲਿਸ ਹੋ ਗਿਆ। ਠੀਕ ਹੈ, 1, 3, 4 ਇਹਦੇ ਵਿੱਚ ਆਉਣਾ ਹੈ। ਇਸ ਤੋਂ ਇਲਾਵਾ ਇਰੀਗੇਸ਼ਨ ਵੀ ਜਿਹੜਾ ਆ ਉਹ ਵੀ ਰਿਜ਼ਰਵ ਸਬਜੈਕਟ ਸੀਗਾ। ਲੇਕਿਨ ਜੇਕਰ ਆਪਾਂ ਟ੍ਰਾਂਸਫਰ ਸਬਜੈਕਟਸ ਦੀ ਗੱਲ ਕਰੀਏ, ਟ੍ਰਾਂਸਫਰ ਜਿੱਦਾਂ ਅੱਜ ਦੀ ਡੇਟ ਦੇ ਵਿੱਚ ਜੋ ਸਬਜੈਕਟਸ ਸਟੇਟਸ ਕੋਲ ਹੈ ਜਾਂ ਕੰਕਰੈਂਟ ਲਿਸਟ ਕੋਲ ਹੈ, ਠੀਕ ਹੈ, ਉਹ ਉਦੋਂ ਇਹਦੇ ਵਿੱਚ ਸੀਗੇ ਟ੍ਰਾਂਸਫਰ ਲਿਸਟ ਦੇ ਵਿੱਚ। ਠੀਕ ਹੈ, ਜਿੱਦਾਂ ਕਿ ਲੋਕਲ ਸੈਲਫ ਗਵਰਨਮੈਂਟ ਹੋ ਗਿਆ ਟ੍ਰਾਂਸਫਰ ਸਬਜੈਕਟ ਸੀਗਾ ਜਿਹਦਾ ਆਪਸ਼ਨ ਵਿੱਚ ਦਿੱਤਾ ਹੋਇਆ ਆ। ਦੂਸਰਾ ਐਜੂਕੇਸ਼ਨ ਅੱਜ ਕੰਕਰੈਂਟ ਲਿਸਟ ਦੇ ਵਿੱਚ ਹੈ, ਉਦੋਂ ਹੀ ਟ੍ਰਾਂਸਫਰ ਸੀਗਾ। ਫਿਰ ਪਬਲਿਕ ਵਰਕ, ਪਬਲਿਕ ਹੈਲਥ, ਐਗਰੀਕਲਚਰ, ਫੋਰੈਸਟ, ਫਿਸ਼ਰੀਜ਼, ਇਹ ਸਾਰੇ ਜਿਹੜੇ ਸੀਗੇ ਟ੍ਰਾਂਸਫਰ ਸਬਜੈਕਟ ਸੀਗੇ। Next is consider the following freedom fighters: Birinder Kumar Ghosh, Joginder Chandra Chatterjee, Ras Bihari Bose. Who of the above was or were actively associated with Ghadar party? So ਇਹਨਾਂ ਦੇ ਵਿੱਚੋਂ ਜਿਹੜੇ ਸਿਰਫ ਆਪਸ਼ਨ ਆਏਗੀ 3, ਰਾਸ ਬਿਹਾਰੀ ਬੋਸ। ਸੋ ਗਦਰ ਪਾਰਟੀ ਦੇ ਬਾਰੇ ਜਿਹੜਾ ਆ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਠੀਕ ਹੈ, ਸੋ ਇਹਦੇ ਵਿੱਚ ਇਟ ਵਾਸ ਫਾਊਂਡਡ ਬਾਈ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ ਵੀ ਸੀਗੇ ਇਹਦੇ ਐਕਟਿਵ ਮੈਂਬਰ। ਦੈਨ ਉਸ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਹੋ ਗਏ, ਗੁਲਾਬ ਕੌਰ ਹੋ ਗਈ, ਠੀਕ ਹੈ, ਭਾਈ ਪਰਮਾਨੰਦ ਜੀ ਹੋ ਗਏ, ਰਾਸ ਬਿਹਾਰੀ ਬੋਸ ਤੇ ਹੈ ਹੀ ਸੀਗੇ, ਬਾਬਾ ਹਰਨਾਮ ਸਿੰਘ ਜੀ ਸੀਗੇ, ਬਲਵੰਤ ਸਿੰਘ ਜੀ ਸੀਗੇ, ਹਾਫਿਜ਼ ਮੁਹੰਮਦ ਬਰਕਤੁੱਲਾ ਸੀਗੇ। ਠੀਕ ਹੈ, they were some of the active members of Ghadar party. Next is with reference to proposals of Cripps mission, consider the following statements. So Cripps mission ਜਿਹੜਾ ਆ ਫੇਲ ਹੋਣ ਤੋਂ ਬਾਅਦ ਕਿਹੜੀ ਮੂਵਮੈਂਟ ਸਟਾਰਟ ਹੋਈ ਸੀ, ਆਪਾਂ ਪੜ੍ਹਿਆ ਸੀਗਾ 1942 ਦੀ ਕੁਇਟ ਇੰਡੀਆ ਮੂਵਮੈਂਟ।
ਨੈਕਸਟ ਸੋ ਇਹਦੇ ਵਿੱਚ ਆਪਾਂ ਜਿਹੜਾ ਕ੍ਰਿਪਸ ਮਿਸ਼ਨ ਦੇ ਹਿਸਾਬ ਦੇ ਨਾਲ ਦੇਖਣਾ ਕਿਹੜੀ ਸਟੇਟਮੈਂਟ ਸਹੀ ਹੈ। ਸੋ ਕਨਸਟੀਟਿਊਐਂਟ ਅਸੈਂਬਲੀ ਵੁੱਡ ਹੈਵ ਮੈਂਬਰਸ ਨੋਮੀਨੇਟਡ ਬਾਏ ਪ੍ਰੋਵਿੰਸ਼ੀਅਲ ਅਸੈਂਬਲੀਜ਼ ਐਜ਼ ਵੈਲ ਐਜ਼ ਪ੍ਰਿੰਸਲੀ ਸਟੇਟ। ਸੋ ਇਹਦੇ ਕ੍ਰਿਪਸ ਪ੍ਰਪੋਜ਼ਲ ਨੇ ਇਹ ਕਿਹਾ ਸੀਗਾ ਕਿ ਜਿਹੜਾ ਕਨਸਟੀਟਿਊਐਂਟ ਅਸੈਂਬਲੀ ਹੈ ਉਹਦੇ ਵਿੱਚ ਜਿਹੜੇ ਮੈਂਬਰਸ ਹੋਣਗੇ ਦੇ ਵਰ ਇਲੈਕਟਿਡ ਬਾਈ ਪ੍ਰੋਵਿੰਸ਼ੀਅਲ ਅਸੈਂਬਲੀਜ਼ ਐਂਡ ਨੋਮੀਨੇਟਡ ਬਾਈ ਪ੍ਰਿੰਸਲੀ ਸਟੇਟ। ਸੋ ਇਹ ਸਟੇਟਮੈਂਟ ਜਿਹੜੀ ਹੈ ਗਲਤ ਹੈ ਕਿਉਂਕਿ ਪ੍ਰੋਵਿੰਸ਼ੀਅਲ ਅਸੈਂਬਲੀਜ਼ ਤੋਂ ਮੈਂਬਰ ਜਿਹੜੇ ਆ ਉਹ ਇਲੈਕਟ ਹੋਣਗੇ ਤੇ ਪ੍ਰਿੰਸਲੀ ਸਟੇਟਸ ਤੋਂ ਨੋਮੀਨੇਟ ਹੋਣਗੇ। ਠੀਕ ਹੈ ਜੀ। ਐਨੀ ਪ੍ਰੋਵਿੰਸ ਵਿਚ ਇਜ਼ ਨਾਟ ਪ੍ਰੀਪੇਅਰ ਟੂ ਅਸੈਪਟ ਦ ਨਿਊ ਕਨਸਟੀਟਿਊਸ਼ਨ, ਕੋਈ ਵੀ ਪ੍ਰੋਵਿੰਸ ਜਿਹਨੂੰ ਨਵਾਂ ਕਨਸਟੀਟਿਊਸ਼ਨ ਪਸੰਦ ਨਹੀਂ ਆਏਗਾ ਵੁੱਡ ਹੈਵ ਦ ਰਾਈਟ ਟੂ ਸਾਈਨ ਅ ਸੈਪਰੇਟ ਐਗਰੀਮੈਂਟ ਵਿਦ ਬ੍ਰਿਟੇਨ ਰਿਗਾਰਡਿੰਗ ਦ ਫਿਊਚਰ ਸਟੇਟਸ। ਸੋ ਇਹ ਸਟੇਟਮੈਂਟ ਜਿਹੜੀ ਹੈ ਸਹੀ ਹੈ। ਸੋ ਓਨਲੀ 2। Next is, who among the following was associated as a secretary with Hindu female school which later came to be known as Bethune Female School? So ईश्वर चंद्र विद्यासागर। इन्होंने वैसे भी women ਦੀ uplifting ਲਈ बहुत काम ਕੀਤੇ ਆ। Next is, who among the following is associated with Songs of Prison, a translation of ancient Indian religious lyrics in English? So he was Mahatma Gandhi. Next is, with reference to a medieval question एक पाता मैं विच medieval India related के correct sequence ਆਪਾਂ ascending order ਦੇ ਵਿੱਚ ਦੱਸਣਾ ਹੈ। ascending means ਛੋਟੇ ਤੋਂ ਵੱਡਾ, ਵੱਡੇ ਫਿਰ ਵੱਡਾ ਐਂਡ ਤੇ। ਠੀਕ ਹੈ। ਸੋ ਇਹਦੇ ਵਿੱਚ ਜਿਹੜਾ ਆਨਸਰ ਆਏਗਾ ਤੁਹਾਡਾ ਹੈਗਾ ਪਰਗਨਾ, ਸਰਕਾਰ ਤੇ ਸੂਬਾ। ਦੇਖੋ ਜਿੱਦਾਂ ਮਤਲਬ ਟੋਟਲ ਜਿਹੜਾ ਐਮਪਾਇਰ ਜਿਹੜਾ ਅੱਗੋਂ ਸੂਬਿਆਂ ਦੇ ਵਿੱਚ ਵੰਡਿਆ ਹੁੰਦਾ ਸੀਗਾ। ਠੀਕ ਹੈ। ਸੂਬਿਆਂ ਜਿੱਦਾਂ ਅੱਜ ਲਾ ਮੰਨ ਲਓ ਇੰਡੀਆ ਆ ਤੇ ਇੰਡੀਆ ਜਿਹੜਾ ਸਟੇਟਸ ਦੇ ਵਿੱਚ ਡਿਵਾਈਡਡ ਆ, ਇਸੇ ਤਰ੍ਹਾਂ ਸੂਬੇ ਹੁੰਦੇ ਸੀਗੇ। ਸੂਬਿਆਂ ਦੇ ਅੱਗੋਂ ਜਿਹੜੀ ਹੈ ਉਹ ਸਰਕਾਰ, ਅਗਲੇ ਯੂਨਿਟਸ ਹੁੰਦੀ ਸੀ ਸਰਕਾਰ। ਜਿਵੇਂ ਅੱਜ ਦਾ ਮੰਨ ਲਓ ਜ਼ਿਲ੍ਹੇ ਹੋ ਗਏ, ਡਿਸਟ੍ਰਿਕਟਸ ਹੋ ਗਈਆਂ। ਸਰਕਾਰ ਅੱਗੋਂ ਜਿਹੜੇ ਪਰਗਨਾ ਦੇ ਵਿੱਚ ਡਿਵਾਈਡਡ ਸੀ। ਪਰਗਨਾ ਕੀ ਹੁੰਦਾ ਸੀਗਾ? ਲੋਕਲ ਐਡਮਿਨਿਸਟ੍ਰੇਸ਼ਨ ਜਿਹੜਾ ਵੇਖਦੇ ਸੀ, ਜਿੱਦਾਂ ਅੱਜ ਦੀ ਡੇਟ ਦੇ ਵਿੱਚ ਪੰਚਾਇਤਸ ਲਗਾ ਲਓ। ਠੀਕ ਹੈ। ਸੋ ਇਸ ਕਰਕੇ ਰਾਈਟ ਆਪਸ਼ਨ ਜਿਹੜਾ ਤੁਹਾਡਾ ਇਹ ਹੈ। ਨੈਕਸਟ ਹੈ The Montague-Chelmsford reforms of 1919 recommended granting voting rights to all the women above the age of 21. So ਇੱਥੇ all word ਜਿਹੜਾ ਆ ਗਲਤ ਹੈ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਕੁਝ ਸਪੈਸੀਫਿਕ ਜਿਨ੍ਹਾਂ ਦੀ ਏਜ ਜਿਹੜੀ ਹੈ 21 ਤੋਂ ਅਬਵ ਹੋਏਗੀ, ਬਟ ਨਾਲ ਉਹਨਾਂ ਕੋਲ ਕੁਝ ਪ੍ਰੋਪਰਟੀ ਦੀਆਂ ਵੀ ਇਹਨਾਂ ਨੇ ਰਿਕੁਆਇਰਮੈਂਟਸ ਜਿਹੜੀਆਂ ਰੱਖੀਆਂ ਸੀਗੀਆਂ, ਪ੍ਰੋਪਰਟੀ ਦੀਆਂ, ਟੈਕਸ ਦੀਆਂ, ਐਜੂਕੇਸ਼ਨ ਦੀਆਂ। ਠੀਕ ਹੈ। ਦੂਸਰਾ, ਗਵਰਨਮੈਂਟ ਆਫ ਇੰਡੀਆ ਐਕਟ 1935 ਗੇਵ ਵੂਮਨ ਰਿਜ਼ਰਵ ਸੀਟਸ ਇਨ ਲੈਜਿਸਲੇਚਰ। ਸੋ ਇਹ ਠੀਕ ਹੈ। ਸੋ ਕਰੈਕਟ ਸਟੇਟਮੈਂਟ ਕੀ ਆਏਗੀ? ਓਨਲੀ 2। ਨੈਕਸਟ ਇਜ਼ ਵਿਦ ਰੈਫਰੈਂਸ ਟੂ 8 ਅਗਸਤ 1942। ਆਪਾਂ ਪਹਿਲਾਂ ਵੀ ਪੜ੍ਹਿਆ। ਠੀਕ ਹੈ। 1942 ਦੇ ਵਿੱਚ ਕੁਇਟ ਇੰਡੀਆ ਮੂਵਮੈਂਟ ਹੋਈ ਹੈ, ਅਗਸਤ ਦੇ ਵਿੱਚ ਲਾਂਚ ਹੋਈ ਹੈ, ਇਸ ਕਰਕੇ ਆਪਾਂ ਇਹਨੂੰ ਕੀ ਕਹਿੰਦੇ ਆ? ਅਗਸਤ ਕ੍ਰਾਂਤੀ ਵੀ ਕਹਿੰਦੇ ਆ। ਠੀਕ ਹੈ ਜੀ। ਸੋ ਇਸ ਦਿਨ ਕੀ ਹੋਇਆ ਸੀਗਾ? ਕੁਇਟ ਇੰਡੀਆ ਰੈਜ਼ੋਲੂਸ਼ਨ ਵਾਸ ਅਡਾਪਟਡ ਬਾਈ ਆਲ ਇੰਡੀਆ ਕਾਂਗਰਸ ਕਮੇਟੀ। Next is, in the context of colonial India, Shahnawaz Khan, Prem Kumar Sehgal and Gurbaz Singh ਢਿੱਲੋਂ ਆਪਾਂ ਪਹਿਲਾਂ ਵੀ ਕਰ ਚੁੱਕੇ ਆ। ਸੋ ਸਹਿਗਲ, ਢਿੱਲੋਂ, ਸ਼ਾਹਨਵਾਜ਼, ਹਿੰਦੁਸਤਾਨ ਕੀ ਏਕ ਆਵਾਜ਼, ਸਹਿਗਲ, ਢਿੱਲੋਂ, ਸ਼ਾਹਨਵਾਜ਼। ਸੋ INA ਟ੍ਰਾਇਲਸ ਜਿਹੜੇ ਹੋਏ ਸੀਗੇ, ਆਫਿਸਰਸ ਆਫ ਇੰਡੀਅਨ, ਦੇ ਵਰ ਆਫਿਸਰਸ ਆਫ ਇੰਡੀਅਨ ਨੈਸ਼ਨਲ ਆਰਮੀ। ਨੈਕਸਟ ਇਜ਼ indigo cultivation in India declined by the beginning of 20th century because, ਸੋ ਕਿਉਂ ਇੰਡੀਗੋ ਕਲਟੀਵੇਸ਼ਨ ਜਿਹੜੀ ਇੰਡੀਆ ਦੇ ਵਿੱਚ ਖਤਮ ਹੋਣੀ ਸ਼ੁਰੂ ਹੋ ਗਈ? ਕਿਉਂਕਿ ਉਸ ਟਾਈਮ ਇੰਡਸਟਰੀਅਲ ਰੈਵੋਲੂਸ਼ਨ ਸਟਾਰਟ ਹੋ ਗਿਆ ਸੀਗਾ। ਸੋ ਨਵੀਆਂ ਇਨਵੈਂਸ਼ਨਸ ਹੋ ਰਹੀਆਂ ਸੀਗੀਆਂ। ਸੋ ਇਹਦੀ ਜਿਹੜੀ ਸੀਗੀ ਪ੍ਰੋਫਿਟੇਬਲੀ ਵਰਲਡ ਮਾਰਕੀਟ ਦੇ ਵਿੱਚ ਘਟ ਗਈ ਸੀ। Next is, with reference to history of India, Ulgulan or the Great Tumult is the description of which of the, so ਆਪਾਂ ਪਹਿਲਾਂ ਵੀ ਪੜ੍ਹਿਆ ਇਹਦੇ ਬਾਰੇ। ਉਲਗੁਲਨ ਮੂਵਮੈਂਟ ਜਿਹੜੀ ਹੈ ਜਾਂ ਗ੍ਰੇਟ ਟਿਊਮਲਟ ਜਿਹੜਾ ਆ, ਇਹ ਆਪਾਂ ਬਿਰਸਾ ਮੁੰਡਾ ਦਾ ਜਿਹੜਾ ਰਿਵੋਲਟ ਸੀਗਾ, ਮੁੰਡਾ ਰੈਵੋਲੂਸ਼ਨ, ਠੀਕ ਹੈ, ਉਹਦੇ ਬਾਰੇ ਆਪਾਂ ਇਹਨੂੰ ਕਹਿੰਦੇ ਆ, ਜਿਹਦੇ ਕਰਕੇ ਬਾਅਦ ਵਿੱਚ ਛੋਟਾ ਨਾਗਪੁਰ ਟੈਨੈਂਸੀ ਐਕਟ ਆਇਆ ਸੀਗਾ। ਨੈਕਸਟ ਇਜ਼, ਵੈਲੇਸਲੀ ਇਸਟੈਬਲਿਸ਼ ਦਾ ਫੋਰਟ ਵਿਲੀਅਮ ਕਾਲਜ ਐਟ ਕੈਲਕਟਾ। ਸੋ ਲਾਰਡ ਵੈਲੇਸਲੀ ਨੇ ਜਿਹੜਾ ਫੋਰਟ ਵਿਲੀਅਮ ਕਾਲਜ ਇਸਟੈਬਲਿਸ਼ ਕੀਤਾ ਸੀਗਾ। ਠੀਕ ਹੈ। ਸੋ ਇਹ ਲਾਰਡ ਰਿਚਰਡ ਵੈਲੇਸਲੀ ਹੈ ਇਹਦਾ ਨਾਮ। ਠੀਕ ਹੈ। ਪੂਰਾ ਜਿਹਨਾਂ ਨੇ ਇਸਟੈਬਲਿਸ਼ ਕੀਤਾ ਸੀ ਕੈਲਕਟਾ। ਇਹਦਾ ਮਤਲਬ ਮੇਨ ਕੀ ਸੀਗਾ, ਮੋਟਿਵ ਕੀ ਸੀਗਾ ਇਹਨੂੰ ਸੈਟਅਪ ਕਰਨ ਦਾ? ਇਹ ਚਾਹੁੰਦੇ ਸੀਗੇ ਕਿ ਜਿਹੜੇ ਬ੍ਰਿਟਿਸ਼ ਸਿਵੀਲੀਅਨਸ ਨੇ ਉਹਨਾਂ ਨੂੰ ਟ੍ਰੇਨ ਕੀਤਾ ਜਾਏ ਫॉर ਐਡਮਿਨਿਸਟ੍ਰੇਟਿਵ ਪਰਪਸਿਸ ਇਨ ਇੰਡੀਆ। ਠੀਕ ਹੈ। ਸੋ ਦ ਰਾਈਟ ਆਂਸਰ ਇਜ਼ ਆਪਸ਼ਨ ਡੀ। ਨੈਕਸਟ ਇਜ਼, which of the following statement correctly explains the impact of industrial revolution on India during the first half of 19th century? So industrial revolution ਦਾ ਕੀ impact ਹੋਇਆ ਕਿ ਜਿਹੜੇ ਇੰਡੀਅਨ ਹੈਂਡੀਕ੍ਰਾਫਟ ਸੀਗੇ ਉਹ ਤਬਾਹ ਹੋ ਗਏ, they were ruined. Next is, the Gandhi-Irwin Pact included which of the following? Gandhi-Irwin Pact ਦੇ ਵਿੱਚ ਕੀ ਸੀਗਾ? Invitation to Congress to participate in RTC। ਸੋ ਸੈਕਿੰਡ RTC ਜਿਹੜੀ ਹੋਣੀ ਸੀਗੀ, ਠੀਕ ਹੈ, 1931 ਦੇ ਐਂਡ ਦੇ ਵਿੱਚ, ਬਿਲਕੁਲ ਦਸੰਬਰ ਦੇ ਵਿੱਚ। ਸੋ ਉਹਦੇ ਵਿੱਚ ਪਾਰਟੀਸਿਪੇਟ ਕਰੇਗੀ ਕਾਂਗਰਸ। ਠੀਕ ਹੈ। ਦੈਨ ਦੂਸਰੀ ਗੱਲ, ਵਿਦਡਰਾਅਲ ਆਫ ਆਰਡੀਨੈਂਸਿਸ ਪ੍ਰੋਮਲਗੇਟਡ ਇਨ ਕਨੈਕਸ਼ਨ ਵਿਦ ਸਿਵਲ ਡਿਸਓਬੀਡੀਐਂਸ ਮੂਵਮੈਂਟ। ਸੋ ਜਿੰਨੇ ਵੀ ਆਰਡੀਨੈਂਸ ਨੇ ਇਹਦੇ ਰਿਗਾਰਡਿੰਗ ਉਹ ਵਿਦਡਰਾਅ ਕੀਤੇ ਜਾਣਗੇ। ਸੋ ਇਹ ਵੀ ਸੀਗਾ। ਤੀਸਰਾ, ਅਸੈਪਟੈਂਸ ਆਫ ਗਾਂਧੀ ਸੁਜੈਸ਼ਨ ਫॉर ਇਨਕੁਆਇਰੀ ਇਨਟੂ ਪੁਲਿਸ ਐਕਸੈਸਿਸ। ਸੋ ਇਹ ਗਲਤ ਹੈ। ਠੀਕ ਹੈ। ਇਹਨੂੰ ਉਹਨਾਂ ਨੇ ਅਸੈਪਟ ਨਹੀਂ ਕੀਤਾ ਸੀਗਾ। ਚੌਥਾ, ਰਿਲੀਜ਼ ਆਫ ਓਨਲੀ ਦੋਜ਼ ਪ੍ਰਿਜ਼ਨਰਸ ਹੂ ਵਰ ਨਾਟ ਚਾਰਜਡ ਵਿਦ ਵਾਇਲੈਂਸ। ਸੋ ਇਹ ਵੀ ਠੀਕ ਹੈ।
ਠੀਕ ਹੈ। ਆਲ ਪ੍ਰਿਜ਼ਨਰਸ ਨਹੀਂ ਆਏਗਾ, ਬਟ ਜਿਨ੍ਹਾਂ ਦਾ ਜਿਹੜੇ ਵਾਇਲੈਂਸ ਨਾਲ ਚਾਰਜ ਨਹੀਂ ਹੋਏ ਉਹਨਾਂ ਦਾ ਰਿਲੀਜ਼ ਜਿਹੜੀ ਹੈ ਇਹਦੇ ਵਿੱਚ ਮੰਨੀ ਗਈ ਸੀ। ਇਸ ਤੋਂ ਇਲਾਵਾ ਗਾਂਧੀ ਜੀ ਨੇ ਇੱਕ ਹੋਰ ਚੀਜ਼ ਜਿਹੜੀ ਇੱਕ ਹੋਰ ਡਿਮਾਂਡ ਰੱਖੀ ਸੀਗੀ ਕਿ ਜਿਹੜੇ ਅਨਫੇਅਰ ਸਾਲਟ ਲਾਜ਼ ਨੇ ਉਹਨਾਂ ਨੂੰ ਵੀ ਰਿਮੂਵ ਕੀਤਾ ਜਾਵੇ, ਠੀਕ ਹੈ, ਤਾਂ ਕਿ ਇੰਡੀਅਨ ਆਪਣਾ ਸਾਲਟ ਜਿਹੜਾ ਖੁਦ ਪ੍ਰੋਡਿਊਸ ਕਰ ਸਕਣ। ਸੋ ਇਹਦੇ ਵਿੱਚ ਜਿਹੜੀ ਆਪਸ਼ਨ ਆਏਗੀ ਸਹੀ ਹੋਏਗੀ 1, 2 ਐਂਡ 4। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ ਬੀ। ਨੈਕਸਟ ਇਜ਼ ਦਾ ਵਿਤਾਲ ਵਿਧਵੰਸ਼ਕ। ਵਿਧਵੰਸ਼ਕ ਜਿਹੜਾ ਹੈ ਫਸਟ ਮੰਥਲੀ ਜਰਨਲ ਸੀਗਾ ਟੂ ਹੈਵ ਅਨਟਚੇਬਲ ਪੀਪਲ ਐਜ਼ ਇਟਸ ਟਾਰਗੇਟ ਆਡੀਅੰਸ, ਠੀਕ ਹੈ। ਸੋ ਇਟ ਵਾਜ਼ ਬੇਸਿਕਲੀ ਲਾਂਚਡ ਬਾਈ ਔਰ ਪਬਲਿਸ਼ਡ ਬਾਈ ਗੋਪਾਲ ਬਾਬਾ ਵਲੰਕਰ। ਗੋਪਾਲ ਬਾਬਾ ਵਲੰਕਰ ਨੇ ਵੀ ਜਿਹੜਾ ਆ ਐਂਟੀ ਅਨਟਚੇਬਿਲਿਟੀ ਲਈ ਬਹੁਤ ਜਿਹੜਾ ਆ ਕੀਤਾ ਆ, ਐਂਡ ਈਵਨ ਜਿਹੜੀ ਫੇਮਸ ਮਹਾਰ ਮੂਵਮੈਂਟ ਆਪਾਂ ਸੁਣਦੇ ਆ, it was also started by Gopal Baba Valankar, although it was made famous by Dr. B.R. Ambedkar, ठीक है जी। Next is with reference to Swadeshi movement consider the following statements। so it contributed, so Swadeshi movement ਦੇ ਵਿੱਚ basically ਸੀਗਾ ਕਿ ਇੰਡੀਆ ਦੇ ਜਿਹੜੇ ਗੁੱਡਸ ਸੀਗੇ, ਆਰਟਿਸਨ ਕਰਾਫਟ ਸੀਗੀਆਂ, ਇੰਡਸਟਰੀ ਸੀਗਾ, ਉਹਨਾਂ ਦਾ ਰਿਵਾਈਵਲ, ਠੀਕ ਹੈ, ਉਹਦੇ ਵਿੱਚ ਕੰਟਰੀਬਿਊਟ ਕੀਤਾ। ਦੂਸਰਾ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਵਾਜ਼ ਐਸਟੈਬਲਿਸ਼ਡ ਐਜ਼ ਅ ਪਾਰਟ ਆਫ ਸਵਦੇਸ਼ੀ ਮੂਵਮੈਂਟ। ਸੋ ਇਹ ਵੀ ਸਟੇਟਮੈਂਟ ਜਿਹੜੀ ਹੈ ਸਹੀ ਹੈ। ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਜਿਹੜੀ ਹੈ ਬੰਗਾਲ ਦੇ ਵਿੱਚ ਸੈਟਅਪ ਹੋਈ ਸੀ 1906 ਦੇ ਵਿੱਚ, ਠੀਕ ਹੈ। ਸਤੀਸ਼ ਚੰਦਰ ਮੁਖਰਜੀ ਤੇ ਹੋਰ ਜਿਹੜੇ ਮਤਲਬ ਇੰਡੀਅਨ ਨੈਸ਼ਨਲਿਸਟ ਸੀਗੇ ਉਹਨਾਂ ਨੇ ਰਲ ਕੇ ਸੈਟਅਪ ਕੀਤੀ ਸੀਗੀ ਤਾਂ ਕਿ ਸਵਦੇਸ਼ੀ ਇੰਡਸਟਰੀਅਲਾਈਜੇਸ਼ਨ ਵਾਸਤੇ ਸਾਇੰਸ ਐਂਡ ਟੈਕਨੋਲੋਜੀ ਨੂੰ ਪ੍ਰਮੋਟ ਕੀਤਾ ਜਾ ਸਕੇ, ਠੀਕ ਹੈ ਜੀ। ਨੈਕਸਟ ਹੈ ਮੂਵਮੈਂਟ ਤੇ ਆਰਗੇਨਾਈਜੇਸ਼ਨ ਤੇ ਉਹਨਾਂ ਦੇ ਲੀਡਰਸ ਦੇ ਬਾਰੇ ਪੁੱਛਿਆ ਹੋਇਆ ਹੈ। ਸੋ ਆਲ ਇੰਡੀਆ ਐਂਟੀ ਅਨਟਚੇਬਿਲਿਟੀ ਲੀਗ ਜਿਹੜੀ ਹੈ ਇਟ ਵਾਜ਼ ਫਾਊਂਡਡ ਬਾਈ ਮਹਾਤਮਾ ਗਾਂਧੀ ਇਨ 1932। ਆਲ ਇੰਡੀਆ ਕਿਸਾਨ ਸਭਾ ਬਾਈ ਸਵਾਮੀ ਸਹਿਜਾਨੰਦ ਸਰਸਵਤੀ ਇਨ 1936 ਤੇ ਉਸ ਤੋਂ ਬਾਅਦ ਸਵਾਮੀ ਨਾਇਕਰ ਔਰ ਨਾਇਕਰ ਪੇਰੀਅਰ ਵੀ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਨੇ ਸੈਲਫ ਰਿਸਪੈਕਟ ਮੂਵਮੈਂਟ ਜਿਹੜੀ ਹੈ ਸਟਾਰਟ ਕੀਤੀ ਸੀ। ਸੋ ਤਿੰਨੇ ਹੀ ਸਟੇਟਮੈਂਟਸ ਜਿਹੜੀਆਂ ਨੇ ਕਰੈਕਟ ਨੇ। ਨੈਕਸਟ ਇਜ਼ ਵਿਦ ਰੈਫਰੈਂਸ ਟੂ ਬ੍ਰਿਟਿਸ਼ ਕਲੋਨੀਅਲ ਇਨ ਇੰਡੀਆ ਰੂਲ ਇਨ ਇੰਡੀਆ ਕੰਸੀਡਰ ਦਾ ਫੋਲੋਇੰਗ। ਮਹਾਤਮਾ ਗਾਂਧੀ ਵਾਜ਼ ਇੰਸਟਰੂਮੈਂਟਲ ਇਨ ਐਬੋਲੀਸ਼ਨ ਆਫ ਸਿਸਟਮ ਆਫ ਇੰਡੈਂਚਰਡ ਲੇਬਰ। ਇੰਡੈਂਚਰਡ ਲੇਬਰ ਕਿਹੜੀ ਹੁੰਦੀ ਹੈ? ਜਿਹੜੀ ਠੇਕੇ ਤੇ ਰੱਖੀ ਜਾਂਦੀ, ਕੰਟਰੈਕਟ ਤੇ ਰੱਖੀ ਜਾਂਦੀ ਹੈ। ਸੋ ਇਹਦੇ ਵਾਸਤੇ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ। In Lord Chelmsford War Conference, Mahatma Gandhi did not support the resolution on recruiting Indians for World War। ਸੋ ਇਹ ਗਲਤ ਹੈ ਕਿਉਂਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਜੇਕਰ ਆਪਾਂ ਇੰਡੀਅਨਸ ਨੂੰ ਭੇਜਾਂਗੇ ਤੇ ਇਹ ਵੀ ਸਾਨੂੰ ਸਵਰਾਜ ਦੇਣ ਦੇ ਵਿੱਚ ਜਿਹੜੀ ਹੈ ਅੱਗੇ ਵਧਣਗੇ, ਠੀਕ ਹੈ। ਸੋ ਇੱਕ ਸਟੈਪ ਸੀਗਾ ਇਹਨਾਂ ਦਾ ਕਿ ਹਾਂ ਮਤਲਬ ਇਹਨਾਂ ਨੇ ਹਾਮੀ ਭਰੀ ਸੀਗੀ ਇਸ ਕਾਨਫਰੰਸ ਦੇ ਦੌਰਾਨ ਕਿ ਇੰਡੀਅਨਸ ਨੂੰ ਜਿਹੜਾ ਆ ਵਰਲਡ ਵਾਰ ਦੇ ਵਿੱਚ ਆਪਾਂ ਰਿਕਰੂਟ ਕਰਾਂਗੇ, ਭੇਜਾਂਗੇ। ਸੋ ਇਹ ਸਟੇਟਮੈਂਟ ਗਲਤ ਹੋ ਗਈ, ਠੀਕ ਹੈ। ਸੋ ਹੀ ਸਪੋਰਟਡ। ਨੈਕਸਟ ਇਜ਼ ਕੌਨਸੀਕੁਐਂਟ ਅਪॉन ਬ੍ਰੇਕਿੰਗ ਸਾਲਟ ਲਾਅ ਬਾਈ ਇੰਡੀਅਨ ਪੀਪਲ INC ਵਾਜ਼ ਡਿਕਲੇਅਰਡ ਇਲੀਗਲ ਬਾਈ ਕਲੋਨੀਅਲ ਰੂਲਰਸ। ਸੋ ਜਦੋਂ ਇਹਨਾਂ ਨੇ ਸਾਲਟ ਲਾਅ ਬ੍ਰੇਕ ਕਰ ਦਿੱਤਾ, ਠੀਕ ਹੈ, ਦਾਂਡੀ ਮਾਰਚ ਤੋਂ ਬਾਅਦ ਤੇ INC ਨੂੰ ਇਲੀਗਲ ਡਿਕਲੇਅਰ ਕਰਤਾ ਸੀ ਬ੍ਰਿਟਿਸ਼ ਗਵਰਨਮੈਂਟ ਨੇ। ਸੋ ਇਹ ਵੀ ਸਟੇਟਮੈਂਟ ਸਹੀ ਹੈ। ਸੋ ਫਰਸਟ ਐਂਡ ਥਰਡ ਜਿਹੜੀ ਹੈ ਕਰੈਕਟ ਹੈ। ਰਾਈਟ ਆਂਸਰ ਇਜ਼ ਆਪਸ਼ਨ ਬੀ। Next is consider the following statements about Charter Act of 1813। ਸੋ ਚਾਰਟਰਡ ਐਕਟ ਨੇ ਜਿਹੜਾ ਆ ਮੋਨੋਪਲੀ ਈਸਟ ਇੰਡੀਆ ਕੰਪਨੀ ਦੀ ਜਿਹੜੀ ਖਤਮ ਕਰ ਦਿੱਤੀ ਸੀ ਟ੍ਰੇਡ ਮੋਨੋਪਲੀ ਐਕਸੈਪਟ ਫॉर ਟ੍ਰੇਡ ਇਨ ਟੀ ਐਂਡ ਟ੍ਰੇਡ ਵਿਦ ਚਾਈਨਾ। ਆਪਾਂ ਉੱਪਰ ਕੀਤਾ ਹੋਇਆ ਹੈ ਪਹਿਲੇ ਕੁਐਸਚਨਸ ਦੇ ਵਿੱਚ। Next ਹੈ it asserted the sovereignty of British crown over Indian territories held by the company, ਠੀਕ ਹੈ। Revenues of India were now controlled by British Parliament, but ਇਹ ਚੀਜ਼ ਜਿਹੜੀ ਹੈ ਗਲਤ ਹੈ, ਠੀਕ ਹੈ। ਸੋ ਦਾ ਆਂਸਰ ਇਜ਼ 1 and 2। Next is which one of the following statement does not apply to the system of subsidiary alliance introduced by Lord Wellesley। So Lord Wellesley subsidiary alliance system ਕੀ ਸੀਗਾ? ਇਹ ਚਾਹੁੰਦਾ ਸੀਗਾ ਕਿ ਜਿਹੜੀ ਇੰਡੀਅਨ ਸਟੇਟਸ ਹੈ ਉਹਨਾਂ ਦੇ ਉੱਤੇ ਬ੍ਰਿਟਿਸ਼ ਪੈਰਾਮਾਉਂਸੀ ਜਿਹੜੀ ਹੈ ਕ੍ਰੀਏਟ ਕੀਤੀ ਜਾਵੇ, ਠੀਕ ਹੈ। ਔਰ ਇੰਡੀਆ ਦੇ ਵਿੱਚ ਜਿਹੜੀ ਬ੍ਰਿਟਿਸ਼ ਆਰਮੀ ਹੈ ਉਹ ਇੰਡੀਆ ਦੇ ਐਕਸਪੈਂਸਿਸ ਦੇ ਉੱਤੇ ਆਪਾਂ ਮੇਨਟੇਨ ਕਰਾਂਗੇ। ਦੂਸਰਾ ਇਹਨੇ ਡਰ ਕੀ ਪਾਇਆ ਹੋਇਆ ਸੀਗਾ? ਨੈਪੋਲੀਅਨ ਦਾ ਤੇ ਜ਼ਾਰ ਆਫ ਰਸ਼ੀਆ ਦਾ। ਸੋ ਇਹ ਤਿੰਨੇ ਹੀ ਸਟੇਟਮੈਂਟ ਸਹੀ ਹੈ। ਸੋ ਤੀਸਰੀ ਸਟੇਟਮੈਂਟ ਜਿਹੜੀ ਹੈ ਗਲਤ ਹੈ, ਸੀ ਵਾਲੀ, ਕਿ ਟੂ ਸਿਕਿਉਰ ਅ ਫਿਕਸਡ ਇਨਕਮ ਫॉर ਦਾ ਕੰਪਨੀ। ਨੈਕਸਟ ਹੈਗਾ ਰਿਗਾਰਡਿੰਗ ਵੁਡਸ ਡਿਸਪੈਚ ਵਿਚ ਆਰ ਟਰੂ। ਸੋ ਵੁਡ ਡਿਸਪੈਚ ਦੇ ਵਿੱਚ ਕੀ ਆਇਆ ਸੀਗਾ ਜਿਹੜਾ 1854 ਦੇ ਵਿੱਚ ਆਇਆ? ਗ੍ਰਾਂਟ ਇਨ ਏਡ ਸਿਸਟਮ ਇੰਟਰੋਡਿਊਸ ਕੀਤਾ ਗਿਆ ਸੀ। ਸਟੈਬਲਿਸ਼ਮੈਂਟ ਆਫ ਯੂਨੀਵਰਸਿਟੀਜ਼ ਰਿਕਮੈਂਡ ਕੀਤੀਆਂ ਗਈਆਂ ਸੀ। ਸੋ ਇਸੇ ਤਹਿਤ ਹੀ ਫਿਰ ਆਪਾਂ ਉੱਪਰ ਵੀ ਪੜ੍ਹਿਆ ਕਿ ਬੰਬੇ ਦੀ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੋਈ ਹੈ ਜਿਹੜੀ 1857 ਦੇ ਵਿੱਚ ਸੈਟਅਪ ਕੀਤੀ ਗਈ। ਉਸ ਤੋਂ ਬਾਅਦ ਕਲਕੱਤਾ ਤੇ ਮਦਰਾਸ ਦੀਆਂ ਵੀ ਇਸੇ ਤਹਿਤ ਹੀ ਸੈਟਅਪ ਕੀਤੀਆਂ ਗਈਆਂ। ਤੀਸਰੀ ਸਟੇਟਮੈਂਟ ਹੈ ਇੰਗਲਿਸ਼ ਐਜ਼ ਅ ਮੀਡੀਅਮ ਆਫ ਇੰਸਟਰਕਸ਼ਨ ਐਟ ਆਲ ਲੈਵਲਸ ਆਫ ਐਜੂਕੇਸ਼ਨ ਵਾਜ਼ ਰਿਕਮੈਂਡਡ। ਸੋ ਇਹ ਗਲਤ ਹੈ ਕਿਉਂਕਿ ਆਲ ਲੈਵਲਸ ਵੀ ਨਹੀਂ ਤੇ ਦੂਸਰਾ ਇਹਨਾਂ ਨੇ ਕਿਹਾ ਸੀਗਾ ਕਿ ਜਿਸ ਤਰ੍ਹਾਂ ਆਪਾਂ ਬਾਕੀ ਲੈਂਗੁਏਜਸ ਜਿਹੜੀਆਂ ਹੈ ਵਰਨੈਕੂਲਰ ਲੈਂਗੁਏਜਸ ਨੂੰ ਪ੍ਰਮੋਟ ਕਰ ਰਹੇ ਹਾਂ ਉਹਦੇ ਨਾਲ ਨਾਲ ਇੰਗਲਿਸ਼ ਨੂੰ ਵੀ ਜਿਹੜਾ ਹੈ ਪ੍ਰਮੋਟ ਕਰਨਾ ਚਾਹੀਦਾ ਹੈ, ਠੀਕ ਹੈ। ਸੋ ਸਟੇਟਮੈਂਟ 1 ਤੇ 2 ਹੀ ਸਹੀ। In 1920 which of the following changed its name to ਸਵਰਾਜ ਸਭਾ। ਸੋ ਸਵਰਾਜ ਸਭਾ ਦਾ ਨਾਮ ਜਿਹੜਾ ਸੀ ਉਹ ਆਲ ਇੰਡੀਆ ਹੋਮ ਰੂਲ ਲੀਗ ਨੇ ਰੱਖਿਆ ਸੀਗਾ।
ਨੈਕਸਟ ਇਜ਼ ਵਿਚ ਅਮੰਗ ਦ ਫੋਲੋਇੰਗ ਇਵੈਂਟਸ ਹੈਪਨਡ ਅਰਲੀਐਸਟ। ਸੋ ਇਹਨਾਂ ਦੇ ਵਿੱਚੋਂ 4 ਇਵੈਂਟਸ ਦਿੱਤੇ ਹੋਏ ਨੇ, ਠੀਕ ਹੈ, ਜਿਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਸਭ ਤੋਂ ਪਹਿਲਾਂ ਕਿਹੜਾ ਹੋਇਆ ਹੈ। ਸੋ ਆਊਟ ਆਫ ਦ ਗਿਵਨ ਆਪਸ਼ਨ ਰਾਈਟ ਆਂਸਰ ਇਜ਼ ਬੀ, ਦੀਨਬੰਧੂ ਮਿੱਤਰਾ ਰੋਟ ਨੀਲ ਦਰਪਣ। ਨੀਲ ਦਰਪਣ ਮੀਨਸ ਇੰਡੀਗੋ ਮਿਰਰ, ਠੀਕ ਹੈ। ਸੋ ਇੰਡੀਗੋ ਮਿਰਰ ਇਹਨਾਂ ਦੇ ਵਿੱਚੋਂ ਜਿਹੜਾ ਆ ਸਭ ਤੋਂ ਪਹਿਲਾਂ ਲਿਖਿਆ ਗਿਆ ਸੀਗਾ। ਸੋ ਇਟ ਵਾਜ਼ ਰਿਟਨ ਇਨ 1858-59 ਦੇ ਵਿੱਚ ਜਿਹੜਾ ਇਹ ਲਿਖਿਆ ਗਿਆ ਆ। ਉਸ ਤੋਂ ਬਾਅਦ ਸੈਕਿੰਡ ਨੰਬਰ ਤੇ ਜਿਹੜਾ ਇਹਦੇ ਵਿੱਚੋਂ ਹੋਇਆ ਆ ਦੈਟ ਇਜ਼ ਸਤਿੰਦਰ ਨਾਥ ਟੈਗੋਰ ਬਿਕੇਮ ਦ ਫਰਸਟ ਇੰਡੀਅਨ ਟੂ ਸਕਸੀਡ ਇਨ ICS ਐਗਜ਼ਾਮ ਸਿਵਲ ਸਰਵਿਸਿਜ਼ ਦੇ ਵਿੱਚ। ਸੋ ਇਹ 1863 ਦੇ ਵਿੱਚ ਜਿਹੜੇ ਸਕਸੀਡ ਹੋਏ ਸੀਗੇ। ਥਰਡ ਨੰਬਰ ਤੇ ਇਹਨਾਂ ਦੇ ਵਿੱਚੋਂ ਜਿਹੜਾ ਹੋਇਆ ਆ ਕੰਮ ਉਹ ਹੋਇਆ ਆ ਕਿ ਜਿਹੜੇ ਸਵਾਮੀ ਦਇਆਨੰਦ ਸਰਸਵਤੀ ਸੀਗੇ ਉਹਨਾਂ ਨੇ ਆਰਿਆ ਸਮਾਜ ਫਾਊਂਡ ਕੀਤਾ ਸੀਗਾ। ਹੀ ਫਾਊਂਡਡ ਇਟ ਇਨ 1875। ਤੇ ਲਾਸਟ ਤੇ ਜਿਹੜਾ ਕੰਮ ਹੋਇਆ ਬੰਕਿਮ ਚੰਦਰ ਚਟੋਪਾਧਿਆਏ ਰੋਡ ਆਨੰਦ ਮਾਰਗ। ਇਹਨਾਂ ਨੇ ਆਨੰਦ ਮਾਰਗ ਜਿਹੜਾ ਲਿਖਿਆ ਸੀਗਾ ਇਹ ਇਹਨਾਂ ਨੇ ਲਿਖਿਆ ਸੀ 1882 ਦੇ ਵਿੱਚ, ਠੀਕ ਹੈ, ਬੇਸਡ ਔਨ ਇਵੈਂਟਸ ਫਰੋਮ ਸੰਨਿਆਸੀ ਰਿਬੈਲੀਅਨ। ਸੋ ਸਭ ਤੋਂ ਪਹਿਲਾਂ ਜਿਹੜਾ ਕੰਮ ਹੋਇਆ ਦੀਨ ਬੰਧੂ ਮਿੱਤਰਾ ਰੋਡ ਨੀਲ ਦਰਪਣ। ਇਸੇ ਲਈ ਜਿਹੜੀਆਂ ਡੇਟਸ ਈਅਰਸ ਬਹੁਤ ਇੰਪੋਰਟੈਂਟ ਰਹਿੰਦੇ ਆ ਹਿਸਟਰੀ ਦੇ ਵਿੱਚ। Next is with reference to educational institution during colonial rule in India, consider the following pairs। So institutions ਤੇ founders ਦਾ ਨਾਮ ਲਿਖਿਆ ਹੋਇਆ ਆ। ਸੋ ਸਭ ਤੋਂ ਪਹਿਲਾਂ ਜਿਹੜਾ ਨਾਮ ਲਿਖਿਆ that is ਸੰਸਕ੍ਰਿਤ ਕਾਲਜ ਐਟ ਬਨਾਰਸ ਬਾਈ ਵਿਲੀਅਮ ਜੌਨਸ। ਸੋ ਇਹ ਗਲਤ ਹੈ। ਸੰਸਕ੍ਰਿਤ ਕਾਲਜ ਜਿਹੜਾ ਵਾਰਾਣਸੀ ਦੇ ਵਿੱਚ ਇਸਟੈਬਲਿਸ਼ ਕੀਤਾ ਸੀਗਾ, ਇਸਟੈਬਲਿਸ਼ ਕੀਤਾ ਸੀ ਉਸ ਟਾਈਮ ਜਿਹੜਾ ਬੰਬੇ ਦਾ ਗਵਰਨਰ ਸੀਗਾ ਜੋਨਾਥਨ ਡੰਕਨ। ਜੋਨਾਥਨ ਡੰਕਨ ਹੀ ਵਾਜ਼ ਗਵਰਨਰ ਆਫ ਬੰਬੇ, ਠੀਕ ਹੈ। ਸੋ ਇਹਨੇ 1791 ਦੇ ਵਿੱਚ ਇਹ ਸੰਸਕ੍ਰਿਤ ਕਾਲਜ ਬਨਾਰਸ ਦੇ ਵਿੱਚ ਇਸਟੈਬਲਿਸ਼ ਕੀਤਾ ਸੀਗਾ ਟੂ ਸਟੱਡੀ ਹਿੰਦੂ ਲਾਜ਼ ਐਂਡ ਫਿਲੋਸਫੀ, ਰਾਈਟ। ਕਲਕੱਤਾ ਮਦਰਾਸਾ ਜਿਹੜਾ ਵਾਰਨ ਹੈਸਟਿੰਗਸ ਨੇ ਹੀ ਕੀਤਾ ਸੀਗਾ ਇਸਟੈਬਲਿਸ਼, ਠੀਕ ਹੈ, 1781 ਦੇ ਵਿੱਚ ਕੀਤਾ ਸੀ। ਫੋਰਟ ਵਿਲੀਅਮ ਕਾਲਜ ਜਿਹੜਾ ਆ ਇਹ ਆਰਥਰ ਵੈਲਸਲੀ ਨੇ ਨਹੀਂ ਇਹ ਕੀਤਾ ਸੀਗਾ, ਬੇਸਿਕਲੀ ਲਾਰਡ ਰਿਚਰਡ ਵੈਲਸਲੀ ਨੇ, ਠੀਕ ਹੈ, ਲਾਰਡ ਰਿਚਰਡ ਵੈਲਸਲੀ ਨੇ ਕੀਤਾ ਸੀ 1800 ਦੇ ਵਿੱਚ। ਸੋ ਓਨਲੀ 2 ਮਤਲਬ ਜਿਹੜਾ ਆ ਮੈਚ ਪੇਅਰ ਕਰੈਕਟ ਹੈ, ਬਾਕੀ ਦੋਵੇਂ ਜਿਹੜੇ ਆ ਗਲਤ ਹੈ। ਨੈਕਸਟ ਇਜ਼ ਇਕਨੋਮਿਕਲੀ ਵਨ ਆਫ ਦ ਰਿਜ਼ਲਟਸ ਆਫ ਬ੍ਰਿਟਿਸ਼ ਰੂਲ ਇਨ ਇੰਡੀਆ ਇਨ ਦ 19th ਸੈਂਚੁਰੀ ਵਾਜ਼। ਸੋ ਮੇਨ ਇਹਨਾਂ ਦਾ ਮੇਨ ਮਕਸਦ ਸੀਗਾ ਟੂ ਕਮਰਸ਼ਲਾਈਜ਼ ਇੰਡੀਅਨ ਐਗਰੀਕਲਚਰ। ਨੈਕਸਟ ਇਜ਼ ਇਨ ਦ ਫੈਡਰੇਸ਼ਨ ਐਸਟੈਬਲਿਸ਼ਡ ਬਾਈ ਗਵਰਨਮੈਂਟ ਆਫ ਇੰਡੀਆ ਇਨ 1935 ਰੈਜ਼ੀਡਰੀ ਪਾਵਰਸ ਜਿਹੜੀਆਂ ਸੀਗੀਆਂ ਦੋਸ ਲਾਈਡ ਵਿਦ ਗਵਰਨਰ ਜਨਰਲ, ਔਰ ਜੇ ਇੱਥੇ ਵਾਇਸਰੋਏ ਵੀ ਹੁੰਦਾ ਤਾਂ ਆਨਸਰ ਵਾਇਸਰੋਏ ਹੁੰਦਾ, ਠੀਕ ਹੈ। ਨੈਕਸਟ ਇਜ਼ the staple commodities of exports by English East India Company from Bengal in middle of 18th century। staple commodities ਜਿਹੜੀਆਂ ਐਕਸਪੋਰਟ ਕੀਤੀਆਂ ਜਾਂਦੀਆਂ ਸੀ ਈਸਟ ਇੰਡੀਆ ਕੰਪਨੀ ਵੱਲੋਂ ਉਹਦੇ ਵਿੱਚ ਕਾਟਨ ਸੀ, ਸਿਲਕ ਸੀ, ਸਾਲਟ ਪੀਟਰ ਜਿਹਨੂੰ ਆਪਾਂ ਸੁਪਾਰੀ ਕਹਿੰਦੇ ਆ, ਠੀਕ ਹੈ, ਔਰ ਓਪੀਅਮ ਸੀਗਾ। Next is which of the following is very significant aspect of ਚਾਂਪਰਨ ਸੱਤਿਆਗ੍ਰਹਿ। ਚਾਂਪਰਨ ਸੱਤਿਆਗ੍ਰਹਿ ਆਪਾਂ ਪੜ੍ਹਿਆ ਸੀਗਾ ਉੱਪਰ ਵੀ ਕਿ 1917 ਦੇ ਵਿੱਚ ਹੋਇਆ ਸੀਗਾ। ਇਟ ਵਾਸ ਲੈਡ ਬਾਈ ਮਹਾਤਮਾ ਗਾਂਧੀ। ਸੋ ਇਹਦੇ ਵਿੱਚ ਮੇਨਲੀ ਹੋਇਆ ਕੀ ਸੀਗਾ joining of peasant unrest to India's national movement। Next is who among the following were the founders of Hind Mazdoor Sabha? It was established in 1948 by Ashok Mehta, T.S. Ramanujam and G.G. Mehta। Next is the object of the Butler Committee 1927। So ਇਹਦਾ main objective ਕੀ ਸੀਗਾ to improve the relationship between government of India and the princely states। Next is who among the following was associated with the introduction of ਰਈਅਤਵਾੜੀ system। ਰਈਅਤਵਾੜੀ settlement ਜਾਂ ਜਿਹੜੀ ਹੈ ਕਿੰਨੇ ਇੰਟਰੋਡਿਊਸ ਕੀਤੀ ਸੀਗੀ? So it was introduced by Alexander Reed and Thomas Munro, ਠੀਕ ਹੈ। So next ਇਹਦਾ 2 and 3 ਆਏਗਾ। Next is in context of Indian history the principle of diarchy। diarchy ਜਿਹੜਾ ਕਿ ਆਪਾਂ ਉੱਪਰ ਵੀ ਪੜ੍ਹਿਆ ਕਿ ਰਿਜ਼ਰਵ ਤੇ ਟ੍ਰਾਂਸਫਰ ਸਬਜੈਕਟਸ ਦੇ ਵਿੱਚ ਡਿਵਾਈਡ ਹੋ ਜਾਣਾ ਉਹਨਾਂ ਦੀ jurisdiction। So it was division of subjects delegated to provinces into 2 categories। Next is with reference to Indian freedom struggle consider the following events। So ਇਹਨਾਂ ਨੂੰ chronologically ਆਪਾਂ ਅਰੇਂਜ ਕਰਨਾ ਹੈ। ਸੋ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚੋਂ ਜਿਹੜਾ ਕਿਹੜੀ ਹੋਈ ਹੈ ਇਹਦੇ ਵਿੱਚ ਤਾਂ ਬਹੁਤ ਜ਼ਿਆਦਾ ਡਿਫਰੈਂਸ ਹੈ। ਸੋ ਆਰਾਮ ਦੇ ਨਾਲ ਹੀ ਆਪਾਂ ਗੈਸ ਕਰ ਸਕਦੇ ਹਾਂ। ਸੋ 1931 ਦੇ ਵਿੱਚ ਸੈਕਿੰਡ RTC ਹੋਈ ਹੈ। ਕੁਇਟ ਇੰਡੀਆ ਮੂਵਮੈਂਟ 1942 ਦੇ ਵਿੱਚ ਹੋਈ ਹੈ। ਐਂਡ ਮਿਊਟਨੀ ਇਨ ਰਾਇਲ ਇੰਡੀਅਨ ਨੇਵੀ ਜਿਹੜੀ ਆ ਇਟ ਹੈਪਨਡ ਇਨ 1946। ਸੋ 3, 2, 1 ਜਿਹੜਾ ਹੈ ਇਹਦਾ ਆਨਸਰ ਆਏਗਾ। Next is the Montague-Chelmsford proposals were related to। So again repeated question hai। So these were related to constitutional reforms। Next is Satya Shodhak Samaj organized। So Satya Shodhak Samaj jehda hai it was founded by Jyotiba Phule, theek hai, Jyotiba Phule। So ਇਹ basically ਮਹਾਰਾਸ਼ਟਰ ਦੇ ਵਿੱਚ ਇਹਨਾਂ ਨੇ ਫਾਊਂਡ ਕੀਤਾ ਸੀ in 1873 ਔਰ ਇੱਕ ਐਂਟੀ ਕਾਸਟ ਮੂਵਮੈਂਟ ਸੀਗੀ। Next is what was the main reason for split in INC at Surat। Surat split ਜਿਹਨੂੰ ਆਪਾਂ ਫੇਮਸਲੀ ਕਹਿੰਦੇ ਆ 1907 ਦੇ ਵਿੱਚ ਜਿਹੜਾ ਹੋਇਆ ਆ, ਠੀਕ
ਠੀਕ ਹੈ। ਸੋ ਇਹਦੇ ਵਿੱਚ ਬੇਸਿਕਲੀ ਜਿਹੜਾ ਮੋਡਰੇਟਸ ਦੀ ਜੋ ਕੈਪੈਸਿਟੀ ਸੀ ਉਹਦੇ ਵਿੱਚ ਐਕਸਟ੍ਰੀਮਿਸਟ ਦਾ ਪੇਸ਼ੈਂਸ ਜਾਂ ਫੇਥ ਜਿਹੜਾ ਲੂਜ਼ ਹੋ ਗਿਆ ਸੀਗਾ ਟੂ ਨੈਗੋਸ਼ੀਏਟ ਵਿਦ ਬ੍ਰਿਟਿਸ਼ ਗਵਰਨਮੈਂਟ। ਨੈਕਸਟ ਇਜ਼ ਦ ਪਲਾਨ ਆਫ ਸਰ ਸਟੈਫਰਡ ਕ੍ਰਿਪਸ ਇਨਵੈਸਿਸਡ ਆਫਟਰ ਦ ਸੈਕੰਡ ਵਰਲਡ ਵਾਰ। ਸੋ ਸੈਕੰਡ ਵਰਲਡ ਵਾਰ ਤੋਂ ਬਾਅਦ ਉਹ ਕਹਿੰਦੇ ਸੀ ਮਤਲਬ ਇਹਦੇ ਵਿੱਚ ਜਿਹੜਾ ਕ੍ਰਿਪਸ ਮਿਸ਼ਨ ਆਇਆ ਸੀਗਾ ਕਹਿੰਦੇ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਇੰਡੀਆ ਨੂੰ ਆਪਾਂ ਡੋਮੀਨੀਅਨ ਸਟੇਟਸ ਦੇ ਦਾਂਗੇ, ਜਿਹਦੇ ਕਰਕੇ ਕ੍ਰਿਪਸ ਪ੍ਰਪੋਜ਼ਲ ਫੇਲ ਹੋ ਗਿਆ ਤੇ ਕੁਇਟ ਇੰਡੀਆ ਮੂਵਮੈਂਟ ਲਾਂਚ ਹੋਈ ਸੀ। ਨੈਕਸਟ ਇਜ਼ ਸਵਦੇਸ਼ੀ ਐਂਡ ਬਾਇਕਾਟ ਵਰ ਅਡੋਪਟਡ ਐਜ਼ ਮੈਥਡ ਆਫ ਸਟਰਗਲ for the first time during, so it was launched during the agitation against partition of Bengal. Next is Government of India Act 1919 clearly defined, so ਇਹਦੇ ਵਿੱਚ basically ਕੀ ਹੈ ਯੂਰਿਸਡਿਕਸ਼ਨ ਦੱਸੀ ਗਈ ਸੀ ਸੈਂਟਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ, ਕਿਉਂਕਿ ਰਿਜ਼ਰਵ ਤੇ ਟ੍ਰਾਂਸਫਰ ਸਬਜੈਕਟਸ ਦਿੱਤੇ ਗਏ, ਡਾਇਆਰਕੀ ਇੰਟਰੋਡਿਊਸ ਹੋਈ। Next is who among the following organized a march on Tanjore coast to break the salt law in April 1930, so it was led by C. Raja Gopalachari. Next is consider the following statement. First again, the first woman president of INC was Sarojini Naidu, so ये statement गलत है। अगर first Indian woman president ਹੁੰਦਾ ਤਾਂ ਫਿਰ Sarojini Naidu ਹੁੰਦਾ, but first woman president ਜਿਹੜੀ ਸੀ she was Annie Besant, ठीक है। दूसरा फर्स्ट मुस्लिम प्रेसिडेंट INC ਦੇ ਹੈਗੇ ਸੀ ਬਦਰੁद्दीन ਤਯਾਬ ਜੀ, ਸੋ ਇਹ ਸਟੇਟਮੈਂਟ ਸਹੀ ਹੈ, ਸੋ ਓਨਲੀ 2 ਇਜ਼ ਕਰੈਕਟ। ਨੈਕਸਟ ਇਜ਼ which one of the following movements has contributed to a split in INC resulting in the emergence of moderates and extremists? so ਸਵਦੇਸ਼ੀ ਮੂਵਮੈਂਟ ਜਦੋਂ ਹੋਈ ਸੀ ਸੂਰਤ ਸਪਲਿਟ, ਠੀਕ ਹੈ। ਸਵਦੇਸ਼ੀ ਮੂਵਮੈਂਟ ਜਿਹੜਾ ਹੈ ਉਹ 1905 ਦੇ ਵਿੱਚ ਲਾਂਚ ਹੋਈ ਹੈ ਤੇ ਸੂਰਤ ਸਪਲਿਟ ਹੋਇਆ 1907 ਦੇ ਵਿੱਚ, ਕਿਉਂਕਿ ਉਹਨਾਂ ਨੂੰ ਮੋਡਰੇਟਸ ਦੇ ਜਿਹੜੇ 3 P's ਸੀਗੇ ਉਹਨਾਂ ਨਾਲ ਸੰਤੁਸ਼ਟੀ ਨਹੀਂ ਹੋਈ। Next is who of the following was or were economic critic of colonialism in India? ਦਾਦਾ ਭਾਈ ਨਹਿਰੂ ਜੀ ਤੇ ਹੈ ਹੀ ਸੀ, ਉਸ ਤੋਂ ਇਲਾਵਾ ਜੀ ਸੁਬਰਾਮਨਿਅਮ ਅਈਅਰ ਤੇ RC ਦੱਤ ਵੀ ਸੀਗੇ, ਠੀਕ ਹੈ। ਸੋ all of the above. Partition of Bengal made by Lord Curzon in 1905 lasted until, so ਇਹ ਕਦੋਂ ਤੱਕ ਰਿਹਾ ਜਦੋਂ ਤੱਕ ਕਿੰਗ ਜਾਰਜ 5 ਨੇ ਕਰਜ਼ਨ ਦਾ ਐਕਟ ਰਿਮੂਵ ਨਹੀਂ ਕਰ ਦਿੱਤਾ ਤੇ ਪਾਰਟੀਸ਼ਨ ਨੂੰ ਅਨਲ ਨਹੀਂ ਕਰ ਦਿੱਤਾ ਐਟ ਰਾਇਲ ਦਰਬਾਰ ਇਨ ਦਿੱਲੀ in 1911. Next is in 1929 session of INC is of the significance in the history of freedoms movement, ਕਿਉਂਕਿ 1929 session ਜਿਹੜਾ ਲਾਹੌਰ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਪੂਰਨ ਸਵਰਾਜ ਦਾ ਰੈਜ਼ੋਲੂਸ਼ਨ ਅਡਾਪਟ ਕੀਤਾ ਗਿਆ ਸੀਗਾ, ਠੀਕ ਹੈ। ਸੋ the right answer is option B, attainment of ਪੂਰਨ ਸਵਰਾਜ was adopted as the goal of Congress. Next is what was or were the objectives of Queen's Victoria Proclamation ਜਿਹੜਾ ਹੋਇਆ 1858 ਦੇ ਵਿੱਚ। ਇਹਦੇ ਚ ਮੇਨਲੀ ਇਹਨਾਂ ਨੇ ਕਿਹਾ ਕਿ ਆਪਾਂ ਸਾਡੀ ਹੁਣ ਕੋਈ ਇੰਟੈਂਸ਼ਨ ਨਹੀਂ ਹੈ ਇੰਡੀਅਨ ਸਟੇਟਸ ਨੂੰ ਅਨੈਕਸ ਕਰਨ ਦੀ, ਟੂ ਪਲੇਸ ਦਾ ਇੰਡੀਅਨ ਐਡਮਿਨਿਸਟ੍ਰੇਸ਼ਨ ਅੰਡਰ ਬ੍ਰਿਟਿਸ਼ ਕਰਾਊਨ, ਇਹ ਵੀ ਸੀਗਾ, ਟੂ ਰੈਗੂਲੇਟ ਈਸਟ ਇੰਡੀਆ ਕੰਪਨੀ ਟ੍ਰੇਡ ਵਿਦ, ਸੋ ਇਹ ਅਬੋਲਿਸ਼ ਕਰ ਦਿੱਤਾ ਸੀ, ਰੈਗੂਲੇਟ ਤੇ ਨਹੀਂ ਕੀਤਾ ਸੀਗਾ, ਸੋ ਓਨਲੀ 1 and 2 ਆਏਗਾ। ਨੈਕਸਟ ਇਜ਼ ਦ ਪੀਪਲ ਆਫ ਇੰਡੀਆ ਐਜੀਟੇਟਡ ਅਗੇਂਸਟ ਅਰਾਈਵਲ ਆਫ ਸਾਈਮਨ ਕਮਿਸ਼ਨ ਦਾ ਰਿਵੋਲਟ ਕਿਉਂ ਹੋਇਆ ਸੀ? ਕਿਉਂਕਿ ਉਹਦੇ ਵਿੱਚ ਸਾਰੇ ਵਾਈਟ ਮੈਨ ਸੀ, ਕੋਈ ਵੀ ਇੰਡੀਅਨ ਨਹੀਂ ਸੀਗਾ, ਦੇਰ ਵਾਜ਼ ਨੋ ਇੰਡੀਅਨ ਮੈਂਬਰ ਇਨ ਦਾ ਸਾਈਮਨ ਕਮਿਸ਼ਨ। ਨੈਕਸਟ ਇਜ਼ ਕੁਇਟ ਇੰਡੀਆ ਮੂਵਮੈਂਟ ਵਾਜ਼ ਲਾਂਚਡ ਇਨ, ਸੋ ਆਪਾਂ ਪੜ੍ਹਿਆ ਹੀ ਆ ਉੱਪਰ ਵੀ ਕਿ ਕ੍ਰਿਪਸ ਪ੍ਰਪੋਜ਼ਲ ਫੇਲ, ਕ੍ਰਿਪਸ ਪ੍ਰਪੋਜ਼ਲ ਦੇ ਵਿੱਚ ਮੇਨ ਚੀਜ਼ ਕੀ ਸੀ ਆ, ਕਿਉਂਕਿ ਇਹਨਾਂ ਨੇ ਕਿਹਾ ਹੈਗਾ ਕਿ ਆਪਾਂ ਵਰਲਡ ਵਾਰ ਸੈਕਿੰਡ ਤੋਂ ਬਾਅਦ ਤੁਹਾਨੂੰ ਡੋਮੀਨੀਅਨ ਸਟੇਟਸ ਦੇਵਾਂਗੇ। Next is with reference to Indian history, members of Constituent Assembly for provinces were, so they were elected by provincial legislative assemblies. Next is Annie Besant was, so Annie Besant was responsible for starting home rule movement, ठीक है, 1916 ਦੇ ਵਿੱਚ along with Tilak she also started. Founder of Theosophical Society, so ਇਹ ਗਲਤ ਹੈ, Theosophical Society ਜਿਹੜੀ ਹੈ it was founded in I think ਮੈਨੂੰ year ਯਾਦ ਨਹੀਂ ਹੈ, but it was not founded by Annie Besant, it was founded by मैडम HP Blavatsky, ठीक है, Blavatsky along with Colonel MS Olcott in USA, ठीक है। ਸੋ ਇਹਨਾਂ ਨੇ ਫਾਊਂਡ ਕੀਤੀ ਸੀਗੀ USA ਦੇ ਵਿੱਚ ਤੇ ਇਹਦੇ ਹੈੱਡਕੁਆਰਟਰਸ ਇੰਡੀਆ ਦੇ ਵਿੱਚ ਅਦਾਇਰ ਸੀ, ਔਰ ਐਨੀ ਬੀਸੈਂਟ ਨੇ ਇਹਨੂੰ ਮਤਲਬ ਇਹਦੇ ਐਕਟਿਵ ਮੈਂਬਰ ਸੀਗੇ ਥੀਓਸੋਫਿਕਲ ਸੁਸਾਇਟੀ ਦੇ, ਬਟ ਸ਼ੀ ਵਾਜ਼ ਨਾਟ ਫਾਊਂਡਰ। ਵਨਸ ਦਾ ਪ੍ਰੈਜ਼ੀਡੈਂਟ ਆਫ INC, ਸੋ ਇਹ ਵੀ ਠੀਕ ਹੈ ਨਾ, ਫਸਟ ਪ੍ਰੈਜ਼ੀਡੈਂਟ ਵੂਮਨ ਪ੍ਰੈਜ਼ੀਡੈਂਟ ਐਨੀ ਬੀਸੈਂਟ ਸੀਗੇ। ਲਾਸਟ ਕੁਐਸਚਨ ਇਜ਼ ਦਾ ਇਲਬਰਟ ਬਿਲ ਕੰਟਰੋਵਰਸੀ। ਸੋ ਇਲਬਰਟ ਬਿਲ ਕੰਟਰੋਵਰਸੀ ਜਿਹੜੀ ਹੈ, ਇਲਬਰਟ ਬਿਲ ਬੇਸਿਕਲੀ ਇਟ ਵਾਜ਼ ਇੰਟਰੋਡਿਊਸਡ ਇਨ 1883 ਬਾਈ ਲਾਰਡ ਰਾਈਪਨ, ਠੀਕ ਹੈ, ਲਾਰਡ ਰਾਈਪਨ। ਸੋ ਇਹ ਜਿਹੜਾ ਆਪਣਾ ਹੈਗਾ ਸੀਗਾ ਇਹਨੇ ਬੇਸਿਕਲੀ ਇਹ ਕਹਿੰਦਾ ਕਿ ਜਿਹੜਾ CRPC ਹੈ ਨਾ, ਕੋਡ ਆਫ ਕ੍ਰਿਮੀਨਲ ਪ੍ਰੋਸੀਜਰ, ਉਹਦੇ ਵਿੱਚ ਜਿਹੜਾ ਰੇਸ਼ੀਅਲ ਬਾਰ ਨੂੰ ਹਟਾਇਆ ਜਾਵੇ ਕਿ ਜਿਹਦੇ ਤਹਿਤ ਜਿਹੜੇ ਇੰਡੀਅਨ ਜੱਜਿਸ ਨੇ ਉਹ ਯੂਰੋਪੀਅਨ ਡਿਫੈਂਡਰਸ ਦਾ ਕੇਸ ਜਿਹੜਾ ਹੈ ਉਹ ਟਰਾਈ ਨਹੀਂ ਕਰ ਸਕਦੇ, ਠੀਕ ਹੈ। ਸੋ ਇਟ ਵਾਜ਼ ਬੇਸਿਕਲੀ ਰਿਲੇਟਡ ਟੂ ਰਿਮੂਵਲ ਆਫ ਡਿਸਕੁਆਲੀਫਿਕੇਸ਼ਨਸ ਇੰਪੋਜ਼ਡ ਔਨ ਇੰਡੀਅਨ ਮੈਜਿਸਟ੍ਰੇਟਸ ਵਿਦ ਰਿਗਾਰਡ ਟੂ ਟ੍ਰਾਇਲ ਆਫ ਯੂਰੋਪੀਅਨਸ। ਸੋ ਦੈਟ ਵਾਜ਼ ਆਲ, ਥੈਂਕ ਯੂ।